गेट पंजाबी दे दानश्वर दर्शकों ते सुचेत ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ प्रोग्राम ਦੇ विशेष और विशेष प्रोग्राम ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦਾ प्रोग्राम वाकई ही एक विशेष प्रोग्राम है क्योंकि असी अपने आप ਨੂੰ बहुत ही भागशाली गौरवशाली महसूस कर रहे हाँ कि अज स्टूडियो ਦੇ ਵਿੱਚ पंथ ਦੀਆਂ ਉਹ महान हस्तियां ਜਿਹੜੀਆਂ अथॉरिटी ਹਨ ਜਿਨ੍ਹਾਂ ਦਾ अधिकार है ਜਿਹੜੇ केवल ਗੱਲਾਂ ਬਾਤਾਂ ਨਾਲ नहीं ਜਿਨ੍ਹਾਂ ਦਾ सारी जिंदगी ਦਾ अध्ययन है और उस अध्ययन ਨੂੰ बाणी ਅੰਮ੍ਰਿਤ ਗੁਰ ਇਤਿਹਾਸ ਉਹਨਾਂ ਸਾਰਿਆਂ ਦੇ ਉੱਤੇ ਗੂੜ ਤਰੀਕੇ ਦੇ ਨਾਲ ਉਸ ਦੇ ਅਧਿਆਤਮਕ ਫਲਸਫੇ ਦੇ ਪੱਖੋਂ ਹਰ ਪੱਖੋਂ ਜਿਨ੍ਹਾਂ ਨੇ ਉਸ ਦਾ ਅਧਿਐਨ ਕੀਤਾ ਹੈ ਔਰ ਫਿਰ ਬੜੀ ਹੀ ਸਰਲਤਾ ਦੇ ਨਾਲ ਬੜੀ ਹੀ ਸਹਿਜ ਦੇ ਵਿੱਚ ਉਹਨਾਂ ਨੇ ਉਸ ਚੀਜ਼ ਨੂੰ ਵੰਡਿਆ ਵੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧੋ ਜਾਈ। ਉਹਨਾਂ ਨੇ ਆਪ ਉਸ ਅੰਮ੍ਰਿਤ ਬਾਣੀ ਉਸ ਅੰਮ੍ਰਿਤ ਉਸ ਇਤਿਹਾਸ ਗੁਰੂ ਸਾਹਿਬ ਦੀ ਕਲਮ ਛੋਹ ਪ੍ਰਾਪਤ ਉਹਨਾਂ ਅੱਖਰਾਂ ਨੂੰ ਉਹਨਾਂ ਸ਼ਬਦਾਂ ਨੂੰ ਉਹਨਾਂ ਲਿਖਤਾਂ ਨੂੰ ਪੜ੍ਹਿਆ ਵਾਚਿਆ ਆਨੰਦ ਲਿਆ ਔਰ ਜਿਹੜੇ ਸੰਗਤ ਦੇ ਵਿੱਚ ਉਸ ਨੂੰ ਖੁੱਲ੍ਹ ਕੇ ਵੰਡ ਵੀ ਰਹੇ ਹਨ। ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ। ਸੈਨ ਹੋਜ਼ੇ ਦੇ ਵਿੱਚ ਹੋਈ ਕਾਨਫਰੰਸ ਦੇ ਬਾਅਦ ਅਸੀਂ ਖੁਸ਼ਕਿਸਮਤ ਹਾਂ ਕਿ ਨਿਊਯਾਰਕ ਦੇ ਵਿੱਚ ਵੀ ਉਸੇ ਲੜੀ ਦੇ ਵਿੱਚ ਇਹ ਦੂਸਰਾ ਵੱਡਾ ਸੈਮੀਨਾਰ ਹੋਣ ਜਾ ਰਿਹਾ ਹੈ ਔਰ ਸ਼ਾਇਦ ਸਾਡੇ ਵੇਖਦਿਆਂ ਇਹ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਉੱਚ ਕੋਟੀ ਦੇ ਵਿਦਵਾਨ ਇੱਥੇ ਆਏ ਹਨ ਔਰ ਸਭ ਤੋਂ ਵੱਡੀ ਸਾਡੇ ਲਈ ਮਾਣ ਦੀ ਗੱਲ ਹੈ ਗੈਟ ਪੰਜਾਬੀ ਲਈ ਕਿ ਉਹ ਸਟੂਡੀਓ ਦੇ ਵਿੱਚ ਆਏ ਹਨ। ਸੋ ਅਸੀਂ ਜੀ ਆਇਆਂ ਆਖਦੇ ਹਾਂ ਸਾਰੇ ਵਿਸ਼ੇਸ਼ ਵਿਦਵਾਨਾਂ ਨੂੰ ਜਿਹੜੇ ਸਟੂਡੀਓ ਦੇ ਵਿੱਚ ਆਏ ਹਨ। ਮੇਰੇ ਨਾਲ ਡਾਕਟਰ ਜੋਤ ਸਿੰਘ ਜੀ ਜਿਹੜੇ ਐਨਸਾਈਕਲੋਪੀਡੀਆ ਆਫ ਸਿੱਖ ਰਿਲੀਜਨ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਹੈ ਉਸ ਦੇ ਮੁਖੀ ਹਨ ਔਰ ਐਨਸਾਈਕਲੋਪੀਡੀਆ ਦਾ ਮੁਖੀ ਹੋਣਾ ਖੁਦ ਹੀ ਦਰਸਾਉਂਦਾ ਹੈ ਕਿ ਉਹਨਾਂ ਦੀ ਨੌਲੇਜ ਦਾ ਘੇਰਾ ਉਹਨਾਂ ਦੀ ਸਮਝ ਦਾ ਘੇਰਾ ਕਿੰਨਾ ਵਸੀਹ ਹੋਏਗਾ। ਉਸ ਦੇ ਨਾਲ ਸਾਡੇ ਨਾਲ ਹਨ ਡਾਕਟਰ ਹਰਭਜਨ ਸਿੰਘ ਜੀ ਜਿਹੜੇ ਦੇਹਰਾਦੂਨ ਵਿੱਚ ਡਾਕਟਰ ਬਲਬੀਰ ਸਿੰਘ ਜੀ ਦੇ ਨਾਂ ਦੇ ਉੱਤੇ ਬਣੇ ਉਸ ਕੇਂਦਰ ਜੋ ਪੰਜਾਬੀ ਯੂਨੀਵਰਸਿਟੀ ਦਾ ਕੇਂਦਰ ਹੈ ਜਿਹਦੇ ਵਿੱਚ ਨਿਰੁਕਤ ਦੇ ਉੱਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ। ਨਿਰੁਕਤ ਹੁੰਦਾ ਹੈ ਕਿ ਇੱਕ ਇੱਕ ਲਫ਼ਜ਼ ਦੀ ਬੁਨਿਆਦ ਸ਼ੁਰੂਆਤ ਔਰ ਉਸ ਦੀ ਜੜ੍ਹਾਂ ਤੱਕ ਪਹੁੰਚਣਾ ਕਿ ਉਹ ਲਫ਼ਜ਼ ਕਿੱਥੋਂ ਆਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਿਰੁਕਤ ਦੇ ਉੱਤੇ ਇਹਨਾਂ ਦਾ ਬਹੁਤ ਹੀ ਮਹਾਨ ਕੰਮ ਹੈ। ਉਹ ਵੀ ਸਾਡੇ ਨਾਲ ਹਨ ਔਰ ਜਿਹੜੇ ਬਿਲਕੁਲ ਖੁੱਲ੍ਹ ਕੇ ਬੇਬਾਕੀ ਦੇ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਔਰ ਬਿਲਕੁਲ ਉਹਨਾਂ ਦਾ ਅੰਦਾਜ਼ ਵੀ ਉਸੇ ਤਰ੍ਹਾਂ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਧਰੋਆ ਵਾਲੀ ਉਹਨਾਂ ਦੀ ਬਿਰਤੀ ਹੈ। ਔਰ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਥਾਨ ਤੋਂ ਮੰਜੀ ਸਾਹਿਬ ਅੰਬਾਲੇ ਤੋਂ ਉੱਥੋਂ ਦੇ ਮੁੱਖ ਗ੍ਰੰਥੀ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਨਿਹੰਗ ਸਾਡੇ ਨਾਲ ਹਨ ਔਰ ਜਿਨ੍ਹਾਂ ਦੀ ਗੁਰਬਾਣੀ ਦੇ ਉੱਤੇ ਤੇ ਉਹਨਾਂ ਦਾ ਅਧਿਐਨ ਹੈ ਹੀ ਹੈ ਇੱਕ ਹੋਰ ਮਹਾਨ ਗ੍ਰੰਥ ਪੰਥ ਪ੍ਰਕਾਸ਼ ਦੇ ਉੱਤੇ ਜਿਸ ਦੇ ਗਿਆਨ ਨੂੰ ਵੰਡ ਵੀ ਰਹੇ ਹਨ। ਇਸ ਦੇ ਨਾਲ ਹਨ ਲੰਡਨ ਤੋਂ ਆਏ ਹੋਏ ਡਾਕਟਰ ਗੁਰਿੰਦਰ ਮਾਨ ਜੀ ਜਿਨ੍ਹਾਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਸਰੋਤ ਗ੍ਰੰਥਾਂ ਦੇ ਉੱਤੇ ਕਾਫੀ ਕੰਮ ਕੀਤਾ ਹੈ। ਉਹਨਾਂ ਦਾ ਆਪਣੇ MA ਦੇ ਵਿੱਚ ਪਰਚਾ ਵੀ ਇਹੀ ਸੀ ਪਰ ਪਰਚਾ ਆਮ ਤੌਰ ਦੇ ਉੱਤੇ ਹੁੰਦਾ ਹੈ ਕੇਵਲ ਕਿਸੇ ਡਿਗਰੀ ਨੂੰ ਹਾਸਲ ਕਰਨ ਲਈ ਪਰ ਇਹਨਾਂ ਨੇ ਉਸ ਤੋਂ ਅੱਗੇ ਲੰਘਦਿਆਂ ਹੋਇਆਂ ਉਸ ਦੇ ਉੱਤੇ ਗੰਭੀਰਤਾ ਦੇ ਨਾਲ ਇਹਨਾਂ ਨੇ ਕੰਮ ਕੀਤਾ ਤੇ ਅੱਜ ਇਹ ਮਹਿਮਾਨ ਵਿਦਵਾਨ ਸਾਡੇ ਸਟੂਡੀਓ ਵਿੱਚ ਹਨ। ਇੱਕ ਵਾਰ ਫਿਰ ਜੀ ਆਇਆਂ ਆਖਦਿਆਂ ਹੋਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ ਅਸੀਂ ਕੋਸ਼ਿਸ਼ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਕੋਲੋਂ
ਕੁਝ ਬੁਨਿਆਦੀ ਚੀਜ਼ਾਂ ਦੇ ਉੱਤੇ ਜਾਣਕਾਰੀ ਹਾਸਲ ਕਰੀਏ ਔਰ ਜਿੰਨਾ ਕੁ ਸਾਨੂੰ ਗਿਆਨ ਦੇ ਸਕਣ ਉਹਦੇ ਵਿੱਚੋਂ ਜਿੰਨਾ ਕੁ ਅਸੀਂ ਆਪਣੀ ਝੋਲੀ 'ਚ ਪਾ ਲਈਏ, ਇਹ ਸਾਡੇ 'ਤੇ ਨਿਰਭਰ ਹੈ। ਬਾਕੀ ਕੱਲ੍ਹ ਸਵੇਰੇ 12:30 ਤੋਂ 6 ਵਜੇ ਤੱਕ 222 ਗੁਰਦੁਆਰਾ ਸਾਹਿਬ ਕੁਈਨਸ ਵਿਲੇਜ ਦੇ ਵਿੱਚ ਇਹ ਸੈਮੀਨਾਰ ਦੇ ਵਿੱਚ ਵੀ ਸੰਗਤਾਂ ਦੇ ਹਾਜ਼ਰੀ ਭਰਨਗੇ ਔਰ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਅਸੀਂ ਆਪਣਾ ਪ੍ਰੋਗਰਾਮ ਆਰੰਭ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਜੋਤ ਸਿੰਘ ਜੀ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਡਾਕਟਰ ਸਾਹਿਬ ਬੜਾ ਤੁਸੀਂ ਕਿਰਪਾ ਕੀਤੀ, ਸਾਡੀ ਬੇਨਤੀ ਮੰਨ ਕੇ ਸਟੂਡੀਓ 'ਚ ਵੀ ਆਏ ਤੇ ਜਿਹੜਾ ਵਿਸ਼ਾ ਹੈ, ਜਿਹੜਾ ਸਾਡਾ ਸਬਜੈਕਟ ਹੈ, ਉਹ ਹੈਗਾ ਖਾਲਸੇ ਦਾ ਵਿਰਸਾ ਤੇ ਅੰਮ੍ਰਿਤ ਬਾਣੀ। ਇਹ ਦੋ ਮੈਂ ਬੇਨਤੀ ਕਰਾਂਗਾ ਕਿ ਇਹ ਵਿਰਸਾ ਕੀ ਚੀਜ਼ ਹੁੰਦੀ ਹੈ, ਕਿਉਂਕਿ ਤੁਹਾਡਾ ਜਿਹੜਾ ਐਨਸਾਈਕਲੋਪੀਡਿਕ ਨੌਲੇਜ ਹੈ, ਤਾਂ ਮੈਂ ਚਾਹਾਂਗਾ ਖਾਲਸੇ ਦਾ ਵਿਰਸਾ ਕੀ ਹੈ ਤੇ ਅੰਮ੍ਰਿਤ ਬਾਣੀ ਕੀ ਹੈ, ਇਹ ਡਾਕਟਰ ਸਾਹਿਬ ਹਰਭਜਨ ਸਿੰਘ ਜੀ ਦੱਸ ਦੇਣ, ਜੇ ਅਸੀਂ ਇਹਨਾਂ ਨੂੰ ਦੋ ਸੈਗਮੈਂਟ ਵਿੱਚ ਵੰਡ ਸਕੀਏ। ਤੇ ਖਾਲਸੇ ਦਾ ਵਿਰਸਾ ਜੇ ਬਹੁਤ ਹੀ ਪ੍ਰੀਸਾਈਜ਼ਲੀ ਕਿਹਾ ਜਾਏ ਤਾਂ ਗੁਰੂ ਨਾਨਕ ਸਾਹਿਬ ਤੋਂ ਇਹ ਸ਼ੁਰੂ ਹੁੰਦਾ ਹੈ ਜੀ। ਤੇ ਗੁਰੂ ਨਾਨਕ ਦੇਵ ਜੀ ਨੇ ਵੀ ਪੁਰਾਣੇ ਭਾਰਤੀ ਵਿਰਸੇ ਨੂੰ ਜੀ ਸਮਝਦੇ ਹੋਏ, ਜਾਣਦੇ ਹੋਏ, ਬੁੱਝਦੇ ਹੋਏ ਜੀ ਵੇਖਿਆ ਕਿ ਦਰਅਸਲ ਭਾਰਤ ਦੀ ਸ਼ਾਨ ਜਿਹੜੀ ਹੈ ਉਹ ਬਹੁਤ ਹੀ ਥੱਲੇ ਜਾ ਚੁੱਕੀ ਹੈ ਔਰ ਉਹਨਾਂ ਨੂੰ ਇਹ ਮਜਬੂਰ ਹੋ ਕੇ ਕਹਿਣਾ ਪਿਆ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿਉਂਕਿ ਜੇ ਸਾਡਾ ਸੈਲਫ ਰਿਸਪੈਕਟ ਹੀ ਨਹੀਂ ਹੈ, ਜੇ ਸਾਡਾ ਸਵਾਭਿਮਾਨ ਹੀ ਨਹੀਂ ਹੈ ਜੀ, ਤੇ ਫਿਰ ਅਸੀਂ ਸਾਡਾ ਜਿਹੜਾ ਹੈ ਉਹ ਪੂਜਾ ਪਾਠ ਜਿਹੜੀ ਕੀਤੀ ਹੋਈ ਹੈ ਉਹਦਾ ਕੋਈ ਬਹੁਤਾ ਅਰਥ ਰਹਿ ਨਹੀਂ ਜਾਂਦਾ। ਪਤਵਿਣ ਪੂਜਾ, ਸਤਵਿਣ ਸੰਜਮ, ਜਤਵਿਣ ਕਾਹੇ ਜਨੇਊ। ਔਰ ਕਾਰਨ ਇਹ ਹੋ ਰਿਹਾ ਸੀ ਕਿ ਥੋੜੇ ਜਿਹੀ ਗਿਣਤੀ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਧਾੜ ਵੀ ਆਉਂਦੇ ਸਨ ਤੇ ਆ ਕੇ ਇੱਥੇ ਲੁੱਟ ਖਸੁੱਟ ਮਚਾ ਕੇ, ਲੁੱਟ ਪੁੱਟ ਕੇ ਇੱਥੋਂ ਦੇ ਗਹਿਣਾ ਜਵਾਹਰਾਤ, ਇਸਤਰੀਆਂ ਸਾਰਿਆਂ ਨੂੰ ਤੱਕ ਕੇ ਔਰ ਉਹਨਾਂ ਦੇ ਸਿਰ ਤੇ ਹੀ ਪੰਡਾਂ ਬਣਵਾ ਕੇ ਤੇ ਲੈ ਜਾਂਦੇ ਸਨ। ਮੈਨੂੰ ਇਤਿਹਾਸ ਦਾ ਵਾਕਿਆ ਇੱਕ ਮੈਂ ਪੜ੍ਹਿਆ ਹੈ ਜਿਹੜਾ ਕਿ ਮੈਂ ਸ਼ੇਅਰ ਕਰਨਾ ਚਾਹਾਂਗਾ। 712 ਈਸਵੀ ਦੇ ਵਿੱਚ ਜੀ ਮੁਹੰਮਦ ਬਿਨ ਕਾਸਿਮ, ਇੱਕ 17 ਸਾਲ ਦਾ ਨੌਜਵਾਨ ਜੀ, ਇਰਾਕ ਦੇ ਵਿੱਚ, ਅਰੈਬਿਕ ਕੰਟਰੀ ਦੇ ਵਿੱਚ ਮਤਲਬ ਸੀ ਉਹ ਜੀ, ਤੇ ਉਸ ਨੌਜਵਾਨ ਨੇ ਆਪਣੇ ਦੋਸਤਾਂ ਦੇ ਨਾਲ ਸਲਾਹ ਕੀਤੀ ਕਿ ਵੀ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਧਨ ਦੌਲਤ ਹੈ ਤੇ ਚਲੋ ਲੁੱਟ ਕੇ ਲਿਆਈਏ। 17 ਸਾਲ ਦੇ ਮੁੰਡੇ ਨੇ 100 ਕੁ ਬੰਦਾ ਨਾਲ ਲਿਆ ਤੇ ਇੱਥੇ ਆ ਕੇ ਸਿੰਧ ਦਾ ਉਸ ਵੇਲੇ ਰਾਜਾ ਦਾਹਿਰ ਸੀ, ਉਹਦੇ ਉੱਤੇ ਅਟੈਕ ਕਰਕੇ ਉਹਨੂੰ ਜਿੱਤ ਲਿਆ ਤੇ ਉਹਨੂੰ ਮਾਰ ਦਿੱਤਾ ਤੇ ਆਪ ਉਹਦੇ ਸਿੰਘਾਸਨ ਤੇ ਬੈਠ ਗਿਆ। ਫਿਰ ਉਹ ਅੱਗੇ ਵਧਿਆ ਜੀ, ਅੱਗੇ ਰਾਜਸਥਾਨ ਪੈਂਦਾ ਹੈ ਤੇ ਰਾਜਸਥਾਨ ਦੇ ਵਿੱਚ ਉਸ ਵੇਲੇ ਬੱਪਾ ਰਾਵਲ ਸੀ ਜਿਹੜੇ ਉਹ ਰਾਜ ਕਰਦੇ ਸਨ ਤੇ ਉਹਨੂੰ ਪਤਾ ਲੱਗਾ ਵੀ ਇਹ ਥੋੜਾ ਰੈਜ਼ਿਸਟੈਂਸ ਦੇਣਗੇ ਤੇ ਉਸਨੇ ਸੋਚਿਆ ਵੀ ਚਲੋ ਥੋੜੀ ਹੋਰ ਤਿਆਰੀ ਹੋ ਕੇ ਕਰਕੇ ਤੇ ਅਸੀਂ ਇਹ ਸਾਰਾ ਕੰਮ ਕਰੀਏ ਤੇ ਕੁਝ ਸਾਲਾਂ ਦੇ ਲਈ ਉਹ ਰੁਕ ਗਿਆ। ਇੱਧਰ ਜਦੋਂ ਉਸਦੇ ਇਸ ਅਟੈਕ ਦਾ ਮਤਲਬ ਪਤਾ ਲੱਗਾ ਤੇ ਉਹ ਇੱਧਰ ਜਿਹੜਾ ਗਜ਼ਨੀ ਔਰ ਗੌਰ ਦੀਆਂ ਰਿਆਸਤਾਂ ਸਨ ਅਫਗਾਨਿਸਤਾਨ ਦੇ ਨਾਲ ਲੱਗਦੀਆਂ ਜੀ, ਇੱਥੋਂ ਦੇ ਲੋਕਾਂ ਨੇ ਸੋਚਿਆ ਵੀ ਹਿੰਦੁਸਤਾਨ ਤੇ ਇੱਕਦਮ ਉੱਥੇ ਕੋਈ ਹੈ ਹੀ ਨਹੀਂ ਲੜਨ ਭਿੜਨ ਵਾਲਾ, ਨਾ ਕੋਈ ਰੈਜ਼ਿਸਟੈਂਸ ਹੈ ਤੇ ਇਹ ਚਲੋ ਆਪਾਂ ਇੱਧਰੋਂ ਟਰਾਈ ਕਰੀਏ, ਅਸੀਂ ਵੀ ਹਮਲੇ ਕਰੀਏ ਜੀ। ਔਰ ਮੁਹੰਮਦ ਗਜ਼ਨਵੀ ਨੇ ਅਟੈਕ ਕੀਤਾ ਜੀ ਜੀ ਔਰ ਸਾਰੇ ਜਾਣਦੇ ਹਨ ਵੀ ਸੋਮਨਾਥ ਦੇ ਮੰਦਿਰ ਨੂੰ ਉਹਨੇ ਰੱਜ ਕੇ ਲੁੱਟਿਆ। ਸੋਮਨਾਥ ਦੇ ਮੰਦਿਰ ਦੇ ਵਾਸਤੇ ਜਦੋਂ ਉਹ ਜਾ ਰਿਹਾ ਸੀ ਤੇ ਉਹਨੇ ਦੇਖਿਆ ਇੱਕ ਗੱਲ ਬੜੀ ਹੈਰਾਨਗੀ ਦੀ ਕਿ ਅਸੀਂ ਲੜਾਈ ਕਰ ਰਹੇ ਹਾਂ, ਕੋਈ ਅੱਗੋਂ ਰੈਜ਼ਿਸਟੈਂਸ ਹੀ ਨਹੀਂ ਹੈ ਕਿਸੇ ਕਿਸਮ ਦਾ ਜੀ ਜੀ। ਔਰ ਉਹਨੇ ਪੁੱਛਿਆ ਇੱਕ ਵਿਅਕਤੀ ਨੂੰ ਕਿ ਬਈ ਕੀ ਗੱਲ ਹੈ, ਤੁਸੀਂ ਅੱਗੋਂ ਕੋਈ ਲੜਨ ਵਾਲਾ ਹੈ ਹੀ ਨਹੀਂ। ਉਹ ਕਹਿੰਦੇ ਜੀ ਅਸੀਂ ਹਲ ਵਾਹ ਰਹੇ ਹਾਂ ਤੇ ਸਾਡਾ ਕੰਮ ਹਲ ਵਾਹੁਣਾ ਹੀ ਹੈ, ਸਾਡਾ ਕੰਮ ਲੜਨਾ ਹੈ ਹੀ ਨਹੀਂ, ਵਰਜਿਤ ਹੈ। ਇੱਥੇ ਲੜੇਗੀ ਸਿਰਫ ਇੱਕੋ ਹੀ ਕੌਮ ਔਰ ਉਹ ਹੈ ਰਾਜਪੂਤ ਜੀ। ਤੇ ਉਹਨਾਂ ਨੇ ਕਿਹਾ ਕਿ ਇਹ ਵੀ ਕਿਹਾ ਵੀ ਤੁਸੀਂ ਮੁਹੰਮਦ ਗਜ਼ਨਵੀ ਨੂੰ ਕਿ ਤੂੰ ਅੱਗੇ ਵੱਧ ਸਹੀ ਤੇ ਜਿਵੇਂ ਤੂੰ ਮੂਰਤੀ ਦੇ ਲਾਗੇ ਜਾਏਗਾ, ਮੰਦਿਰ ਦੇ ਲਾਗੇ ਜਾਏਗਾ ਤੇ ਤੂੰ ਭਸਮ ਹੋ ਜਾਏਗਾ। ਉਹਨੇ ਕਿਹਾ ਅੱਛਾ ਦੇਖਦਾ ਬਈ ਕਿੰਨਾ ਕੁ ਭਸਮ ਹੁੰਨਾ ਮੈਂ।
ਉਹਨੇ ਜਾ ਕੇ ਮੂਰਤੀ ਦੇ ਸਿਰ ਦੇ ਵਿੱਚ ਗੁਰਜ ਮਾਰਿਆ ਤੇ ਉਹਦੇ ਵਿੱਚ ਹੀਰੇ ਜਵਾਹਰਾਤ ਹੀ ਭਰੇ ਹੋਏ ਸੀ ਸਾਰੇ, ਉਹੋ ਹੀ ਉਹ ਲੁੱਟਣ ਆਇਆ ਸੀ। ਜੀ ਜੀ। ਤੇ ਉਸਨੇ ਉਹ ਲੁੱਟੇ ਔਰ ਉਥੋਂ ਦੇ ਹੀ ਲੋਕਾਂ ਦੇ ਸਿਰਾਂ ਦੇ ਪੰਡਾਂ ਤੇ ਬਣਵਾ ਕੇ ਹੋਰ ਵੀ ਗਹਿਣੇ ਔਰ ਸੋਨਾ ਚਾਂਦੀ ਲੈ ਕੇ ਤੇ ਆਪਣੇ ਦੇਸ਼ ਉਹ ਵਾਪਸ ਚਲਾ ਗਿਆ। ਔਰ ਇਤਿਹਾਸ ਗਵਾਹ ਹੈ ਕਿ ਫਿਰ ਉਹਨੇ ਲਗਾਤਾਰ 17 ਹਮਲੇ ਕੀਤੇ ਹਿੰਦੁਸਤਾਨ ਤੇ, ਹਿੰਦੁਸਤਾਨ ਨੂੰ ਲੁੱਟਣ ਲਈ। ਜੀ। ਗੁਰੂ ਨਾਨਕ ਸਾਹਿਬ ਨੇ ਸਾਰੀ ਪੋਜੀਸ਼ਨ ਨੂੰ ਸਮਝਦਿਆਂ ਹੋਇਆ ਤੇ ਜਦੋਂ ਉਹ ਆਪਣੀਆਂ ਯਾਤਰਾਵਾਂ ਤੇ ਨਿਕਲੇ ਤੇ ਉਹਨਾਂ ਨੇ ਫਿਰ ਲੋਕਾਂ ਨੂੰ ਜਗ੍ਹਾ ਜਗ੍ਹਾ ਉਹਨਾਂ ਦੀ ਅਣਖ ਨੂੰ ਜਗਾਉਣ ਵਾਸਤੇ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਰਅਸਲ ਭਾਰਤ ਦੇ ਵਿੱਚ ਇੱਕ ਪਰੰਪਰਾ ਚੱਲੀ ਆ ਰਹੀ ਹੈ ਕਿ ਜਦੋਂ ਵੀ ਕੋਈ ਗ੍ਰੰਥ ਸ਼ੁਰੂ ਕੀਤਾ ਜਾਂਦਾ ਹੈ ਜੀ ਤਾਂ ਉਹ ਪਹਿਲਾਂ ਸਰਸਵਤੀ ਦੀ ਵੰਦਨਾ ਹੁੰਦੀ ਹੈ ਉਹਦੇ ਵਿੱਚ। ਉਹ ਡਾਕਟਰ ਸਾਹਿਬ ਅਸੀਂ ਉਸ ਤੇ ਬਾਅਦ ਵਿੱਚ ਆਵਾਂਗੇ ਉਹਦੇ ਜਿਹੜਾ ਹੈਗਾ, ਪਰ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਹਿੰਦੁਸਤਾਨ ਦੀ ਭਾਰਤ ਦੀ ਸੱਭਿਅਤਾ ਦੇ ਵਿੱਚ ਉਹ ਵਿਰਸਾ ਇਤਨਾ ਕਮਜ਼ੋਰ ਪੈ ਚੁੱਕਾ ਸੀ ਕਿ ਉਸ ਦੇ ਬੜੇ ਵੱਡੇ ਆਪਰੇਸ਼ਨ ਦੀ ਲੋੜ ਸੀ, ਜਿਹਨੂੰ ਜਿਵੇਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਜਿਵੇਂ ਉਹ ਇੱਕ ਕਹੀ ਵੀ ਗਈ ਕਿ ਗੱਲ ਕਾਮ ਹਮਾਰਾ ਤੋਲੋ ਤਕੜੀ ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾऊं ਕੈਸੇ ਦੁਸ਼ਮਣ ਸੇ ਲੜ ਪਾऊं। ਤੇ ਉਹਦਾ ਫਿਰ ਜਵਾਬ ਵਿੱਚ ਜੋ ਤਬਦੀਲੀ ਆਈ, ਜੋ ਵੱਡੇ ਆਪਰੇਸ਼ਨ ਦੇ ਬਾਅਦ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਵਿੱਚ ਕੀਤਾ, ਫਿਰ ਜਦੋਂ ਉਹਨਾਂ ਨੇ ਕਿਹਾ कि धर लूँगा बेक एक को शमशीर के आगे, रख दूँगा सीना और जिगर दिल चीर के आगे, दुनिया तो झुकी फिरती है तकदीर के आगे, ये तकदीर भी झुक जाएगी मेरे तीर के आगे, ये दो धारा खंडा जो देर से बेकार पड़ा था, सब जंग उतर जाएगा जो उस पे चढ़ा था। तो मतलब उस विरसे नूं तब्दीली निशाना सी ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੁਕੰਮਲ ਕੀਤਾ। ਆਪਾਂ ਬਾਅਦ ਫਿਰ ਗੱਲ ਕਰਦੇ ਹਾਂ। ਬਿਲਕੁਲ। ਤੇ ਡਾਕਟਰ ਸਾਹਿਬ ਤੁਸੀਂ ਦੱਸੋਗੇ ਕਿ ਵਿਰਸੇ ਦਾ ਤੇ ਪਤਾ ਲੱਗ ਗਿਆ, ਜੋ ਵਿਰਸੇ ਦੀ ਹਾਲਤ ਸੀ ਸਾਡੀ, ਤੇ ਮੇਰਾ ਖਿਆਲ ਹੈ ਉਹ ਤਪੋ ਰਾਜ ਰਾਜੋ ਨਾਲ ਅਸੀਂ ਫਿਰ ਕਿਸੇ ਉਸੇ ਅਵਸਥਾ ਤੇ ਨਹੀਂ ਪਹੁੰਚਦੇ ਜਾ ਰਹੇ ਹੌਲੇ ਹੌਲੇ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਾਇਆ ਸੀ, ਤੇ ਉਹ ਇੱਕ ਵੱਖਰਾ ਗੱਲ ਹੈ। ਪਰ ਤੁਸੀਂ ਇਹ ਦੱਸੋਗੇ ਕਿ ਬਾਣੀ, ਅੰਮ੍ਰਿਤ ਬਾਣੀ, ਔਰ ਇਹਦਾ ਕਿੰਨਾ ਕੁ ਰੋਲ ਸੀ ਬੰਦੇ ਦੀ ਅੰਦਰੂਨੀ ਤਰਬੀਅਤ ਨੂੰ ਬਦਲ ਦੇਣ ਦਾ, ਉਹਦੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆ ਦੇਣ ਦਾ। ਗੁਰੂ ਸਾਹਿਬ ਨੇ ਜਿਹੜੀ ਵੀ ਤਬਦੀਲੀ ਕੀਤੀ ਉਹ ਬਾਣੀ ਦੇ ਨਾਲ ਕੀਤੀ। ਉਹ ਬਾਣੀ ਕੀ ਉਹ ਮੰਤਰ ਸੀ, ਜਿਵੇਂ ਮੰਤਰ ਕਰਕੇ ਕਿਸੇ ਨੂੰ ਚੇਂਜ ਕਰ ਦੇਣਾ? ਕੀ ਉਹਦਾ ਅਸਰ ਮੰਤਰਾਂ ਦੀ ਤਰ੍ਹਾਂ ਸੀ? ਕੀ ਇਹ ਕੋਈ ਮੈਨੂਅਲ ਸੀ ਕਿ ਉਹਨੂੰ ਪੜ੍ਹ ਕੇ ਸਮਝ ਲਓ, ਜਾਂ ਇਹ ਕੀ ਚੀਜ਼ ਸੀ ਬਾਣੀ, ਔਰ ਅੰਮ੍ਰਿਤ ਬਾਣੀ ਕੀ ਚੀਜ਼ ਹੈ ਜਿਹਦੇ ਨਾਲ ਐਡੀ ਵੱਡੀ ਤਬਦੀਲੀ ਆ ਗਈ? ਅੰਮ੍ਰਿਤ ਦਾ ਪਹਿਲਾਂ ਤੇ ਅਰਥ ਹੀ ਜਿਹੜਾ ਹੈ ਜੀ ਉਹ ਹੈ ਮ੍ਰਿਤੂ ਰਹਿਤ ਹੋਣਾ ਜੀ। ਜਦੋਂ ਬਾਣੀ ਨਾਲ ਜੁੜ ਜਾਏਗਾ ਤੇ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਉਹ ਬਾਣੀ ਹੈ ਜਿਹੜੀ ਮਨੁੱਖ ਨੂੰ ਮੌਤ ਦੇ ਭੈ ਤੋਂ, ਬਲਕਿ ਮੌਤ ਤੋਂ ਹੀ ਜਿਹੜੀ ਹੈ ਉਹ ਮੁਕਤੀ ਪ੍ਰਦਾਨ ਕਰਦੀ ਹੈ ਜੀ। ਅੰਮ੍ਰਿਤ ਬਾਣੀ ਦਾ ਸੋਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਹਨ ਜੀ। ਜਿਹੜੀ ਇਸ ਅੰਮ੍ਰਿਤ ਬਾਣੀ ਦੀ ਸਿਫਤ ਹੈ ਉਹ ਇਹ ਵੇ ਕਿ ਇਸ ਨੂੰ ਪੜ੍ਹ ਕੇ ਦੁਨੀਆ ਦਾ ਕੋਈ ਵੀ ਵਿਅਕਤੀ ਇਸ ਨੂੰ ਪੜ੍ਹ ਕੇ, ਇਸ ਨੂੰ ਮੰਨ ਕੇ, ਇਸ ਦਾ ਮਨਨ ਕਰਕੇ, ਇਸ ਦਾ ਜਾਪ ਕਰਕੇ ਉਹ ਆਪਣੇ ਅੰਤਰ ਆਤਮਾ ਨੂੰ ਉੱਚਾ ਚੁੱਕ ਸਕਦਾ ਹੈ। ਇਤਨਾ ਉੱਚਾ ਚੁੱਕ ਸਕਦਾ ਹੈ ਕਿ ਵਾਹਿਗੁਰੂ ਜੀ ਵਿੱਚ ਅਪੇਦ ਹੋ ਸਕਦਾ ਹੈ, ਉਹ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਏ। ਇਹ ਅਧਿਆਤਮਕ ਬਾਣੀ ਹੈ ਜਿਹੜੀਆਂ ਅੰਦਰ ਦੀਆਂ ਮਨੁੱਖ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਲੀ ਹੈ। ਇਸੇ ਕਰਕੇ ਜਪ ਬਾਣੀ ਵਿੱਚ ਪਹਿਲਾ ਸਵਾਲ ਹੀ ਹੈ ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਚਿਆਰ ਮਨੁੱਖ ਬਣਾਉਣਾ ਇਹ ਪ੍ਰਯੋਜਨ ਹੈ ਇਸ ਬਾਣੀ ਦਾ ਜੀ। ਜਿਹੜਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਖੰਡੇ ਬਾਟੇ ਦਾ ਜੀ, ਉਹ ਵਾਸਤਵ ਵਿੱਚ ਉਹਦੇ ਚ ਜਿਹੜੀ ਹੈ ਉਹ ਇਕੱਲਾ ਜਲ ਨਹੀਂ ਹੈ, ਉਹਦੇ ਵਿੱਚ ਅਸਲ ਚੀਜ਼ ਬਾਣੀ ਹੈ, ਕਿਉਂਕਿ ਮ੍ਰਿਤੂ ਮੁਕਤ ਬਾਣੀ ਨੇ ਕਰਨਾ ਹੈ ਜੀ ਜੀ। ਔਰ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਜ਼ੂਰ ਦੀਆਂ ਬਾਣੀਆਂ ਤੋਂ ਇਲਾਵਾ ਦਸਮ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਹੈ ਜੀ ਜੀ, ਜਿਹਦੇ ਵਿੱਚ ਸਾਨੂੰ ਪਤਾ ਹੈ ਕਿ ਜਾਪ ਸਾਹਿਬ ਵੀ ਹੈ ਜੀ, ਜਿਹਦੇ ਵਿੱਚ ਸਵਈਏ ਹਨ, ਜਿਹਦੇ ਵਿੱਚ ਕਵੇ ਵਾਚ ਬੇਨਤੀ ਚੌਪਈ ਹੈ ਜੀ। ਤੇ ਇਹ ਜ਼ਰੂਰ ਧਿਆਨ ਰੱਖਣਾ ਪਵੇਗਾ ਸਾਨੂੰ ਕਿ ਜੇ ਦੋ ਬਾਣੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹਨ ਤਾਂ ਤਿੰਨ ਬਾਣੀਆਂ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਜੀ ਜੀ, ਜਿਨ੍ਹਾਂ ਨੂੰ
ਜੇ ਕੋਈ ਹਿਲਾਣਾ ਚਾਹੇਗਾ ਤੇ ਹਿਲਾ ਕੇ ਫਿਰ ਉਹ ਅੰਮ੍ਰਿਤ ਖੰਡੇ ਬਾਟੇ ਦਾ ਗੁਰੂ ਗੋਬਿੰਦ ਸਿੰਘ ਵਾਲਾ ਨਹੀਂ ਹੋ ਸਕਦਾ। ਕੋਈ ਆਪਣਾ ਅੰਮ੍ਰਿਤ ਤਿਆਰ ਕਰ ਲੈ ਤੇ ਉਹ ਤੇ ਕਿਸੇ ਦੇ ਉੱਤੇ ਕੋਈ ਪਾਬੰਦੀ ਨਹੀਂ। ਧਾਰਮਿਕ ਵਿਚਾਰ ਲੋਕਾਂ ਦੇ ਆਪਣੇ ਆਪਣੇ ਹਨ, ਕਈ ਪ੍ਰਕਾਰ ਦੇ ਅੰਮ੍ਰਿਤ ਜਿਹੜੇ ਨੇ ਉਹ ਚੱਲਦੇ ਨੇ ਜੀ। ਸਾਡਾ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਜਿਹਦਾ ਵਿਧੀ ਵਿਧਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਿਆਰ ਕੀਤਾ ਹੈ ਜੀ, ਉਹਦੇ ਵਿੱਚ ਜਿਹੜੀਆਂ ਬਾਣੀਆਂ ਸਾਹਿਬ ਦਸਮ ਪਾਤਸ਼ਾਹ ਜੀ ਦੀਆਂ ਹਨ, ਉਹ ਬਾਣੀਆਂ ਦਾ ਬਦਲ ਨਹੀਂ ਕੋਈ ਹੋ ਸਕਦਾ। ਬਦਲ ਇਸ ਕਰਕੇ ਨਹੀਂ ਹੋ ਸਕਦਾ ਕਿ ਜਿਹੜਾ ਅੰਮ੍ਰਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹਦੇ ਸਾਰੇ ਜਹਾਨ ਲਈ ਸਾਂਝਾ ਅੰਮ੍ਰਿਤ ਹੈ। ਨਾਮ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਹੈ। ਇਹਦੇ ਵਿੱਚ ਉਹ ਅੰਮ੍ਰਿਤ ਨਾਮ ਤੇ ਸਾਰੇ ਸੰਸਾਰ ਵਾਸਤੇ, ਸਾਰੇ ਜਹਾਨ ਵਾਸਤੇ ਹੈ ਜੀ। ਜਿਹੜਾ ਅੰਮ੍ਰਿਤ ਇਹਨਾਂ ਬਾਣੀਆਂ ਵਿੱਚ ਹੈ ਉਹ ਖਾਲਸੇ ਵਾਸਤੇ ਹੈ। ਜਾਪ ਸਾਹਿਬ ਵਿੱਚ, ਸਵਈਆਂ 'ਚ, ਜਿਹੜਾ ਕਵਿਓ ਬਾਚ ਬੇਨਤੀ ਚੌਪਈ ਵਿੱਚ ਹੈ, ਜਿੱਥੇ ਅਸੀਂ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਛਤਰ ਹਮਾਰੇ ਮਾਰੀਏ ਅਸੀਂ ਕਹਿੰਦੇ ਹਾਂ ਜੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਬਾਣੀ ਜਿਹੜੀ ਹੈ, ਰਤਨ ਸਿੰਘ ਭੰਗੂ ਕਹਿੰਦੇ ਵੀ ਜਿਹੜੇ ਸਿੱਖ ਸਨ ਇਹ ਚੁਣ ਚੁਣ ਕੇ ਤੇਜ ਪ੍ਰਤਾਪ ਵਾਲੀਆਂ ਬਾਣੀਆਂ ਪੜ੍ਹਦੇ ਸਨ। ਜਿਹੜੀ ਕੌਮ ਹੈ, ਆਰਗੇਨਾਈਜੇਸ਼ਨ ਹੈ, ਪੰਥ ਹੈ, ਉਹਨੂੰ ਤਕੜਾ ਕਰਨ ਵਾਸਤੇ ਤੇਜ ਪ੍ਰਤਾਪ ਚਾਹੀਦਾ ਹੁੰਦਾ ਹੈ। ਅਕੇਲੀ ਅਧਿਆਤਮਕ ਸਾਧਨਾ ਨਹੀਂ ਹੈ। ਅਧਿਆਤਮਕ ਸਾਧਨਾ ਤੇ ਇੱਕ ਯੋਗੀ ਵੀ ਕਰਦਾ ਹੈ। ਯੋਗੀ ਕਿਸੇ ਪੰਥ ਨਾਲ ਸੰਬੰਧਿਤ ਨਹੀਂ ਹੁੰਦਾ, ਇੱਕ ਤਿਆਗੀ ਹੈ, ਉਹ ਤੇ ਬਿਲਕੁਲ ਪੰਥ ਨਾਲ ਦਾ ਕੋਈ ਵਾਸਤਾ ਹੀ ਨਹੀਂ, ਘਰ ਗ੍ਰਸਤੀ ਨਾਲ ਵੀ ਕੋਈ ਵਾਸਤਾ ਨਹੀਂ ਜੀ ਜੀ। ਤੋ ਇਹ ਜਿਹੜੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ, ਇਹ ਮਨੁੱਖ ਦਾ ਅਧਿਆਤਮਕ ਉਥਾਨ ਕਰਨ ਦੇ ਸਰਬ ਸਮਰੱਥ ਹੈ, ਪਰਿਪੂਰਨ ਹੈ। ਇਹਦੇ ਵਿੱਚ ਕੋਈ ਸੰਦੇਹ ਨਹੀਂ ਕਿ ਕੋਈ ਬੰਦਾ ਕਹੇ ਅਪੂਰਨ ਬਾਣੀ ਹੈ ਜੀ। ਇਹ ਮਨੁੱਖ ਦੀ ਘਾਟ ਕਰਨ ਵਾਸਤੇ ਪੂਰਨ ਹੈ ਜੀ ਜੀ। ਪਰੰਤੂ ਆਰਗੇਨਾਈਜੇਸ਼ਨ ਸਿੱਖੀ ਦੀ ਇਹੋ ਵਿਸ਼ੇਸ਼ਤਾ ਹੈ ਜੀ ਕਿ ਜਿਹੜੀ ਬਾਣੀ, ਇਹ ਧਰਮ ਸਰਬ ਸਾਂਝਾ ਕਿਉਂ ਹੈ? ਕਿਉਂਕਿ ਇਹਦਾ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਜਹਾਨ ਵਾਸਤੇ ਸਾਂਝਾ ਹੈ ਜੀ। ਮਰਿਆਦਾ ਹਰ ਪੰਥ ਦੀ ਆਪਣੀ ਅਲੱਗ ਹੁੰਦੀ ਹੈ ਜੀ, ਤੇ ਪੰਥ ਦੀ ਆਰਗੇਨਾਈਜੇਸ਼ਨ ਜੀ ਹੈ ਦਾ ਸਰੂਪ ਹਰ ਪੰਥ ਦਾ ਵੱਖਰਾ ਹੁੰਦਾ ਹੈ ਜੀ ਜੀ। ਜਿਹੜੀਆਂ ਇਹ ਤਿੰਨ ਬਾਣੀਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇਜ ਪ੍ਰਤਾਪ ਵਾਲੀਆਂ ਬਾਣੀਆਂ ਨੇ, ਇਹ ਵਿਅਕਤੀ ਨੂੰ ਉਹ ਬਲ ਪ੍ਰਦਾਨ ਕਰਦੀਆਂ ਨੇ ਜਿਹਦੇ ਆਸਰੇ ਪੰਥ ਜਿਹੜਾ ਹੈ ਉਹ ਅਤੀ ਸਕ੍ਰਿਆ ਹੁੰਦਾ ਹੈ। ਪੰਥ ਹਰ ਖੇਤਰ ਵਿੱਚ ਜੂਝਦਾ ਹੈ, ਪੰਥ ਆਪਣੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਤੋਂ ਇਹ ਅੰਮ੍ਰਿਤ ਜਿਹੜਾ ਹੈ, ਇਹ ਦੋਵਾਂ ਬਾਣੀਆਂ ਦੇ ਸੁਮੇਲ ਨਾਲ, ਦੋਵਾਂ ਅੰਮ੍ਰਿਤ ਬਾਣੀਆਂ ਦੇ ਸੁਮੇਲ ਨਾਲ ਜੋ ਅੰਮ੍ਰਿਤ ਤਿਆਰ ਹੁੰਦਾ ਹੈ ਉਹ ਮਨੁੱਖ ਨੂੰ ਪਰਿਪੂਰਨ ਮਨੁੱਖ ਬਣਾਉਂਦਾ ਹੈ, ਇੱਕ ਸੰਤ ਵੀ ਬਣਾਉਂਦਾ ਹੈ, ਪਰੰਤੂ ਇੱਕ ਸੂਰਬੀਰ, ਸੰਘਰਸ਼, ਇੱਕ ਕਰਮਸ਼ੀਲ ਵਿਅਕਤੀ ਵੀ ਜਿਹੜਾ ਹੈ ਉਹ ਬਣਾਉਂਦਾ ਹੈ। ਬਹੁਤ ਖੂਬ। ਗਿਆਨੀ ਸ਼ੇਰ ਸਿੰਘ ਜੀ, ਆਪ ਜੀ ਦਾ ਅਧਿਐਨ ਔਰ ਆਪ ਦਾ ਵਿਸ਼ਾ ਹੈ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰੇ ਜਹਾਨ ਲਈ, ਸਾਰੇ ਸੰਸਾਰ ਲਈ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਕ ਤੌਰ ਦੇ ਉੱਤੇ ਜਿਹੜੀ ਬਾਣੀ ਹੈ, ਪਰ ਕੁਦਰਤੀ ਤੌਰ ਦੇ ਉੱਤੇ ਇਹ ਜਿਹੜਾ ਪੰਥ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਨੇ ਚਲਾ ਦਿੱਤਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਜਦੋਂ ਪੰਥ ਚੱਲਿਆ ਤੇ ਉਸ ਵੇਲੇ ਪੰਥ ਦੀ ਜਿਹੜੀ ਬਾਣੀ ਪੰਥ ਨੂੰ ਤਿਆਰ ਕਰਨ ਲਈ ਗੁਰੂ ਸਾਹਿਬ ਨੇ ਜਿਹੜੀ ਬਣਾਈ, ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਪੰਥ ਦੀ, ਕਿਉਂਕਿ ਇੱਕ ਗੱਲ ਵੈਸੇ ਬੜੀ ਉਹਦੇ ਵਿੱਚ ਦਿਲਚਸਪੀ ਹੈ ਕਿ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਪੰਥ ਪਰਚੁਰ ਕਰਬੇ ਕੋ ਸਾਜਾ। ਪਰਚੁਰ ਹੁੰਦਾ ਵਧਾਣਾ, ਪਰਚੁਰ ਕਰਨਾ, ਉਹਨੂੰ ਵਧਾਣਾ, ਵਾਧੇ ਲਈ। ਸੋ ਜਿਹੜਾ ਪੰਥ ਗੁਰੂ ਨਾਨਕ ਸਾਹਿਬ ਨੇ ਬਣਾਇਆ ਉਹਦੇ ਵਾਧੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਆਏ, ਪਰ ਉਹਦੇ ਲਈ ਬਾਣੀ ਜਿਹੜੀ ਵੱਖਰੀ ਕਿਉਂ ਬਣ ਗਈ? ਉਹ ਬਾਣੀ ਵੱਖ ਹੈ, ਫਰਕ ਹੈ, ਜਾਂ ਇੱਕੋ ਹੀ ਹੈ ਪਰ ਉਹਦਾ ਸਰੂਪ ਵੱਖਰਾ ਹੈ? ਇਹ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਆਪ ਜੀ ਦਾ ਕਹਾਂਗੇ, ਅਗਰ ਇਸ ਨੂੰ ਆਪ ਜਿਹੜਾ ਸਾਡੇ ਸਵਾਲ ਹੈ ਅਗਰ ਆਪ ਕਰ ਸਕੋ। ਇੱਕ ਵਕਫਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਆਪ ਵੇਖ ਰਹੇ ਹੋ ਕਿ ਕਿਤਨੇ ਗੰਭੀਰ ਔਰ ਮਹਿੰਗੇ ਵਿਸ਼ੇ ਨੂੰ ਕਿਤਨੀ ਸਹਿਜਤਾ ਦੇ ਨਾਲ ਵਿਆਖਿਆ ਕੀਤੀ ਜਾ ਰਹੀ ਹੈ, ਔਰ ਇਸ ਦਾ ਮਕਸਦ ਵੀ ਇਹੀ ਹੈ ਕਿ ਜੇ ਸਾਡੇ ਅੰਦਰ ਗੁਰੂ ਦੀ ਬਾਣੀ ਪ੍ਰਤੀ, ਗੁਰੂ ਦੀ ਬਾਣੀ ਦੇ ਰਾਹੀਂ ਗੁਰੂ ਤੱਕ ਅਸੀਂ ਪਹੁੰਚ ਸਕੀਏ, ਉਹ ਸਾਡੇ ਅੰਦਰ ਜਿਗਿਆਸਾ ਪੈਦਾ ਹੋ ਸਕੇ, ਉਹਦੇ ਲਈ ਇਹ ਇੱਕ ਯਾਦਗਾਰੀ ਪ੍ਰੋਗਰਾਮ ਅਸੀਂ ਆਪ ਤੱਕ ਪੇਸ਼ ਕਰ ਰਹੇ ਹਾਂ। ਸੋ ਗਿਆਨੀ ਜੀ, ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਪੰਥ ਗੁਰੂ ਨਾਨਕ ਸਾਹਿਬ ਨੇ ਸਾਜਿਆ, ਉਹਨਾਂ ਨੇ ਸੰਗਤਾਂ ਬਣਾਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ
ਉਸ ਪੰਥ ਨੂੰ ਪਰਚੁਰ ਕਰਨ ਲਈ, ਪੰਥ ਪਰਚੁਰ ਕਰਬੇ ਕੋ ਸਾਜਾ, ਗੁਰਸੰਗਤ ਕੀਨੀ ਖਾਲਸਾ ਭਾਈ ਨੰਦ ਲਾਲ ਜੀ ਨੇ ਵੀ ਲਿਖਿਆ। ਸੋ ਪਰ ਇਹ ਜਿਹੜੀ ਬਾਣੀ ਦੋਨਾਂ 'ਚ ਫਰਕ ਕਿਉਂ ਸੀ, ਇਹਦੀ ਕੀ ਲੋੜ ਪੈ ਗਈ ਕਿ ਉਹ ਬਾਣੀ ਜਿਹੜੀ ਪਹਿਲਾਂ ਸੀ ਇਹਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਬਾਣੀ ਪਾਈ? ਕੀ ਦੋਨਾਂ ਦੀ ਤਾਸੀਰ ਵਿੱਚ ਕੋਈ ਫਰਕ ਸੀ, ਜਾਂ ਉਹਦਾ ਨਿਸ਼ਾਨਾ ਫਰਕ ਸੀ, ਜਾਂ ਉਸ ਨੂੰ ਕਿਵੇਂ ਅਸੀਂ ਵੇਖ ਸਕਦੇ? ਜਿੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੀ ਗੱਲ ਹੈ ਜੀ, ਸੱਚੇ ਪਾਤਸ਼ਾਹ ਜੀ ਨੇ 3 ਸੂਤਰੀ ਪ੍ਰੋਗਰਾਮ ਜੋ ਸੰਸਾਰ ਨੂੰ ਦਿੱਤਾ ਹੈ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਜੀ, ਜਿਹੜਾ ਨਾਮ ਜਪਣ ਦਾ ਸਿਧਾਂਤ ਹੈ ਉਹ ਮਾਨਵ ਕਲਿਆਣਕਾਰੀ, ਸਾਰਿਆਂ ਦੀ ਆਤਮਾ ਦੇ ਉਧਾਰ ਲਈ ਬਹੁਤ ਜ਼ਰੂਰੀ ਹੈ। ਜਿਹੜੇ ਕੰਮ ਲਈ ਅਸੀਂ ਸੰਸਾਰ ਤੇ ਆਏ ਹਾਂ, ਤੇ ਉਹ ਸੱਚੇ ਪਾਤਸ਼ਾਹ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਜੀ, ਉਹ ਸ਼੍ਰੋਮਣੀ ਸਿਧਾਂਤ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਉਜਾਗਰ ਹੁੰਦਾ ਹੈ। ਔਰ ਫਿਰ ਸਤਿਗੁਰੂ ਜੀ ਨੇ ਜਿਹੜਾ ਕਿਰਤ ਕਰਨ ਦਾ ਤੇ ਵੰਡ ਕੇ ਛਕਣ ਦਾ ਸਿਧਾਂਤ ਦਿੱਤਾ, ਉਹ ਸਮਾਜਿਕ ਤੌਰ ਤੇ ਸਾਡਾ ਬੈਲੈਂਸ ਬਣਾਉਣ ਵਾਸਤੇ ਬਹੁਤ ਜ਼ਰੂਰੀ ਸੀ। ਜੀ, ਔਰ ਜੋ ਸੰਸਾਰ ਦੇ ਵਿੱਚ ਜੀਵਨ ਨੇ ਜੀਣਾ ਹੈ, ਉਹਨੂੰ ਰੋਟੀ, ਕੱਪੜੇ, ਮਕਾਨ ਦੀਆਂ ਜਿਹੜੀਆਂ ਲੋੜਾਂ ਹਨ, ਉਹਦੇ ਲਈ ਵੀ ਸੱਚੇ ਪਾਤਸ਼ਾਹ ਨੇ ਕਿਰਤ ਕਰਨ ਦਾ ਸਿਧਾਂਤ ਆਪ ਵੀ ਗੁਰੂ ਨਾਨਕ ਸਾਹਿਬ ਜੀ ਨੇ ਅਪਣਾਇਆ, ਤੇ ਅੱਗੇ ਗੁਰੂ ਸਾਹਿਬਾਨ ਨੇ ਵੀ ਉਹਦੇ ਉੱਤੇ ਪਹਿਰਾ ਦਿੱਤਾ। ਨਗਰ ਵਸਾਏ ਸ੍ਰੀ ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਂਦਵਾਲ ਸਾਹਿਬ। ਤੇ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਵੀ ਜਦੋਂ ਸ੍ਰੀ ਅੰਮ੍ਰਿਤਸਰ ਵਸਾਇਆ ਤੇ ਗੁਰੂ ਰਾਮਦਾਸ ਜੀ ਨੇ ਉੱਥੇ 52 ਜਾਤੀਆਂ ਦੇ ਲੋਕਾਂ ਨੂੰ ਵਸਾ ਕੇ ਇੱਕ ਸਿਸਟਮ ਤਿਆਰ ਕੀਤਾ ਵੀ ਜਦੋਂ ਗੁਰੂ ਕੇ ਸਿੱਖ ਆਪਸ 'ਚ ਕਾਰ ਵਿਹਾਰ ਵੀ ਕਰ ਸਕਦੇ ਆ, ਕਿਰਤ ਵਿਰਤ ਵੀ ਕਰ ਸਕਦੇ ਆ, ਲੈਣ ਦੇਣ ਵੀ ਕਰ ਸਕਦੇ ਆ, ਤੇ ਇਹਦਾ ਸਾਰਾ ਜੋ ਇੱਕ ਢਾਂਚਾ ਬਣਿਆ ਸਿੱਖੀ ਦਾ। ਜੀ, ਤੇ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਦੇ ਆਖੇ ਲੱਗ ਕੇ ਵਿਸਾਖੀ ਦਾ ਮੇਲਾ ਵੀ ਪਹਿਲਾਂ ਗੋਂਦਵਾਲ ਸਾਹਿਬ ਇਸੇ ਕਰਕੇ ਲਵਾਇਆ ਵੀ ਸਾਡਾ ਸਮਾਜਿਕ ਭਾਈਚਾਰਾ ਕਾਇਮ ਹੋਵੇ, ਅਸੀਂ ਮੇਲਿਆਂ ਤੇ ਇਕੱਠੇ ਹੋਈਏ, ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰੀਏ। ਸਮਾਜਿਕ ਭਾਈਚਾਰੇ ਦੀ ਕਾਇਮੀ ਬਹੁਤ ਜ਼ਰੂਰੀ ਸੀ। ਉਸ ਸਿਧਾਂਤ ਨੂੰ, ਜੋ ਨਾਮ ਜਪਣ ਵਾਲਾ ਸ਼੍ਰੋਮਣੀ ਸਿਧਾਂਤ ਸੀ, ਉਹਨੂੰ ਚਲਾਉਣ ਵਾਸਤੇ, ਕਿਰਤ ਕਰਨ ਵਾਸਤੇ ਤੇ ਵੰਡ ਕੇ ਛਕਣ ਵਾਸਤੇ। ਸੋ 10 ਪਾਤਸ਼ਾਹੀਆਂ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਦੀ ਜੋਤ 10 ਜਾਮਿਆਂ 'ਚ ਵਰਤੀ, ਇਸੇ ਗੱਲ ਦਾ ਪਹਿਰਾ ਦਿੱਤਾ। ਔਰ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਰਹੀ, ਲੰਗਰ ਦੀ ਸੰਸਥਾ ਚਲਾਈ, ਇਸੇ ਤਰ੍ਹਾਂ ਵਿਦਿਆ ਦੇ ਪ੍ਰਚਾਰ ਲਈ ਉਦਮ ਕੀਤੇ, ਔਰ ਗੁਰੂ ਸਾਹਿਬ ਨੇ ਨਗਰ ਵਸਾਏ। ਜਦੋਂ ਇਹ ਸਾਰਾ ਢਾਂਚਾ ਬਣ ਗਿਆ ਤੇ ਫਿਰ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਹੋਈਆਂ ਸਾਹਮਣੇ ਸਮਾਜ ਦੇ ਉੱਤੇ, ਜਿਵੇਂ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ, 9ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ, ਉਹ ਜਿਹੜਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਵਿਰਸਾ ਸੀ ਗੁਰਮਤ ਦਾ, ਉਹਦੀ ਰਾਖੀ ਵਾਸਤੇ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਨੇ ਜੋ ਖਾਲਸੇ ਪੰਥ ਦੀ ਇੱਕ ਨਿਰੋਲ ਫੌਜ ਤਿਆਰ ਕੀਤੀ। ਸੱਚੇ ਪਾਤਸ਼ਾਹ ਨੇ ਨਿਰਮਲ ਪੰਥ ਚਲਾਇਆ ਸੀ ਤੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸੇ ਨਿਰਮਲ ਪੰਥ ਨੂੰ ਖਾਲਸਾ ਪੰਥ ਦਾ ਸਰੂਪ ਦੇ ਕੇ ਸੰਪੂਰਨ ਕਰ ਦਿੱਤਾ। ਔਰ ਸੰਪੂਰਨਤਾ ਦੇ ਵੇਲੇ ਸੱਚੇ ਪਾਤਸ਼ਾਹ ਜੀ ਨੇ ਸਾਡੀ ਮਰਿਆਦਾ ਵੀ ਕਾਇਮ ਕੀਤੀ, ਨਿਯਮ ਕਾਇਮ ਕੀਤੇ, ਰਹਿਤ ਦਿੱਤੀ, ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ। ਔਰ ਉਹਦੇ ਵਿੱਚ ਜਿਹੜੀ ਉਸ ਵੇਲੇ ਬਹੁਤ ਜ਼ਰੂਰੀ ਲੋੜ ਹੈ, ਅੱਜ ਵੀ ਉਹ ਲੋੜ ਹੈ ਤੇ ਸਦਾ ਰਹਿਣੀ ਹੈ, ਉਹ ਸੈਲਫ ਡਿਫੈਂਸ ਦੀ ਹੈ। ਆਪਣੇ ਧਰਮ ਦੀ, ਆਪਣੇ ਸਮਾਜ ਦੀ, ਆਪਣੇ ਸਰੀਰ ਦੀ ਰੱਖਿਆ ਲਈ ਨਾਲ ਨਾਲ ਵੀਰਤਾ ਦੀ, ਸੂਰਬੀਰ ਬਹਾਦਰੀ ਦੀ ਵੀ ਲੋੜ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਨੇ ਜੋ 6ਵੇਂ ਜਾਮੇ 'ਚ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ, ਉਹ ਸਿਧਾਂਤ ਨਵਾਂ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵੀ ਲਿਖਿਆ ਵੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਸ਼ਹੀਦ ਹੋਣ ਸਮੇਂ ਆਪਣੇ ਨਾਲ ਦੇ ਸਿੱਖਾਂ ਨੂੰ ਸੁਨੇਹਾ ਦੇ ਕੇ ਸ੍ਰੀ ਅੰਮ੍ਰਿਤਸਰ ਭੇਜਿਆ ਸੀ ਕਿ ਪਿਛਲੀਆਂ ਜੋ ਰੀਤੀ ਮਰਿਆਦਾ ਗੁਰੂ ਘਰ ਦੀਆਂ ਨੇ, ਲੰਗਰ ਚਲਾਉਣਾ, ਨਾਮ ਜਪਣਾ, ਕਿਰਤ ਕਰਨੀ, ਉਹ ਸਾਰੀਆਂ ਬਰਕਰਾਰ ਰੱਖਣੀਆਂ ਨੇ। ਕੋਈ ਵੀ ਮਰਿਆਦਾ ਪਿਛਲੀ ਬਦਲਣੀ ਨਹੀਂ, ਖਤਮ ਨਹੀਂ ਕਰਨੀ। ਪਰ ਨਵੀਂ ਰੀਤ, ਨਈ ਰੀਤ, ਇੱਕ ਰਣ ਕੀ ਕੀਜੈ, ਇੱਕ ਨਵਾਂ ਕੰਮ ਜਿਹੜਾ ਹੈ ਉਹ ਧਰਮ ਯੁੱਧ ਦੇ ਵਾਸਤੇ ਫੌਜ ਨੂੰ ਤਿਆਰ ਕੀਤਾ ਜਾਵੇ। ਸੋ 6ਵੇਂ ਜਾਮੇ 'ਚ ਗੁਰੂ ਸਾਹਿਬ ਨੇ ਜਿਹੜੀ ਮਰਿਆਦਾ ਮੀਰੀ ਪੀਰੀ ਦੇ ਸਿਧਾਂਤ ਦੀ ਆਰੰਭ ਕੀਤੀ, ਉਹਦਾ ਸੰਪੂਰਨ ਰੂਪ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਸਮੇਂ ਆ ਕੇ ਹੋਇਆ। ਔਰ ਕਲਗੀਧਰ ਜੀ ਨੇ ਖਾਲਸਾ ਸਾਜ ਕੇ ਉਹਦੇ ਵਿੱਚ ਜਿਹੜਾ ਵੀਰਤਾ ਦਾ ਸੰਚਾਰ ਸੀ ਸਦਾ ਲਈ ਕਾਇਮ ਰਵੇ, ਭਗਤੀ ਵੀ ਨਾਲ ਚੱਲੇ ਔਰ ਸ਼ਕਤੀ ਵੀ ਨਾਲ ਸਿਧਾਂਤਕ ਰੂਪ ਤੇ ਲਿਖਤੀ ਰੂਪ 'ਚ ਸਾਂਭੀ ਰਵੇ। ਮਹਾਰਾਜ ਜੀ ਨੇ ਆਪਣੀ ਵੀਰ ਰਸ ਵਾਲੀ ਬਾਣੀ, ਤੇਜ ਤੇਜ ਜੋ ਚੰਡੀ ਬਾਣੀ,
ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ। ਭਾਈ ਰਤਨ ਸਿੰਘ ਜੀ ਜੋ ਭਾਈ ਮਤਾਬ ਸਿੰਘ ਜੀ ਸ਼ਹੀਦ ਦੇ ਪੋਤਰੇ ਸਨ, ਜਿਨ੍ਹਾਂ ਨੇ ਆਪਣਾ ਪਰਿਵਾਰ ਹੀ ਗੁਰੂ ਖਾਲਸੇ ਦੀ ਸ਼ਾਨ ਲਈ ਵਾਰ ਦਿੱਤਾ, ਉਹਨਾਂ ਸ਼ਹੀਦਾਂ ਨੇ ਗੱਲ ਲਿਖੀ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਨੇ ਕਿ ਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ ਇਸ ਕਰਕੇ ਪੜ੍ਹੀ ਵੀ ਖਾਲਸਾ ਜਿੱਥੇ ਭਗਤੀ ਵਾਲਾ ਹੈ ਉੱਥੇ ਸ਼ਕਤੀ ਵਾਲਾ ਵੀ ਹੋਵੇ, ਸ਼ਾਂਤੀ ਵਾਲਾ ਉੱਥੇ ਨਾਲ ਕ੍ਰਾਂਤੀ ਵਾਲਾ ਹੋਵੇ। ਉਹ ਜਿਹੜਾ ਗੁਰੂ ਪਾਤਸ਼ਾਹ ਦਾ ਵਿਰਸਾ ਹੈ ਗੁਰੂ ਨਾਨਕ ਸਾਹਿਬ ਦਾ, ਉਹਦੀ ਰੱਖਿਆ ਕੀਤੀ ਜਾਵੇ। ਠੀਕ ਹੈ, ਬਹੁਤ ਬਹੁਤ ਧੰਨਵਾਦ। ਮੈਂ ਹੁਣ ਗੁਰਿੰਦਰ ਮਾਨ ਜੀ ਨੂੰ ਇੱਕ ਬੇਨਤੀ ਕਰਾਂਗਾ। ਗੁਰਿੰਦਰ ਮਾਨ ਜੀ, ਅਸੀਂ ਵੇਖ ਰਹੇ ਹਾਂ ਕਿ ਕਮਾਲ ਦੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੇ ਬਿਲਕੁਲ ਸਧਾਰਨ ਤੌਰ ਦੇ ਉੱਤੇ ਗਰੀਬੀ ਦੇ ਵਿੱਚ ਕਹਿ ਲਓ, ਕੋਈ ਉਸ ਤਰ੍ਹਾਂ ਦਾ ਲਾਓ ਲਸ਼ਕਰ ਨਹੀਂ, ਕੋਈ ਫੌਜਾਂ ਨਹੀਂ, ਕੋਈ ਨਾਲ ਕੋਈ ਤਖਤ ਨਹੀਂ, ਪਰ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਆਮ ਤੌਰ ਦੇ ਉੱਤੇ ਉਸਤਤ ਕਰਨ ਵਾਲੇ ਰਾਜਿਆਂ ਦੇ ਮਹਾਰਾਜਿਆਂ ਦੇ ਹੁੰਦੇ ਸੀ, ਪਰ ਇਹ ਕਿਤਨੀ ਕਮਾਲ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਜਿਨ੍ਹਾਂ ਕੋਲ ਕੋਈ ਦੁਨਿਆਵੀ ਜਿਹਨੂੰ ਪੋਲੀਟੀਕਲ ਪਾਵਰ ਹੈ, ਰਾਜਨੀਤਿਕ ਤਾਕਤ ਨਾ ਹੁੰਦਿਆਂ ਅਧਿਆਤਮਕ ਤਾਕਤ ਰੂਹਾਨੀਅਤ ਸੀ, ਪਰ ਕਿਤਨਾ ਲਿਟਰੇਚਰ, ਕੋਈ ਮਹਿਮਾ ਪ੍ਰਕਾਸ਼ ਲਿਖ ਦਿੱਤੇ, ਹੋਰ ਕਿੰਨਾ ਲਿਟਰੇਚਰ ਜਿਹੜਾ ਹੈਗਾ, ਸਾਖੀਆਂ ਲਿਖ ਦਿੱਤੀਆਂ, ਵੱਖ-ਵੱਖ ਕਵੀਆਂ ਨੇ, ਲੇਖਕਾਂ ਨੇ ਗੁਰੂ ਸਾਹਿਬ ਦੇ ਬਾਰੇ ਇੰਨਾ ਕੁਝ ਲਿਖ ਦਿੱਤਾ। ਇਹ ਤਾਂ ਖੈਰ ਡਾਕਟਰ ਸਾਹਿਬ ਦੱਸਣਗੇ ਕਿ ਉਹ ਕਿਉਂ ਲਿਖਿਆ, ਆਖਰ ਉਹਨਾਂ ਨੇ ਕਿਹੜੀ ਚੀਜ਼ ਦੇਖੀ, ਕਿਉਂਕਿ ਉਹਨਾਂ ਕੋਲ ਦੁਨਿਆਵੀ ਤੌਰ ਦੇ ਉੱਤੇ ਤੇ ਕੁਝ ਨਹੀਂ ਸੀ ਮਿਲਣਾ। ਪਰ ਤੁਸੀਂ ਇਹ ਦੱਸੋ ਕਿ ਕੀ ਅੰਗਰੇਜ਼ਾਂ ਨੇ ਵੀ, ਕਿਉਂਕਿ ਉਹਨਾਂ ਨੇ ਸਿੱਖ ਇਤਿਹਾਸ ਨੂੰ ਬੜੀ ਪੂਰੀ ਤਰ੍ਹਾਂ ਵਾਚਿਆ, ਬਹੁਤ ਦੇਖਿਆ, ਕੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤਾਂ ਬਹੁਤ ਕੁਝ ਲਿਖਿਆ, ਬਹੁਤ ਕੁਝ ਦੇਖਿਆ, ਉਹਨਾਂ ਨੇ ਉਹਦਾ ਤਰਜਮਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੰਗਰੇਜ਼ਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਨੂੰ ਵੀ ਧਿਆਨ ਦਿੱਤਾ, ਉਹਦੇ ਤੇ ਵੀ ਉਹਨਾਂ ਨੇ ਕੋਈ ਤਰਜਮਾ ਕਰਨ ਦੀ ਜਾਂ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਲਈ ਕੀ ਤੁਹਾਡੇ ਕੋਲ ਇਨਫੋਰਮੇਸ਼ਨ? ਹਾਂਜੀ, ਤਾਂ ਇੰਨੀ ਗੱਲ ਸੀਗੀ ਜਿੱਦਾਂ ਬ੍ਰਿਟਿਸ਼ ਜਦੋਂ ਆਏ ਸੀਗੇ ਧਰਤੀ ਤੇ ਇੰਡੀਆ ਦੇ ਵਿੱਚ, ਸਾਨੂੰ ਐਕਸਪਲੇਨ ਕਰਨਾ ਚਾਹੀਦਾ, ਡਿਫਰੈਂਟ ਲੈਵਲ ਵੀ ਹੁੰਦੇ ਸੀਗੇ। ਪਹਿਲਾਂ ਈਸਟ ਇੰਡੀਆ ਕੰਪਨੀ ਜਿਹੜੀ ਆਈ ਸੀਗੀ, ਉਹਨਾਂ ਨੇ ਜਿੱਦਾਂ, ਉਹ ਤਾਂ ਟ੍ਰੇਡ ਵਾਸਤੇ ਆਈ ਸੀਗੀ, ਉਹਨਾਂ ਨੇ ਜਿੱਦਾਂ ਰਿਸੋਰਸਿਸ ਕੱਢਣੇ ਸੀਗੇ, ਮਿਨਰਲਸ ਕੱਢਣੇ ਸੀਗੇ। ਉੱਦਾਂ ਲੇਟਰ ਔਨ ਈਸਟਰਨ ਇੰਡੀਆ ਦੀ ਕੰਪਨੀ ਤੋਂ ਮਗਰੋਂ ਫਿਰ ਮਿਸ਼ਨਰੀ ਵੀ ਆਏ ਸੀਗੇ, ਕ੍ਰਿਸਚੀਅਨ ਮਿਸ਼ਨਰੀ ਜਿਸ ਕਹਿ ਦੋ, ਫਿਰ ਉਹ ਤੋਂ ਮਗਰੋਂ ਫਿਰ ਟਰੈਵਲਰਸ ਵੀ ਆ ਗਏ ਸੀਗੇ, ਫਿਰ ਰਾਈਟਰਸ ਵੀ ਆ ਗਏ ਸੀਗੇ ਉਹ ਤੋਂ ਮਗਰੋਂ। ਤਾਂ 3-4 ਡਿਸਕ੍ਰਿਪਸ਼ਨ ਜਾਏ ਸਾਨੂੰ ਮਿਲ ਜਾਂਦੇ ਆ ਬ੍ਰਿਟਿਸ਼। ਆਪਾਂ ਇੱਕ ਨਹੀਂ ਕਹਿ ਸਕਦੇ ਬ੍ਰਿਟਿਸ਼ ਹੀ, ਬਸ ਸਾਨੂੰ ਡਿਫਾਈਨ ਕਰਨਾ ਪੈਂਦਾ ਆ ਕੌਣ ਬ੍ਰਿਟਿਸ਼ ਸੀਗੇ, ਕਿੱਦਾਂ ਲਿਖਦੇ ਸੀਗੇ, ਕਿਹਦੇ ਪੋਜੀਸ਼ਨ ਤੋਂ ਵੀ ਲਿਖਦੇ ਵੀ ਸੀਗੇ। ਤਾਂ ਮੁੱਢ ਤੋਂ ਜਿੱਦਾਂ ਬੈਸਟ ਡਿਸਕ੍ਰਿਪਸ਼ਨ ਜਿਹੜੀ ਸਾਡੀ ਹੈਗੀ ਆ ਜਦੋਂ ਬ੍ਰਿਟਿਸ਼ ਆਣੇ ਦੀ ਹੈਗੀ ਆ ਮੈਲਕਮ ਦੀ ਜੀ, ਉਹ ਸ਼ੁਰੂ ਹੁੰਦੀ ਆ ਜਿੱਦਾਂ 19th ਸੈਂਚੁਰੀ ਤੋਂ ਸ਼ੁਰੂ ਹੁੰਦੀ ਆ। ਫਿਰ ਮੈਲਕਮ ਜਿਹੜਾ ਹੈਗਾ ਆ ਉਹ ਜਿੱਦਾਂ ਜਾਂਦਾ ਆ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ, ਤਾਂ ਜਦੋਂ ਉਹ ਟਾਈਮ ਦੇ ਵਿੱਚ ਪੰਜਾਬ ਵਿੱਚ ਹੈਗਾ ਆ, ਉਹ ਜਿੱਦਾਂ ਡਿਸਕ੍ਰਿਪਸ਼ਨ ਦਿੰਦਾ ਆ ਪੰਜਾਬ ਵਾਸਤੇ, ਉਹ ਸਿੱਖੀ ਵਾਸਤੇ ਵੀ ਦਿੰਦਾ ਆ, ਉਹ ਜਿੱਦਾਂ ਬਾਣੀ ਵੀ ਜਿੱਦਾਂ ਕੋਟ ਵੀ ਕਰਦਾ ਆ। ਉਹਦੇ ਵਿੱਚ ਉਹ ਦੱਸਦਾ ਆ ਜਿੱਦਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਜਦੋਂ ਗਿਆ ਸੀਗਾ ਦੇਖਣ, ਮਰਿਆਦਾ ਦੇਖਣ, ਉੱਥੇ ਕੀ ਹੁੰਦਾ ਸੀਗਾ ਜੀ, ਉਹ ਦੱਸਦਾ ਆ ਉੱਥੇ ਅਕਾਲੀਆਂ ਦਾ ਰੂਲ ਕਿੱਦਾਂ, ਰਾਜ ਕਿੱਦਾਂ ਹੁੰਦਾ ਸੀਗਾ ਅਕਾਲੀਆਂ ਦਾ। ਅਕਾਲੀਆਂ ਦਾ ਮੈਂ ਅਕਾਲੀ ਨਿਹੰਗ ਸਿੰਘ ਵਾਸਤੇ, ਹਾਂ ਅਕਾਲੀ ਨਿਹੰਗ ਸਿੰਘ ਵਾਸਤੇ। ਤਾਂ ਉੱਥੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਹਿਲਾਂ ਦੱਸਦਾ ਆ, ਉਹ ਉਹਨਾਂ ਨੂੰ ਉੱਥੇ ਪ੍ਰਕਾਸ਼ ਕਰਦੇ ਹੁੰਦੇ ਸੀਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ, ਨਾ ਸ੍ਰੀ ਦਸ ਗ੍ਰੰਥ ਸਾਹਿਬ ਵਾਸਤੇ ਵੀ। ਨਾ ਇਹ ਬਹੁਤ ਇੰਪੋਰਟੈਂਟ ਚੀਜ਼ ਆ। ਜਿੱਦਾਂ ਸਭ ਲੋਕ ਕਹਿੰਦੇ ਹੁੰਦੇ ਆ ਸਾਨੂੰ ਬ੍ਰਿਟਿਸ਼ ਵਾਸਤੇ ਸਾਨੂੰ ਇੰਨਾ ਧਿਆਨ ਨਹੀਂ ਦੇਣੀ ਚਾਹੀਦੀ ਕਿ ਕੀ ਕਹਿੰਦੇ ਕੀ ਨਹੀਂ ਕਹਿੰਦੇ, ਉੱਦਾਂ ਮੈਲਕਮ ਜਿਹੜੀ ਚੰਗੀ ਚੀਜ਼ ਮੈਲਕਮ ਕਹਿੰਦੀ ਆ, ਨਾਲੇ ਉਹ ਵੀ ਹੋਰ ਵੀ ਸੈਕੰਡ ਡਿਸਕ੍ਰਿਪਸ਼ਨ ਉਹ ਵੀ ਦਿੰਦਾ ਆ, ਜਦੋਂ ਕਹਿੰਦਾ ਆ ਜਦੋਂ ਸਾਰੇ ਖਾਲਸਾ ਫੌਜ ਜਦੋਂ ਮਿਲਦੇ ਹੁੰਦੇ ਸੀਗੇ ਦੀਵਾਲੀ ਦੇ ਟਾਈਮ ਤੇ, ਤਾਂ ਵਿਸਾਖੀ ਦੇ ਟਾਈਮ ਤੇ ਵੀ, ਉਦੋਂ ਸਾਰੇ ਜਿੱਦਾਂ ਸਿੰਘ ਜਿਹੜੇ ਹੁੰਦੇ ਸੀ ਇਕੱਠੇ ਬਹਿੰਦੇ ਹੁੰਦੇ ਸੀਗੇ, ਉਹ ਬਹਿੰਦੇ ਵੀ ਸੀਗੇ ਜਦੋਂ ਪ੍ਰਕਾਸ਼ ਦੋ ਗ੍ਰੰਥ ਵਾਸਤੇ ਵੀ। ਤਾਂ ਇਹ ਗੱਲ ਹੈਗੀ ਆ। ਤਾਂ ਸਭ ਲੋਕ ਕਹਿੰਦੇ ਆ ਮੈਲਕਮ ਐਕੂਰੇਟ ਨਹੀਂ ਹੋ ਸਕਦਾ ਜੀ। ਉੱਦਾਂ ਜੇ ਆਪਾਂ ਇਤਿਹਾਸ ਵੀ ਦੇਖੋ, ਸਾਨੂੰ ਪਤਾ ਅਕਾਲੀ ਫੂਲਾ ਸਿੰਘ ਦਾ ਟਾਈਮ ਸੀਗਾ ਜੀ, ਨਿਹੰਗ ਸਿੰਘਾਂ ਦਾ ਪਹਿਲਾਂ ਜਿੱਦਾਂ ਪਰਿਵਾਰ ਹੈਗਾ, ਜਿੱਦਾਂ ਉਹਨਾਂ ਦਾ ਸਿਚੁਏਸ਼ਨ ਪਹਿਲਾਂ ਉਹਨਾਂ ਦਾ ਉਦੋਂ ਤੋਂ ਹੀ ਆ ਗੁਰਦੁਆਰੇ ਦਾ ਰੈਸਟੋਰੇਸ਼ਨ ਠੀਕ ਕਰਨ ਨੂੰ ਮਰਿਆਦਾ ਵਾਸਤੇ। ਤਾਂ ਅਕਾਲੀ ਫੂਲਾ ਸਿੰਘ ਉਹ ਟਾਈਮ ਤੇ ਸੀਗਾ, ਤਾਂ ਮਰਿਆਦਾ ਬਹੁਤ 2 ਹੀ ਗ੍ਰੰਥਾਂ ਦਾ ਹੁੰਦਾ ਸੀਗਾ ਉਹ ਟਾਈਮ ਤੇ।
ਤਾਂ ਇਹ ਪਹਿਲਾਂ ਆਪਾਂ ਕਹਿ ਸਕਦੇ ਹਾਂ ਪਹਿਲਾਂ ਸਟਾਰਟਿੰਗ ਪੁਆਇੰਟ ਆ। ਠੀਕ ਹੈ, ਸ੍ਰੀ ਬਹੁਤ ਦਸ ਬਹੁਤ ਗ੍ਰੰਥ ਸਾਹਿਬ ਧੰਨਵਾਦ। ਵਾਸਤੇ। ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਮਿਸ਼ਨਰੀ ਆਏ, ਅਸਲ ਵਿੱਚ ਵਾਕਈ ਜਿਹੜਾ ਡਿਕਸ਼ਨਰੀ ਮੀਨਿੰਗ ਵੀ ਮਿਸ਼ਨਰੀ ਦਾ ਜੋ ਲਿਖਿਆ ਸੀ, ਜਿਵੇਂ ਮਿਸ਼ਨ ਹੁੰਦਾ ਹੈ ਕਿਸੇ ਕੰਟਰੀਜ਼ ਦੇ ਵੀ ਹੁੰਦੇ ਹੈ, ਕਿਸੇ ਦੂਜੇ ਦੇ ਇਲਾਕੇ ਵਿੱਚ ਜਾ ਕੇ ਉਹਦੇ ਧਰਮ ਨੂੰ ਤਬਦੀਲ ਕਰਨ ਵਾਲੇ ਨੂੰ ਮਿਸ਼ਨਰੀ ਕਿਹਾ ਜਾਂਦਾ ਹੈ। ਆਪਣੇ ਧਰਮ ਦੇ ਅੰਦਰ ਪ੍ਰਚਾਰ ਕਰਨ ਵਾਲੇ ਨੂੰ ਮਿਸ਼ਨਰੀ ਨਹੀਂ ਕਿਹਾ ਜਾਂਦਾ, ਉਹਨੂੰ ਪ੍ਰਚਾਰਕ ਕਿਹਾ ਜਾਂਦਾ ਹੈ। ਖੈਰ ਉਹ ਇੱਕ ਵੱਖਰਾ ਵਿਸ਼ਾ ਤੇ ਬਹੁਤ ਬਹੁਤ ਧੰਨਵਾਦ। ਤੇ ਇੱਕ ਵਕਫਾ ਲਵਾਂਗੇ ਔਰ ਉਸ ਤੋਂ ਬਾਅਦ ਅਸੀਂ ਮੁੜ ਹਾਜ਼ਰ ਹੋਵਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਪੂਰਾ ਪ੍ਰੋਗਰਾਮ, ਪੂਰਾ ਸਮਾਗਮ ਕੱਲ 222 ਕੁਈਨਸ ਵਿਲੇਜ ਵਿੱਚ ਹੋਏਗਾ, ਗੁਰਦੁਆਰਾ ਸਾਹਿਬ ਵਿੱਚ, ਜਿਹਦੇ ਵਿੱਚ ਇਹ ਪੰਥ ਦੇ ਵਿਦਵਾਨ ਉਹਦੇ ਵਿੱਚ ਹਾਜ਼ਰੀ ਭਰਨਗੇ ਔਰ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਵੀ ਦੇਣਗੇ। ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਣ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ lamba@getpunjabi.tv ਦੇ ਉੱਤੇ, ਤਾਂ ਕਿ ਉਹ ਸਵਾਲ ਵੀ ਅਤੇ ਹੋਰ ਵੀ ਜੋ ਹੋਣ ਅਸੀਂ ਉਹ ਸਾਰਿਆਂ ਬਾਰੇ ਜਾਣਕਾਰੀ ਹਾਸਲ ਕਰ ਸਕੀਏ। ਜਿਵੇਂ ਪਹਿਲੇ ਮਰਹਲੇ ਦੇ ਵਿੱਚ, ਪਹਿਲੇ ਸੈਗਮੈਂਟ ਵਿੱਚ ਅਸੀਂ ਵੇਖਿਆ ਕਿ ਕਿਵੇਂ ਅੰਮ੍ਰਿਤ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਉਹ ਬਾਣੀ ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਔਰ ਉਸ ਬਾਣੀ ਦੇ ਵਿੱਚ ਸਾਰੀ ਦੀ ਸਾਰੀ ਬਾਣੀ ਦੇ ਵਿੱਚ ਮੰਗਲ, ਕਿਉਂਕਿ ਆਮ ਤੌਰ ਦੇ ਉੱਤੇ ਇੱਕ ਪਰਿਪਾਟੀ ਹੈ, ਇੱਕ ਸਿਸਟਮ ਹੈ, ਜਿਹੜਾ ਮੰਗਲ ਕੀਤਾ ਜਾਂਦਾ ਹੈ ਉਹ ਆਪਣੇ ਇਸ਼ਟ ਦਾ ਕੀਤਾ ਜਾਂਦਾ ਹੈ, ਆਪਣੇ ਮਾਲਕ ਦਾ ਕੀਤਾ ਜਾਂਦਾ ਹੈ। ਜੇਕਰ ਗੁਰੂ ਸਾਹਿਬ ਨੇ, ਸਾਰੇ ਗੁਰੂ ਸਾਹਿਬ ਨੇ ਕੀਤਾ ਹੈ ਮੰਗਲ, ਤਾਂ ਉਹ ਅਕਾਲ ਪੁਰਖ ਦਾ ਕੀਤਾ ਹੈ, ਨਾ ਭਾਵੇਂ ਜਿਹੜਾ ਮਰਜ਼ੀ ਵਰਤਿਆ। ਭੱਟਾ ਨੇ ਗੁਰੂ ਸਾਹਿਬ ਦੀ ਉਸਤਤ ਕੀਤੀ ਹੈ ਜਦੋਂ ਵੀ ਕੀਤੀ ਹੈ, ਜਦੋਂ ਉਹਨਾਂ ਦੀ ਬਾਣੀ ਆਉਂਦੀ ਹੈ। ਪਰ ਸ੍ਰੀ ਦਸਮ ਗ੍ਰੰਥ ਸਾਹਿਬ, ਇਹ ਜੋ ਵੱਡ ਆਕਾਰੀ ਰਚਨਾ ਹੈ, ਇਸ ਦੇ ਵਿੱਚ ਮੰਗਲ ਕਿਸ ਦਾ ਹੈ? ਕਿ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਹੈ, ਕਿਧਰੇ ਇੱਕ ਲਫ਼ਜ਼ ਵੀ ਗੁਰੂ ਸਾਹਿਬ ਦੀ ਉਸਤਤ ਦਾ ਹੈ, ਜਾਂ ਉਸ ਦੇ ਵਿੱਚ ਸਤੁਤੀ ਕਿਸ ਦੀ ਹੈ, ਆਰਾਧਨਾ ਕਿਸ ਦੀ ਹੈ, ਮੰਗਲ ਕਿਸ ਦਾ ਹੈ? ਕਿਉਂਕਿ ਸਾਡੇ ਕੋਲ ਜਿੰਨੇ ਵੀ ਕਵੀਆਂ ਦੀ, ਗੁਰੂ ਸਾਹਿਬ ਦੇ ਕਵੀਆਂ ਦੀ ਰਚਨਾਵਾਂ ਹਨ ਜਿਹੜੀਆਂ ਮੌਜੂਦ ਹਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਪੰਜਾਬੀ ਯੂਨੀਵਰਸਿਟੀ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਦੇ ਉਹਨਾਂ ਕਵੀਆਂ ਦੀ ਰਚਨਾ ਇਕੱਤਰ ਕਰਕੇ ਛਾਪ ਦਿੱਤੀ ਹੈ। ਪਰ ਉਹਨਾਂ ਵਿੱਚ ਇੱਕ ਚੀਜ਼ ਬੜੀ ਕਮਾਲ ਦੀ ਹੈ, ਹਰ ਰਚਨਾ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੰਦਨਾ ਹੈ, ਉਹਨਾਂ ਦੀ ਆਰਾਧਨਾ ਹੈ। ਹਿੰਦੂ ਗ੍ਰੰਥਾਂ ਦੇ ਵਿੱਚ ਆਰਾਧਨਾ ਸ਼੍ਰੀ ਗਣੇਸ਼ ਦੀ ਹੈ, ਸ਼੍ਰੀ ਗਣੇਸ਼ਾਇਆ ਨਮः, ਜਾਂ ਸਰਸਵਤੀ ਦੀ ਵੰਦਨਾ ਹੈ। ਪਰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦੋ ਸਵਾਲ ਬੜੇ ਮੁੱਢਲੇ, ਉਸ ਦੇ ਵਿੱਚ ਵੰਦਨਾ ਕਿਹਦੀ ਹੈ, ਮੰਗਲ ਕਿਸ ਦਾ ਹੈ, ਔਰ ਕੀ ਪੂਰੇ ਦਸਮ ਗ੍ਰੰਥ ਦੇ ਵਿੱਚ ਕਿਧਰੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਜਾਂ ਉਹਨਾਂ ਦੀ ਵੰਦਨਾ ਹੈ? ਇਹ ਬੜਾ ਕਿਸੇ ਵੀ ਗ੍ਰੰਥ ਨੂੰ ਵੇਖਣ ਦਾ, ਵਾਚਣ ਦਾ, ਸਮਝਣ ਦਾ ਇਹ ਬੁਨਿਆਦੀ ਨੁਕਤਾ ਹੁੰਦਾ ਹੈ। ਔਰ ਮੇਰਾ ਖਿਆਲ ਹੈ ਇਸ ਦਾ ਜਵਾਬ ਸਾਨੂੰ ਡਾਕਟਰ ਜੋਤ ਸਿੰਘ ਜੀ ਤੋਂ ਬਿਹਤਰ ਕੋਈ ਨਹੀਂ ਦੇ ਸਕੇਗਾ। ਡਾਕਟਰ ਸਾਹਿਬ ਜੀ, ਇਹਦੇ ਬਾਰੇ ਤੁਸੀਂ ਕੁਝ ਸਾਨੂੰ ਸਮਝਾ ਸਕੋ। ਇਹ ਦਰਅਸਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀਂ ਤੇ ਆਇਆ ਹੈ, ਲੇਕਿਨ ਮੰਗਲ ਜਿਹੜਾ ਹੈ ਉਹ ਜਾਂ ਤੇ ਪਰਮਾਤਮਾ ਦਾ ਹੀ ਹੈ ਜੀ, ਜਾਂ ਫਿਰ ਪਰਮਾਤਮਾ ਦੇ ਰੂਪ ਵਿੱਚ ਜਿਸ ਚੀਜ਼ ਨੂੰ ਦੇਖਿਆ ਗਿਆ ਹੈ ਜੀ, ਉਹਦਾ ਹੈ ਜੀ। ਬਚਿੱਤਰ ਨਾਟਕ ਦੀ ਜਿਹੜੀ ਰਚਨਾ ਹੈ ਜੀ, ਉਹਦੇ ਵਿੱਚ ਦਰਅਸਲ ਸਭ ਤੋਂ ਪਹਿਲਾਂ ਜਿਹੜਾ ਉਹਦਾ ਆਰੰਭ ਹੀ ਹੈ ਜੀ, ਉਹ ਆਰੰਭ ਇਸ ਤਰ੍ਹਾਂ ਹੈ ਕਿ ਨਮਸਕਾਰ ਸ੍ਰੀ ਖੜਕ ਕੋ ਕਰੋ ਸੋ ਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥੇ ਤੁਮ ਮੋਇ ਕਰੋ ਸਹਾਏ। ਹੁਣ ਇਸ ਬੜੀ ਹੈਰਾਨਗੀ ਦੀ ਗੱਲ ਹੈ ਕਿ ਹਜ਼ਾਰਾਂ ਸਾਲ, ਸੈਂਕੜੇ ਸਾਲ, ਹਜ਼ਾਰਾਂ ਸਾਲ ਦੇ ਇਤਿਹਾਸ ਵਿੱਚ ਭਾਰਤ ਵਿੱਚ ਜਦੋਂ ਵੀ ਕੋਈ ਰਚਨਾ ਵੱਡੀ ਹੋਈ ਹੈ ਜਾਂ ਕਿਸੇ ਨੇ ਕੀਤੀ ਹੈ ਤੇ ਉਹ ਸਭ ਤੋਂ ਪਹਿਲਾਂ ਸਰਸਵਤੀ ਦੀ ਵੰਦਨਾ ਕਰਦਾ ਹੈ। ਜੀ,
ਜੀ ਸਰਸਵਤੀ ਤੋਂ ਬਾਅਦ ਫਿਰ ਉਹ ਰਾਜੇ ਦੀ ਵੰਦਨਾ ਕਰਦਾ ਹੈ। ਰਾਜੇ ਤੋਂ ਬਾਅਦ ਫਿਰ ਉਹ ਦਰਅਸਲ ਆਪਣਾ ਜੇ ਕੋਈ ਹੋਰ ਇਸ਼ਟ ਹੈ, ਉਹ ਵੱਡਾ ਆਦਮੀ ਹੈ, ਉਸ ਦੀ ਵੰਦਨਾ ਕਰਦਾ ਹੈ ਜੀ ਤੇ ਫਿਰ ਉਹ ਗ੍ਰੰਥ ਸ਼ੁਰੂ ਹੁੰਦਾ ਹੈ। ਔਰ ਇਹ ਬਿਲਕੁਲ ਇੱਕਦਮ ਰੀਤ ਇਹਨਾਂ ਨੇ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਰੀਤ ਨੂੰ ਨਾ ਚਲਾਉਂਦਿਆਂ ਹੋਇਆ ਆਪਣੇ ਹਿਸਾਬ ਨਾਲ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਵੰਦਨਾ ਹੈ ਜਾਂ ਜਿਹੜਾ ਮੰਗਲ ਹੈ ਜੀ। ਉਹ ਖੜਗ ਦਾ ਕੀਤਾ ਹੈ। ਜੀ 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 ਕਿਉਂਕਿ ਖੜਗ ਦੀ ਬੜੀ ਜ਼ਰੂਰਤ ਸੀ ਔਰ ਦਰਅਸਲ ਗੁਰੂ ਨਾਨਕ ਸਾਹਿਬ ਨੇ ਵੀ ਘੁੰਮ ਕੇ ਦੇਖਿਆ ਸੀ ਜੀ ਤੇ ਇਹ ਉਚਾਰਨ ਕੀਤਾ ਸੀ ਕਿ ਖੱਤਰੀਆਂ ਦਾ ਧਰਮ ਛੋੜਿਆ ਮਲੇਛ ਭਾਖਿਆ ਗਈ, ਜੀ ਸ੍ਰਿਸ਼ਟ ਸਭ ਇੱਕ ਵਰਣ ਹੋਈ ਧਰਮ ਕੀ ਗਤ ਰਹੀ। ਜੀ ਤੋ ਖੱਤਰੀਆਂ ਛਤਰੀਆਂ ਦਾ ਜਿਹੜਾ ਕੰਮ ਸੀ ਤਲਵਾਰ ਦੇ ਨਾਲ, ਤਲਵਾਰ ਦੇ ਬਲ ਬਾਹੂਬਲ ਦੇ ਨਾਲ ਸੁਰੱਖਿਆ ਕਰਨੀ ਸਾਰਿਆਂ ਦੀ ਤੇ ਆਪਣੀ ਵੀ ਸੁਰੱਖਿਆ, ਤੇ ਉਹ ਜਿਹੜਾ ਸੀ ਉਹ ਖਤਮ ਹੋ ਚੁੱਕਾ ਸੀ। ਬਲਕਿ ਹਾਲਤ ਇਹ ਹੋ ਚੁੱਕੀ ਸੀ ਕਿ ਗੁਰੂ ਸਾਹਿਬ ਨੂੰ ਲਿਖਣਾ ਪਿਆ ਵੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਜੀ ਲੋਕ ਆਪਣੀ ਬੋਲੀ ਹੀ ਛੱਡ ਗਏ ਸੀ ਜੀ 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 ਤੇ ਮੀਆਂ ਸਾਹਿਬ ਮਤਲਬ ਕਰਕੇ ਇੱਕ ਦੂਸਰੇ ਨੂੰ, ਮਿਰਜ਼ਾ ਰਾਜਾ ਜੈ ਸਿੰਘ ਜਿਹੜਾ ਸੀ ਜੀ ਰਾਜਪੂਤ ਰਾਜਾ, ਉਹਦੇ ਨਾਂ ਦੇ ਨਾਲ ਮਿਰਜ਼ਾ ਮਤਲਬ ਲਫ਼ਜ਼ ਜਿਹੜਾ ਜੁੜਿਆ, ਇਹਦਾ ਮਤਲਬ ਇਹ ਪੂਰੀ ਤਰ੍ਹਾਂ ਇਹ ਲੋਕ ਸਾਰੇ ਸਰੈਂਡਰ ਹੋ ਚੁੱਕੇ ਸਨ। ਜੀ ਔਰ ਇਹਨਾਂ ਸਾਰਿਆਂ ਦਾ ਕਾਰਨ ਇਹੋ ਹੀ ਸੀ ਜੀ ਕਿ ਬ੍ਰਾਹਮਣ ਜਿਹੜਾ ਸੀ ਉਹ ਆਪਣੇ ਹਿਸਾਬ ਨਾਲ ਜਿਹੜਾ ਪੂਜਾ ਪਾਠ ਦਾ ਕੰਮ ਕਰਦਾ ਸੀ। ਲੇਕਿਨ ਹਾਲਤ ਇਹ ਸੀ ਕਿ ਜਦੋਂ ਰਾਜੇ ਦੇ ਦਰਬਾਰ ਦੇ ਵਿੱਚ, ਮੁਗਲ ਬਾਦਸ਼ਾਹਾਂ ਦੇ ਦਰਬਾਰ ਵਿੱਚ ਹੀ ਜਾਂਦੇ ਸੀਗੇ ਤੇ ਗੁਰੂ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੂੰ ਲਿਖਣਾ ਪਿਆ ਵੀ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਭਾਈ। ਅੰਤਰ ਤੇ ਰਾਮ ਰਾਮ ਚੱਲ ਰਿਹਾ ਹੈ, ਪੂਜਾ ਚੱਲ ਰਹੀ ਹੈ, ਲੇਕਿਨ ਬਾਦਸ਼ਾਹ ਦੇ ਸਾਹਮਣੇ ਜੋ ਉੱਥੇ ਹੋ ਰਿਹਾ ਹੈ ਉਹ ਮਤਲਬ ਕਤੇਬ ਦਾ, ਜਿਸ ਦਾ ਵੀ ਕੁਰਾਨ ਸ਼ਰੀਫ ਦਾ ਜਾਂ ਹੋਰ ਕਿਸੇ ਦੀ ਵਿਆਖਿਆ, ਉਹ ਫਿਰ ਬਾਹਰੋਂ ਮਤਲਬ ਇੱਕਦਮ ਦਿਖਾਵੇ ਦੇ ਤੌਰ ਤੇ ਉਹਦੇ ਅੱਗੇ ਨਤਮਸਤਕ ਹੋ ਰਹੇ ਹਨ ਤੇ ਅੰਦਰ ਰਾਮ ਰਾਮ ਚੱਲ ਰਹੀ ਹੈ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਛੋਡੀ ਲੈ ਪਖੰਡਾ, ਇਹ ਡੂਅਲ ਪਰਸਨੈਲਿਟੀ ਦੇ ਨਾਲ ਤੁਸੀਂ ਕਿੰਨਾ ਕੁ ਚਿਰ ਜੀ ਸਕੋਗੇ। ਤੁਸੀਂ ਇਸ ਪਖੰਡ ਨੂੰ ਛੱਡੋ, ਛੋਡੀ ਲੈ ਪਖੰਡਾ ਨਾਮ ਲਈਏ ਜਾਏ ਤਰਨ ਦਾ। ਔਰ ਉਹ ਸਾਰੀ ਮੁਹਿੰਮ ਜਦੋਂ ਚਲਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਆਉਂਦੀ ਹੈ ਤੇ ਫਿਰ ਉਹਨਾਂ ਨੇ ਉਸ ਸਾਰੀ ਪਰੰਪਰਾ ਨੂੰ ਉਲਟਾ ਕੇ ਬੜੇ ਸਿੱਧੇ ਔਰ ਸਪਸ਼ਟ ਰੂਪ ਦੇ ਵਿੱਚ ਖੜਗ ਦੀ ਗੱਲ ਜਿਹੜੀ ਹੈ ਉਹ ਕੀਤੀ ਹੈ। ਔਰ ਖੜਗ ਦੀ ਗੱਲ ਇਸ ਕਰਕੇ ਵੀ ਕੀਤੀ ਹੈ ਕਿ ਉਹਦੇ ਚਿੰਨ੍ਹ ਦਿੱਤੇ ਨੇ ਕਿ ਖਗ ਖੰਡ ਬਿਹੰਡੰ ਖਲਦਲ ਖੰਡੰ ਅਧਿਰਣ ਮੰਡੰ ਬਰ ਬੱਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤੀ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਣੰ ਦੁਰਮਤ ਧਰਣੰ ਜੀ ਕਿਲਵਿਕ ਹਰਣੰ ਅਸि ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟੋ ਵਾਰਣ ਮਮ ਪ੍ਰਤਿਪਾਰਣ ਜੈ ਤੇਗ। ਕਿ ਇਹ ਤੇਗ ਜਿਹੜੀ ਹੈ ਇਸੇ ਨੇ ਹੀ ਦਰਅਸਲ ਕੰਮ ਦੇਣਾ ਹੈ ਔਰ ਇਹ ਸਵਾਭਿਮਾਨ ਦੀ ਰੱਖਿਆ ਵੀ ਇਸੇ ਨਹੀਂ ਕਰਨੀ ਹੈ। ਤੇ ਇਸ ਕਰਕੇ ਉਹਨਾਂ ਨੇ ਬਚਿੱਤਰ ਨਾਟਕ ਜਿਹੜਾ ਗ੍ਰੰਥ ਹੈ ਉਹ ਸਾਰੇ ਦੀ ਰਚਨਾ ਕੀਤੀ, ਜਿਹਦੇ ਵਿੱਚ ਭੰਗਾਣੀ ਦਾ ਯੁੱਧ ਵੀ ਹੈ, ਜਿਹਦੇ ਵਿੱਚ ਕਵੀ ਦਾ ਕੁੱਲ ਜਨਮ ਜਿਹੜਾ ਹੈ ਉਹ ਵੀ ਅਕਾਲ ਪੁਰਖ ਦੀ ਵੀ ਉਸਤਤ ਇਸੇ ਵਿੱਚ ਹੀ ਹੈ। ਤੇ ਨਦਾਉਣ ਦਾ ਯੁੱਧ, ਹੁਸੈਨੀ ਯੁੱਧ ਤੇ ਸ਼ਹਿਜ਼ਾਦੇ ਦਾ ਆਗਮਨ, ਮੌਜ਼ਮ ਦਾ ਪੰਜਾਬ ਆਗਮਨ ਆਉਣ ਦਾ, ਇਹ ਸਾਰੀਆਂ ਰਚਨਾਵਾਂ ਇਹਦੇ ਵਿੱਚ। ਔਰ ਜੰਗਾਂ ਯੁੱਧਾਂ ਦਾ ਫਿਰ ਵਰਣਨ ਕਰਦੇ ਹੋਏ ਲੋਕਾਂ ਨੂੰ ਮਤਲਬ ਇੱਕ ਨਵਾਂ ਇੱਕ ਕਨਸੈਪਟ ਦਿੱਤਾ ਕਿ ਸ਼ਾਸਤਰ ਨੂੰ ਸ਼ਸਤਰ ਦੇ ਨਾਲ ਜੁੜਨਾ ਪਏਗਾ। ਕੱਲਾ ਸ਼ਸਤਰ ਵੀ ਕੰਮ ਨਹੀਂ ਕਰਦਾ ਤੇ ਕੱਲਾ ਸ਼ਾਸਤਰ ਵੀ ਕੰਮ ਨਹੀਂ ਕਰਦਾ, ਤੇ ਇਹ ਦੋਵਾਂ ਨੂੰ ਨਾਲ ਜੋੜਨ ਵਾਸਤੇ ਉਹਨਾਂ ਨੇ ਫਿਰ ਦਸਮ ਗ੍ਰੰਥ ਦੀਆਂ ਇਹ ਰਚਨਾਵਾਂ ਕੀਤੀਆਂ ਜਿਹੜੀਆਂ ਕਿ ਯੁੱਧ ਦੇ ਨਾਲ ਬਹੁਤੀਆਂ ਸੰਬੰਧਿਤ। ਬਿਲਕੁਲ ਤੁਸੀਂ ਜਿਹੜਾ ਕਹਿ ਰਹੇ ਹੋ, ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ। ਇੱਕ ਜਗ੍ਹਾ ਹੋਰ ਦਸਮ ਪਾਤਸ਼ਾਹ ਬੜੀ ਕਮਾਲ ਦੀ ਗੱਲ, ਇੱਕ ਲਾਈਨ 'ਚ ਮੇਰੇ ਖਿਆਲ ਨਾਲ ਸਾਰੀ ਫਿਲਾਸਫੀ ਆ ਜਾਂਦੀ ਹੈ। ਖੜਗ ਹਾਥ ਜਿਨ ਤਜੋ ਸੋ ਖੜਗ ਧਾਰਾ ਸਹੋ। ਤੁਸੀਂ ਤਲਵਾਰ ਨੂੰ ਆਪਣੇ ਹੱਥ ਤੋਂ ਛੱਡ ਦਿਓ, ਉਹ ਤਲਵਾਰ ਤੁਹਾਡੇ ਗਰਦਨ ਦੇ ਉੱਤੇ ਆ ਕੇ ਪਏਗੀ। ਖੜਗ ਹਾਥ ਜਿਨ ਤਜੋ ਖੜਗ ਧਾਰਾ ਸਹੋ, ਉਹਦੀ ਤੁਹਾਨੂੰ ਹੋਣਾ ਪਿਆ। ਇਸ ਤੋਂ ਪਹਿਲਾਂ ਇਹ ਸੀਗਾ ਕਿ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ, ਕਹਿ ਮੈਨੇ ਜਾਂ ਸੂਰਮਾ ਹੋਏ ਜਾਂ ਭਗਤ ਹੋਏ। ਪਰ ਗੁਰੂ ਸਾਹਿਬ ਨੇ ਤਾਂ ਕਿਹਾ ਨਾ, ਧਨ ਜੀਓ ਤੇ ਕੋ ਜਗ ਮੇ ਮੁਖਤੇ ਹਰ ਚਿੱਤ ਮੇ ਜੁਧ ਵਿਚਾਰੇ। ਇਹ ਜਿਹੜਾ ਸੰਤ ਸਿਪਾਹੀ ਦਾ ਸੰਕਲਪ ਜਿਹੜਾ ਸੀ ਇਹ ਗੁਰੂ ਸਾਹਿਬ ਨੇ ਦਿੱਤਾ। ਡਾਕਟਰ ਸਾਹਿਬ ਇਹਦੇ 'ਚ ਇੱਕ ਹੋਰ ਮੈਂ ਚਾਹਾਂਗਾ ਜੇ ਤੁਸੀਂ ਥੋੜਾ ਜਿਹਾ ਦਿਓ।
ਜਿਹੜਾ ਗੁਰੂ ਸਾਹਿਬ ਨੇ ਇਹ ਕਿਹਾ ਕਿ ਇਸੇ ਚੀਜ਼ ਨੂੰ ਕਰਦੇ ਆ, ਮੈਂ ਨਾ ਗਣੇਸ਼ੈ ਪ੍ਰਥਮ ਮਨਾਓ ਕਿਸ਼ਨ ਬਿਸ਼ਨ ਕਬਹੂ ਨਹੀਂ ਤਿਆਓ, ਪ੍ਰਥਮ ਲਫ਼ਜ਼ ਵਰਤਿਆ ਉਹਨਾਂ ਨੇ, ਪ੍ਰਥਮ, ਮੈਂ ਨਾ ਗਣੇਸ਼ੈ ਪ੍ਰਥਮ ਮਨਾਓ। ਪਰ ਫਿਰ ਦੂਜੇ ਪਾਸੇ ਜਿਹੜਾ ਕਰ ਰਹੇ ਹੈ ਪ੍ਰਥਮ ਕਿਹਨੂੰ ਫਿਰ ਮਨਾਵਾਂਗਾ, ਪ੍ਰਥਮ ਭਗਉਤੀ ਸਿਮਰਨ। ਇਹਦਾ ਮਤਲਬ ਇਹਦਾ ਕੀ ਅਰਥ ਹੋਇਆ ਕਿ ਉੱਥੇ ਪ੍ਰਥਮ ਲਿਖ ਰਿਹਾ, ਮੈਂ ਉਹਨੂੰ ਪ੍ਰਥਮ ਨਹੀਂ ਮਨਾਵਾਂਗਾ, ਇਹਦਾ ਮਤਲਬ ਉਹਨਾਂ ਦਾ ਸਬਸਟੀਟਿਊਟ ਹੈ ਫਿਰ ਸ੍ਰੀ ਸਾਹਿਬ ਨੂੰ ਕਹਿ ਰਹੇ ਆ। ਇਹ ਮਤਲਬ ਜੋ ਪਰੰਪਰਾਵਾਂ ਚੱਲ ਰਹੀਆਂ ਸਨ ਇਸ ਸਿਲਸਿਲੇ ਦੇ ਵਿੱਚ ਜੀ, ਉਹਨਾਂ ਪਰੰਪਰਾਵਾਂ ਨੂੰ ਦਰਅਸਲ ਗੁਰੂ ਸਾਹਿਬ ਨੇ ਇੱਕਦਮ, ਮੈਂ ਤੇ ਸਮਝਦਾ ਹਾਂ ਵੀ ਇੱਕ ਨਵੀਂ ਦਿਸ਼ਾ ਦਿੱਤੀ ਹੈ ਜੀ। ਔਰ ਨਵੀਂ ਦਿਸ਼ਾ ਦੇ ਵਿੱਚ ਇਹੋ ਹੀ ਹੈ ਵੀ ਗਣੇਸ਼ ਜਾਂ ਸਰਸਵਤੀ ਇਹ ਠੀਕ ਹੈ ਆਪਣੀ ਥਾਂ ਤੇ ਠੀਕ ਹੋਣਗੇ, ਲੇਕਿਨ ਹੁਣ ਸਾਨੂੰ ਲੋੜ ਹੈ ਕਿ ਸਾਡਾ ਜਿਹੜੀ ਭੁਜਾਵਾਂ ਦਾ ਬਲ ਹੈ, ਭਾਰੀ ਭੁਜਾਨ ਕੋ ਭਾਰੀ ਭਰੋਸੋ ਵਾਲੀ ਜਿਹੜੀ ਗੱਲ ਹੈ ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਭਾਰਤੀਯਤਾ ਦੇ ਵਿੱਚ ਜਿਹੜਾ ਇਹ ਨਹੀਂ ਹੈ ਵੀ ਭਾਰਤ ਦੇ ਲੋਕ ਜਾਣਦੇ ਨਹੀਂ, ਲੜਨਾ ਨਹੀਂ ਜਾਣਦੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ। ਉਹਨਾਂ ਨੇ ਕਿਹਾ ਕਿ ਵੀ ਹੁਣ ਸਮਾਂ ਆ ਗਿਆ ਕਿ ਇਸ ਤਰੀਕੇ ਦੇ ਨਾਲ ਅਸੀਂ ਰਹਿ ਨਹੀਂ ਸਕਾਂਗੇ ਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਔਰ ਆਪਣੀ ਸੁਰੱਖਿਆ ਆਪ ਕਰਨੀ ਚਾਹੀਦੀ ਹੈ। ਇਹ ਕੇਵਲ ਮੰਤਰਾਂ ਦੇ ਬਲ ਤੇ ਜਾਂ ਗਣੇਸ਼ ਦੇ ਬਲ ਤੇ ਜਾਂ ਸਰਸਵਤੀ ਦੇ ਬਲ ਤੇ ਸੰਭਵ ਨਹੀਂ ਹੋ ਸਕਦਾ, ਲੇਕਿਨ ਉਹ ਵੀ ਰਵੇ, ਲੇਕਿਨ ਨਾਲ ਹੀ ਨਾਲ ਜਿਹੜਾ ਸਾਡਾ ਬਲ ਹੈ, ਬਲ ਹੈ ਜਿਹੜਾ ਸਰੀਰਕ ਬਲ, ਉਹ ਸਰੀਰਕ ਬਲ ਦਾ ਔਰ ਆਪਣੇ ਦਿਮਾਗੀ ਬਲ ਦਾ, ਦੋਵਾਂ ਦਾ ਹੀ ਅਸੀਂ ਬਿਲਕੁਲ ਇਸੇ ਨੂੰ ਗੁਰੂ ਸਾਹਿਬ ਉਹਦੇ ਵਿੱਚ ਚਰਿਤਰੋਪਾਖਿਆਨ ਵਿੱਚ ਵੀ ਆਂਦਾ ਹੈ, ਬਿਲਕੁਲ ਇਸੇ ਦੀ ਪੂਰਤੀ ਜਿਵੇਂ ਹੁੰਦੀ ਹੈ ਕਿ ਜਬ ਕਹੋ ਮਿਸਰ ਆਗੇ ਕਹਾਂ ਜਵਾਬ ਦੇ ਹੋ, ਜਬੈ ਕਾਲ ਕੇ ਜਾਲ ਮੈਂ ਫਾਸ ਜਾਓ, ਤਉ ਲਿੰਗ ਪੂਜਾ ਕਰੋਗੇ ਉਹਾਂ ਤਬ ਤੂ ਕੋ ਪੁਸਤਕ ਕਰ ਲੈ ਹੋ, ਭਾਗਵਤ ਪੜ੍ਹੋ ਕਿ ਗੀਤਾ ਗਏ ਹੋ। ਸੋ ਬੜਾ ਸਪਸ਼ਟ ਸੀ ਕਿ ਇਹ ਜਿਹੜੀ ਸ੍ਰੀ ਸਾਹਿਬ ਹੈ, ਬਲਕਿ ਖੜਗ ਨੂੰ ਉਹਨਾਂ ਨੇ ਸ੍ਰੀ ਖੜਗ ਤੋਂ ਫਿਰ ਸ੍ਰੀ ਸਾਹਿਬ ਕਰਤਾ ਔਰ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿਸ਼ਾਨ ਜਾਂ ਉਹਨਾਂ ਦੇ ਦਸਤਖਤ ਉਹਦੇ ਉੱਤੇ ਵੀ ਸ੍ਰੀ ਸਾਹਿਬ ਦਾ ਚਿੰਨ੍ਹ ਉਹ ਬਣਾਉਂਦੇ ਸੀ, ਇੱਕ ਲਾਈਨ ਵਾਹ ਕੇ ਫਿਰ ਇੱਕ ਉਹਦਾ ਜਿਵੇਂ ਤਲਵਾਰ ਦਾ ਦਸਤਾ ਦੇਣਾ। ਇਹ ਉਹਨਾਂ ਦਾ ਨਮਸਕਾਰ ਸ੍ਰੀ ਖੜਗ ਕੋ ਕਰਕੇ। ਤੁਸੀਂ ਕਹਿੰਦੇ ਜੀ ਕੁਝ ਕਹਿ ਰਹੇ? ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਰੂਹ ਦੇ ਦਰਸ਼ਨ ਕਰਨੇ ਆ ਜੀ, ਉਹਨਾਂ ਦੇ ਬੋਲਿਆਂ ਚੋਂ, ਉਹਨਾਂ ਦੇ ਇਤਿਹਾਸ ਚੋਂ ਪ੍ਰਗਟ ਹੁੰਦੇ ਆ ਜੀ। ਜੇ ਕਿਸੇ ਆਮ ਪੈਸੇ ਵਾਲੇ ਦੇ ਘਰ ਬੱਚਾ ਜੰਮੇ ਤੇ ਉਹਦਾ ਨਾਮ ਉਹ ਦੌਲਤ ਰਾਮ ਰੱਖੇਗਾ, ਧਨੀ ਰਾਮ ਰੱਖੇਗਾ, ਲక్ష్ਮੀ ਦਾਸ ਰੱਖੇਗਾ। ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵੀਰ ਆਤਮਾ ਕਿ ਉਹਨਾਂ ਦੇ ਪੁੱਤਰ ਜਨਮੇ ਤੇ ਨਾਮ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ। ਉਹ ਖੜਗ ਧਾਰੀਆਂ ਵਾਲੀ ਬਿਰਤੀ ਜਿਹੜੀ ਸੀ ਉਹ ਮੁੱਖ ਪ੍ਰਧਾਨ ਬਿਰਤੀ ਸੱਚੇ ਪਾਤਸ਼ਾਹ ਦੀ, ਪਰ ਉਹਦਾ ਮਕਸਦ ਸੀ ਸਰਬੱਤ ਦਾ ਭਲਾ। ਠੀਕ ਹੈ, ਠੀਕ ਹੈ, ਬਿਲਕੁਲ। ਅਸੀਂ ਜੀ, ਤੁਸੀਂ ਕੁਝ ਕਹਿ ਰਹੇ ਸੀ? ਹਾਂਜੀ ਡਾਕਟਰ ਸਾਹਿਬ ਕੁਝ ਕਹਿ ਰਹੇ? ਹਾਂਜੀ, ਮੈਂ ਇੱਕ ਰਸਾਵਲ ਛੰਦ ਜਿਹੜਾ ਚਿੱਤਰ ਨਾਟਕ ਦੇ ਵਿੱਚ ਹੈ ਜੀ, ਦੇਵੀ ਦੇਵਤਿਆਂ ਦੀ ਪੂਜਾ ਦੇ ਨਾਲ ਹੀ ਸੰਬੰਧਿਤ, ਉਹ ਗੁਰੂ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੈਂ ਉਹ ਪੜ੍ਹਨਾ ਚਾਹਾਂਗਾ ਆਪ ਜੀ ਦੇ ਸਾਹਮਣੇ ਜੀ ਜੀ। ਕਿ ਉਹ ਕਹਿੰਦੇ ਨੇ ਕਿ ਜਿਤੇ ਰਾਮ ਹੁਏ ਸਭੇ ਅੰਤ ਮੁਏ ਜੀ, ਜਿਤੇ ਕ੍ਰਿਸ਼ਨ ਹੈ ਸਭੇ ਅੰਤ ਜੈ ਹੈ ਜੀ, ਜਿਤੇ ਦੇਵ ਹੋਸੀ ਸਭੇ ਅੰਤ ਜਾਸੀ, ਜਿਤੇ ਬੋਧ ਹੈ ਸਭੇ ਅੰਤ ਛੈ ਹੈ, नरसिंह अवतारं वहे काल मारं, बड़ो दंडधारी हण्यो काल भारी, कहाँ राम के कृष्ण कहाँ चंद सूर सबे हाथ बांधे जी। और ये सारा कह के फिर वो कहते ने भी ताहे पहचानत है ना महापशु, ज्याको प्रताप ते हो पुर माही, पूजत है परमेश्वर के जेके परसे परलोक पराही, पाप करो परमारथ के तिन पापन ते अति पाप लजाही, पाए परो परमेश्वर के जड़ पाहन में परमेश्वर नाही। ਇਹਨੂੰ ਡਾਕਟਰ ਸਾਹਿਬ ਇੱਕ ਡਾਕਟਰ ਧਰਮਪਾਲ ਆਸ਼ਟਾ ਨੇ ਵੀ ਬੜਾ ਇੱਕ ਕਮਾਲ ਦੀ ਇੱਕ ਵਿਆਖਿਆ ਕਰਦੇ ਆ ਲਿਖਿਆ। ਉਹਨਾਂ ਦੀ ਜਿਹੜੀ ਪੋਇਟਰੀ ਆਫ ਦਸਮ ਗ੍ਰੰਥ ਜਿਹੜੀ ਉਹਨਾਂ ਦੀ ਕਿਤਾਬ ਹੈ ਬੜੀ ਮਸ਼ਹੂਰ, ਅੰਗਰੇਜ਼ੀ ਦੇ ਵਿੱਚ ਹੈ, ਥੀਸਿਸ ਸੀ। ਉਹਦੇ ਵਿੱਚ ਕਹਿੰਦੇ ਹੈ ਕਿ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਇੱਥੋਂ ਦੀ ਸੰਸਕ੍ਰਿਤੀ ਦੇ ਮੁਤਾਬਕ ਸ਼੍ਰੀ ਰਾਮ ਔਰ ਸ਼੍ਰੀ ਕ੍ਰਿਸ਼ਨ ਨੂੰ ਡਿਵਿਨਿਟੀ ਹਾਸਲ ਸੀ, ਅਧਿਆਤਮਕਤਾ ਔਰ ਦੇਵ ਪੁਰਸ਼ ਮੰਨੇ ਜਾਂਦੇ ਸੀ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਧਰਾਤਲ ਦੇ ਉੱਤੇ ਲੈ ਆਂਦਾ, ਇਨਸਾਨ ਮਾਨਵੀਕਰਨ ਕਰ ਦਿੱਤਾ, ਰੋਵੇ ਰਾਮ ਨਿਕਾਲਾ ਭਇਆ। ਪਰ ਉਹ ਕਹਿੰਦੇ ਹਨ
ਕਿ ਇਹ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਵਰਣਨ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ, ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਜਿਹੜੇ ਤੁਸੀਂ ਗੱਲ ਕਰ ਰਹੇ ਹੋ। ਸੋ ਉਹ ਸਪਸ਼ਟ ਕਰਦਾ ਹੈ ਕਿ ਗੁਰੂ ਸਾਹਿਬ ਦਾ ਆਸ਼ਾ ਜੇ ਵਾਹਿਗੁਰੂ ਦੇ ਨਾਲ ਅਗਰ ਕੰਪੇਅਰ ਕੀਤਾ ਜਾਏ ਤਾਂ ਉਹ ਆਪਣੇ ਬਾਰੇ ਵੀ ਕਹਿੰਦੇ ਹਨ ਕਿ ਉਹਨਾਂ ਦਾ ਆਪਣੇ ਬਾਰੇ ਵੀ ਇਸੇ ਅਕਾਲ ਪੁਰਖ ਬਾਝ ਇਸ ਕੀਟ ਪ੍ਰਤੀ ਆਪਣੇ ਆਪ ਨੂੰ ਉਹ ਇੱਕ ਕੀਟ ਕਹਿ ਕੇ ਮੁਖਾਤਬ ਕਰ ਰਹੇ ਹਨ ਕਿ ਅਕਾਲ ਪੁਰਖ ਦੇ ਬਰਾਬਰ ਕੋਈ ਵੀ ਵਿਅਕਤੀ ਦੀ ਹਸਤੀ ਭਾਵੇਂ ਕਿੰਨੀ ਉੱਚੀ ਹੋ ਜਾਏ ਉਹ ਇਸ ਤੋਂ ਉੱਤੇ ਨਹੀਂ ਹੋ ਸਕਦੀ। ਮੈਂ ਅਗਲਾ ਡਾਕਟਰ ਸਾਹਿਬ ਤੁਹਾਡੇ ਕੋਲ ਆਵਾਂਗਾ। ਅਸੀਂ ਇੱਕ ਲਫ਼ਜ਼ ਬਹੁਤ ਵੱਡਾ ਹੈ ਕਾਲ ਔਰ ਅਕਾਲ, ਅਸੀਂ ਉਹ ਸਮਝਣਾ ਚਾਹਾਂਗੇ, ਪਰ ਤੁਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਇਹਦੇ ਵਿੱਚ ਕਿਹੜੀਆਂ ਰਚਨਾਵਾਂ, ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਸਭ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਸਾਰੇ ਦਾ ਸਾਰਾ ਇੱਕ ਵਿਸ਼ੇ ਤੇ ਇੱਕ ਸਬਜੈਕਟ ਹੈ ਅਕਾਲ ਪੁਰਖ ਦੀ ਉਸਤਤ, ਉਹਦੇ ਵਿੱਚ ਹੋਰ ਕੁਝ ਵੀ ਨਹੀਂ। ਪਰ ਸ੍ਰੀ ਦਸਮ ਗ੍ਰੰਥ ਇੱਕ ਕੁਲਿਆਤ ਹੈ, ਕਲੈਕਟਡ ਵਰਕਸ ਹੈ, ਉਹ ਵੱਖਰੀਆਂ ਵੱਖਰੀਆਂ ਪੁਸਤਕਾਂ ਦਾ ਗ੍ਰੰਥਾਂ ਦਾ ਸਮੂਹ ਹੈ। ਔਰ ਸਾਰੇ ਦਸਮ ਗ੍ਰੰਥ ਦੀ ਰਚਨਾ ਦੀ ਸ਼ੈਲੀ ਸਵਾਏ ਜ਼ਫਰਨਾਮੇ ਨੂੰ ਛੱਡ ਕੇ ਬਿਲਕੁਲ ਇੱਕ ਹੈ। ਗੁਰੂ ਗ੍ਰੰਥ ਸਾਹਿਬ ਦੀ ਵੱਖ-ਵੱਖ ਕਲਮਾਂ ਹਨ, ਸ਼ੈਲੀ ਵੱਖਰੀ ਹੈ। ਸ੍ਰੀ ਦਸਮ ਗ੍ਰੰਥ ਦੀ ਕਲਮ ਇੱਕ ਹੈ, ਸ਼ੈਲੀ ਵੱਖਰੀ ਹੈ। ਇਹ ਆਪ ਦਸਮ ਗ੍ਰੰਥ ਦੇ ਬਾਰੇ ਥੋੜੀ ਜੀ ਜਾਣ ਪਛਾਣ ਕਿ ਇਹ ਕਿਹੜੀਆਂ ਬਾਣੀਆਂ ਹਨ ਔਰ ਆਪਸ ਦੇ ਵਿੱਚ ਕਿਵੇਂ ਇੱਕ ਦੂਜੇ ਦੇ ਨਾਲ ਉਹਨਾਂ ਦਾ ਤਾਲੁਕ ਹੈ, ਕੀ ਉਹ ਵੱਖਰੀਆਂ ਵੱਖਰੀਆਂ ਉਹਨਾਂ ਨੂੰ ਵੱਖਰਾ ਕਰਕੇ ਵੇਖਿਆ ਜਾ ਸਕਦਾ ਹੈ ਜਾਂ ਕੋਈ ਉਹਨਾਂ ਦਾ ਸੀਕੁਐਂਸ ਵੀ ਜੁੜਦਾ ਹੈ। ਔਰ ਇਹਦੇ ਵਿੱਚ ਫਿਰ ਕਾਲ ਤੇ ਅਕਾਲ ਕਿਉਂ ਵਰਤਿਆ, ਕਿਉਂਕਿ ਇਸ ਤੋਂ ਪਹਿਲਾਂ ਮਾਰਨ ਵਾਲਾ, ਬਣਾਉਣ ਵਾਲਾ ਤੇ ਪਾਲਣ ਵਾਲਾ GOD ਜਨਰੇਟਰ, ਆਪਰੇਟਰ, ਡਿਸਟਰੋਇਰ ਬ੍ਰਹਮਾ ਵਿਸ਼ਨੂੰ ਮਹੇਸ਼ ਮੰਨਿਆ ਜਾਂਦਾ ਸੀ। ਪਰ ਇਹ ਕਿਉਂ ਕਹਿਤਾ ਇੱਕ ਹੀ ਕਾਲ ਅਕਾਲ ਸਦਾ ਹੈ, ਕਾਲ ਹੀ ਅਕਾਲ ਹੈ, ਅਕਾਲ ਹੀ ਕਾਲ ਹੈ। ਇਹਦੇ ਬਾਰੇ ਅਗਰ ਆਪ ਜੀ ਜਾਣਕਾਰੀ ਦੇ ਸਕੋ। ਪਹਿਲਾਂ ਤਾਂ ਤੁਹਾਡਾ ਸਵਾਲ ਇਹ ਸੀ ਵੀ ਇਸ ਦੀਆਂ ਬਾਣੀਆਂ ਦਾ ਜਿਹੜੀਆਂ ਨੇ ਉਹ ਕਿਵੇਂ ਇੱਕ ਦੂਜੀ ਬਾਣੀ ਨਾਲ ਕਨੈਕਟਡ ਹਨ, ਕਿਹੜੀਆਂ ਬਾਣੀਆਂ ਤੇ ਕਿਵੇਂ ਇਹ ਬੜਾ connected ਹੈ? ਮਹੱਤਵਪੂਰਨ ਸਵਾਲ ਹੈ ਜੀ। ਮੁੱਖ ਤੌਰ ਤੇ ਪਹਿਲਾਂ ਅਸੀਂ ਦੇਖੀਏ ਕਿ ਕੁਝ ਬਾਣੀਆਂ ਨੂੰ ਛੱਡ ਕੇ ਦੋ ਵੱਡੇ ਗ੍ਰੰਥ ਸਨ ਜੀ। ਬਚਿੱਤਰ ਨਾਟਕ, ਦੂਜਾ ਗ੍ਰੰਥ ਸੀ ਚਰਿਤ੍ਰੋਪਾਖਿਆਨ। ਜੀ। ਇਹਦਾ ਕੇਸਰ ਸਿੰਘ ਛਿੱਬਰ ਨੇ ਵੀ ਜ਼ਿਕਰ ਕੀਤਾ ਹੈ। ਜੀ। ਬਚਿੱਤਰ ਨਾਟਕ ਤੋਂ ਇਲਾਵਾ ਉਹ ਕਹਿੰਦਾ ਕੁਝ ਇੱਕ ਹੋਰ ਸੀ ਜਿਹਦੇ ਵਿੱਚ ਵਿਚਿੱਤਰ ਕਹਾਣੀਆਂ ਸਨ, ਉਹ ਜੀ। ਚਰਿਤ੍ਰੋਪਾਖਿਆਨ ਵੱਲ ਜੀ। ਜੀ। ਇਸ਼ਾਰਾ ਕਰਦਾ ਹੈ। ਜਦੋਂ ਅਸੀਂ ਦਸਮ ਗ੍ਰੰਥ ਦੀਆਂ ਬਾਣੀਆਂ ਵੱਲ ਦੇਖਾਂਗੇ, ਜਿਹੜੀ ਇੱਕ ਸਭ ਤੋਂ ਵੱਡੀ ਸਾਡੇ ਸਾਹਮਣੇ ਸਮੱਸਿਆ ਹੈ ਕਿ ਅਗਰ ਇੱਕ ਬਾਣੀ ਨੂੰ ਅਸੀਂ ਹਿਲਾਉਂਦੇ ਹਾਂ ਤਾਂ ਇਹਦਾ ਮਤਲਬ ਹੈ ਕਿ ਸਾਨੂੰ ਅਲਟੀਮੇਟਲੀ ਜਾਪ ਸਾਹਿਬ ਵੀ ਨਕਾਰਨਾ ਪਵੇਗਾ। ਜੀ। 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 ਕਿਉਂ? ਕਿਉਂਕਿ ਬਾਣੀਆਂ ਸਾਰੀਆਂ ਆਪਸ ਵਿੱਚ ਬਿਲਕੁਲ ਜਿਹੜੀਆਂ ਨੇ ਉਹ ਜੀ। ਇੱਕ ਦੂਜੇ ਵਿੱਚ ਰਲੀਆਂ ਹੋਈਆਂ ਹਨ, ਇਸ ਤਰ੍ਹਾਂ ਜੜ੍ਹਾਂ ਹਨ ਇੱਕ ਦੂਜੀ ਵਿੱਚ ਕਿ ਉਹਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਜੀ। ਜਿਹੜੀ ਗੱਲ ਤੁਸੀਂ ਕਾਲ ਪੁਰਖ ਤੇ ਅਕਾਲ ਪੁਰਖ ਦੀ ਕੀਤੀ ਹੈ, ਇਹਦੇ ਲਈ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ। ਜੀ। ਅਕਾਲ ਹੈ ਗੋਡ ਬਿਯੋਂਡ ਹਿਸਟਰੀ, ਬਿਯੋਂਡ ਟਾਈਮ, ਟਾਈਮ ਤੇ ਸਪੇਸ ਤੋਂ ਪਰੇ, ਜਿਹੜਾ ਉਸ ਨੂੰ ਨਿਰਗੁਣ ਰੂਪ ਅਸੀਂ ਕਹਿ ਲਵਾਂਗੇ। ਜੀ। ਸਿੱਖ ਅਕਾਲ ਪੁਰਖ ਕਹਿੰਦੇ ਨੇ, ਨਿਰਗੁਣ ਪਰਮੇਸ਼ਰ ਨਹੀਂ ਕਹਿੰਦੇ। ਉਹ ਵੀ ਇੱਕ ਸਮੱਸਿਆ ਹੈ। ਜੀ। ਉਹ ਸਮੱਸਿਆ ਇਹ ਹੈ ਕਿ ਉਸ ਦੀ ਪਹਿਚਾਣ ਗੁਣਾ ਕਾਰਨ ਹੈ, ਡਿਵਾਈਨ ਗੁਣਾ ਕਰਕੇ ਉਹਦੀ ਜਗਤ ਵਿੱਚ ਪਹਿਚਾਣ ਹੈ, ਇਸ ਕਰਕੇ ਨਿਰਗੁਣ ਕਹਿਣਾ ਜੀ ਇਹ ਬਹੁਤ ਉਚਿਤ ਨਹੀਂ ਹੈ। ਹਾਲਾਂਕਿ ਕਿਹਾ ਜਾ ਸਕਦਾ, ਉਸ ਨੂੰ ਨਿਰਾਕਾਰ ਕਿਹਾ ਜਾ ਸਕਦਾ, ਨਿਰਗੁਣ ਨਹੀਂ ਕਿਹਾ। ਨਿਰਾਕਾਰ ਕਹਿਣ ਦੀਆਂ ਵੀ ਆਪਣੀਆਂ ਸੀਮਾਵਾਂ ਨੇ। ਜੀ। ਅਸੀਂ ਉਸ ਨੂੰ ਕਾਲ ਕਹਿੰਦੇ ਹਾਂ ਕਿ ਉਹ ਸਮੇਂ ਤੋਂ ਬਾਹਰ ਹੈ। ਜੀ। ਤੇ ਜਿਹੜਾ ਅਕਾਲ ਪੁਰਖ ਹੈ, ਅਸੀਂ ਕਹਿੰਦੇ ਹਾਂ ਗੋਡ ਬਿਯੋਂਡ ਹਿਸਟਰੀ, ਜਿਹੜਾ ਕਿ ਕੁਦਰਤ ਵਿੱਚ ਵਸਦਾ ਹੈ, ਪਰੰਤੂ ਜਿਹੜਾ ਉਹ ਕੁਦਰਤ ਵਿੱਚ ਗੁਣ ਕਰਕੇ ਵਸਦਾ ਹੈ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਕੀਰਤਮ ਨਾਮ ਹੈ ਉਹ ਗੁਣ ਤੇ ਆਧਾਰਿਤ ਨਾਮ ਹੈ। ਦੂਜੀ ਚੀਜ਼ ਹੈ ਦਸਮ ਗ੍ਰੰਥ, ਉਹ ਕਰਮ ਨਾਮ ਦਾ ਗ੍ਰੰਥ ਹੈ। ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਾ ਸਮਰਥ। ਜੀ। ਔਰ ਜਿਹੜਾ ਕਰਮ ਨਾਮ ਹੈ ਉਹ ਇਸ ਕਾਰਨ ਹੈ ਕਿ ਇਹ
ਕਾਲਪੁਰਖ ਦੀ ਸਿਫਤ ਜਿਹੜਾ ਦੂਜੀ ਫਾਰਮ ਹੈ ਪਰਮੇਸ਼ਵਰ ਦੀ, ਜਿਸ ਨੂੰ ਅਸੀਂ ਸਥੂਲ ਫਾਰਮ ਕਹਿ ਸਕਦੇ ਹਾਂ, ਸਥੂਲ ਫਾਰਮ ਵਿੱਚ ਫਿਰ ਅੰਤਰ ਹੈ। ਇੱਕ ਤਾਂ ਸਾਰਾ ਜਗਤ ਹੀ ਉਹਦੀ ਸਥੂਲ ਫਾਰਮ ਹੈ, ਦੂਜੀ ਚੀਜ਼ ਹੈ ਕਾਲਪੁਰਖ ਫਿਰ ਸਾਰਾ ਜਗਤ ਨਹੀਂ ਹੈ, ਹਰ ਵਿਅਕਤੀ ਕਾਲਪੁਰਖ ਨਹੀਂ ਹੈ। ਜਿਹੜੇ ਡਿਵਾਈਨ ਕੌਤਕ ਕਰਨ ਦੇ ਸਮਰੱਥ ਪੁਰਸ਼ ਇਸ ਜਗਤ ਵਿੱਚ ਆਉਂਦੇ ਨੇ, ਕਾਲਪੁਰਖ ਉਹ ਵਿਅਕਤੀ, ਉਹ ਜਿਹੜਾ ਇਤਿਹਾਸਕ ਸਵਰੂਪ ਹੈ, ਉਸ ਨੂੰ ਅਸੀਂ ਮੰਨ ਲਿਆ ਕਿ ਇਹ ਕਾਲ ਦੀ ਸ਼ਕਤੀ ਪ੍ਰਗਟ ਹੋਈ ਹੈ ਤੇ ਸਮੇਂ ਵਿੱਚ ਅਕਾਲ ਪੁਰਖ ਪ੍ਰਗਟ ਹੋਇਆ, ਇਸ ਕਰਕੇ ਉਹਦਾ ਨਾਮ ਕਾਲਪੁਰਖ ਪੈ ਗਿਆ। ਤੋਂ ਅਕਾਲ ਤੇ ਅਕਾਲ, ਸ਼੍ਰੀ ਦਸਮ ਗ੍ਰੰਥ ਸਾਹਿਬ ਜਿਹੜੇ ਨੇ ਉਹ ਕਾਲਪੁਰਖ ਦੇ ਚੋਜਾਂ ਦੀ ਬਾਤ ਹੈ, ਕਾਲਪੁਰਖ ਦੀ ਸਿਫਤ ਸਲਾਹ ਦੀ ਬਾਤ ਹੈ ਜੀ। ਜਿਹੜਾ ਇਸ ਨੂੰ ਨਿਰਾਪੁਰਾ ਸਾਹਿਤ ਨਹੀਂ ਕਿਹਾ ਜਾ ਸਕਦਾ। ਜਦੋਂ ਕਾਲਪੁਰਖ ਦੇ ਸਵਰੂਪ ਬਿਆਨ ਕੀਤੇ ਜਾਂਦੇ ਨੇ ਤੇ ਇਹ ਅਸੀਂ ਮੰਨਦੇ ਹਾਂ ਕਿ ਇੱਕ ਕਿਸਮ ਦਾ ਸਾਹਿਤ ਹੈ ਜੀ, ਪਰੰਤੂ ਜਦੋਂ ਅਸੀਂ ਕਾਲਪੁਰਖ ਦੀ ਸਿਫਤ ਜਗ੍ਹਾ ਜਗ੍ਹਾ ਤੇ ਵੇਖਦੇ ਹਾਂ ਤੇ ਫਿਰ ਉਹ ਕਾਲਪੁਰਖ ਦੀ ਸਿਫਤ ਜਿਹੜੀ ਉਹ ਬਾਣੀ ਰੂਪ ਹੋ ਜਾਂਦੀ ਹੈ। ਇਸ ਕਰਕੇ ਇਹ ਕੋਈ ਅਜਿਹਾ ਸਾਹਿਤ ਨਹੀਂ ਕਿ ਹੋਰ ਕਿਤਾਬਾਂ ਦੇ ਤੁਲ ਇਸ ਗ੍ਰੰਥ ਦੀ ਬਾਣੀਆਂ ਕੁਝ ਰੱਖ ਦਈਏ। ਸੋ ਇਹ ਇਸ ਬਾਤ ਨੂੰ ਸਮਝਣ ਵਾਲੀ ਜਿਹੜੀ ਗੱਲ ਹੈ ਜੀ। ਇਹ ਬਾਣੀਆਂ ਹੁਣ ਜਿਹੜੇ ਸਾਡੇ ਕੁਝ ਵੀਰ ਨੇ, ਉਹ ਮੈਨੂੰ ਕਿਸੇ ਨੇ ਪਿੱਛੇ ਵੀ ਇੱਕ ਗੱਲ ਕਹੀ, ਕਹਿੰਦੇ ਜਦੋਂ ਤੁਹਾਡੇ ਲੈਕਚਰ ਸੁਣਿਆ ਸੀ ਨਾ ਤਦੋਂ ਮੈਨੂੰ ਬਹੁਤ ਚੰਗਾ ਲੱਗਿਆ ਜਿਹੜੀ ਤੁਸੀਂ ਕਾਲਪੁਰਖ ਦੀ ਵਿਆਖਿਆ ਕੀਤੀ ਸੀ, ਪਰੰਤੂ ਮਗਰੋਂ ਮੇਰਾ ਮਨ ਬਦਲ ਗਿਆ। ਮਗਰੋਂ ਕਹਿਣ ਲੱਗੇ ਕਿ ਕਾਲਪੁਰਖ ਮੈਂ ਵੇਖਿਆ ਕਿ ਇਹ ਤੇ ਹੈ ਹੀ ਨਹੀਂ। ਮੈਂ ਕਿਹਾ ਨਹੀਂ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹਦੀਆਂ ਨਿਸ਼ਾਨਦੇਹੀਆਂ ਹੈ ਨੇ, ਕਿਉਂਕਿ ਦੋਵੇਂ ਡਿਵਾਈਡ ਕਰਕੇ ਨਹੀਂ ਵੇਖੇ ਜਾ ਸਕਦੇ। ਜਿਹੜਾ ਅਕਾਲ ਪੁਰਖ ਹੈ ਉਹਦੇ ਦਰਸ਼ਨ ਸਾਨੂੰ ਵਾਰ-ਵਾਰ ਦਸਮ ਗ੍ਰੰਥ ਵਿੱਚ ਹੋਣਗੇ ਤੇ ਕਾਲ ਪੁਰਖ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੋਣਗੇ, ਪਰੰਤੂ ਇੱਕ ਮੋਟੇ ਤੌਰ ਤੇ ਅਕਾਲ ਸਵਰੂਪ ਦਾ ਬਿਆਨ ਬਹੁਤਾ ਜਿਹੜਾ ਹੈ ਪ੍ਰਭਾਵਕਾਰੀ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਹੋਇਆ ਤੇ ਕਾਲ ਪੁਰਖ ਦਾ ਪ੍ਰਭਾਵਕਾਰੀ ਤਰੀਕੇ ਨਾਲ ਜਿਹੜਾ ਬਿਆਨ ਹੈ ਉਹ ਦਸਮ ਗ੍ਰੰਥ ਵਿੱਚ ਹੋਇਆ। ਉਹ ਕਹਿਣ ਲੱਗੇ ਕਿਵੇਂ? ਮੈਂ ਕਿਹਾ ਇਹ ਜਿਹੜਾ ਸਤਜੁਗ ਤੈ ਮਾਨਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਨਿਓ ਰਾਮ ਰਗਮ, ਇਹ ਸਾਰਾ ਕਾਲ ਪੁਰਖ ਦੀ ਗਾਥਾ ਹੈ। ਔਰ ਜਿਹੜਾ ਵਾਹਿਗੁਰੂ ਨਾਮ ਹੈ ਉਹ ਕਾਲ ਤੇ ਅਕਾਲ ਦਾ ਮਿਸ਼ਰਿਤ ਰੂਪ ਹੈ, ਕਿਉਂਕਿ ਗੁਰੂ ਜਿਹੜਾ ਹੈ ਉਹ ਫਾਰਮ ਧਾਰ ਕੇ ਜਗਤ ਵਿੱਚ ਵੀ ਆਉਂਦਾ ਹੈ ਤੇ ਆਦਮ ਤੇ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਉਹ ਵੀ ਹੈ। ਇਸ ਕਰਕੇ ਇਹ ਨਾਮ ਹੀ ਜਿਹੜਾ ਕਾਲ ਤੇ ਅਕਾਲ ਦਾ ਸੁਮੇਲ ਹੈ। ਸੋ ਉਹਨਾਂ ਨੂੰ ਫਿਰ ਅੱਗੇ ਕੋਈ ਬਾਤ ਨਹੀਂ ਆਈ ਜੀ। ਹੁਣ ਜਿਹੜੇ ਵੀਰ ਕਹਿੰਦੇ ਨੇ ਕਿ ਨਹੀਂ ਕਾਲ ਪੁਰਖ ਤੇ ਹੋ ਹੀ ਨਹੀਂ ਸਕਦਾ, ਕਾਲ ਸਾਨੂੰ ਪ੍ਰਵਾਨਿਤ ਨਹੀਂ ਹੈ ਕਿਉਂਕਿ ਮਹਾਕਾਲ ਹੈ, ਇਹ ਵਿਕਰਿਤ ਰੂਪ ਹੈ, ਇਹ ਸ਼ਿਵ ਦਾ ਸਰੂਪ ਹੈ। ਉਹ ਵੀਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇ ਅਸੀਂ ਕਾਲ ਪੁਰਖ ਦੀ ਗੱਲ ਕਰੀਏ ਜਾਂ ਮਹਾਕਾਲ ਦੀ ਗੱਲ ਕਰੀਏ ਤਾਂ ਉਹ ਜਿਹੜਾ ਜਾਪ ਸਾਹਿਬ ਦਾ ਨਮੋ ਸਰਬ ਕਾਲੇ ਤੇ ਨਮੋ ਕਾਲ ਕਾਲੇ ਹੈ, ਕਾਲਾਨ ਕਾਲ ਹੈ, ਉਹ ਹੀ ਮਹਾਕਾਲ ਹੈ ਜੀ ਜੀ। ਇਸ ਕਰਕੇ ਜੇ ਅਸੀਂ ਮਹਾਕਾਲ ਅਗਲੀਆਂ ਰਚਨਾਵਾਂ ਵਿੱਚੋਂ ਹਟਾਉਣ ਦਾ ਯਤਨ ਕਰਾਂਗੇ ਤਾਂ ਕਾਲ ਪੁਰਖ ਦੇ ਦਰਸ਼ਨ ਸਾਨੂੰ ਜਿਹੜਾ ਹੈ ਉਹ ਜਾਪ ਸਾਹਿਬ ਵਿੱਚ ਹੋਣਗੇ ਤੇ ਜਾਪ ਸਾਹਿਬ ਵੀ ਪਾਸੇ ਕਰਨਾ ਪਵੇਗਾ, ਜਿਹੜਾ ਕਿ ਕੁਝ ਲੋਕਾਂ ਨੇ ਕਰ ਦਿੱਤਾ ਹੈ ਜੀ। ਜਾਪ ਸਾਹਿਬ ਤੋਂ ਬਾਅਦ ਦੂਜੀ ਬਾਣੀ ਜਿਹੜੀ ਹੈ ਸ਼੍ਰੀ ਅਕਾਲ ਉਸਤਤ, ਆਪਾਂ ਉਹਦੇ ਤੇ ਫਿਰ ਅਗਲੇ ਸੈਗਮੈਂਟ ਚ ਆਵਾਂਗੇ, ਕਿਉਂਕਿ ਇਹ ਵੀ ਜਿਹੜਾ ਤੁਸੀਂ ਇਹਦੇ ਚ ਦੋ ਸਵਾਲ ਹੈਗੇ ਛੋਟੇ ਛੋਟੇ ਉਪਜਦੇ, ਮੈਂ ਬਾਅਦ ਵਿੱਚ ਗੱਲ ਕਰਦਾ ਇੱਕ ਵਕਫੇ ਦੇ ਬਾਅਦ ਹਾਜ਼ਰ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਔਰ ਉਸ ਦੇ ਪਿਛੋਕੜ ਵਿੱਚ ਖਾਲਸੇ ਦਾ ਵਿਰਸਾ ਤੇ ਅੰਮ੍ਰਿਤ ਬਾਣੀ, ਇਹ ਇਸ ਦੇ ਬਾਰੇ ਡਾਕਟਰ ਜੋਤ ਸਿੰਘ ਜੀ, ਡਾਕਟਰ ਹਰਭਜਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਔਰ ਗੁਰਿੰਦਰ ਮਾਨ ਜੀ ਜਾਣਕਾਰੀ ਦੇ ਰਹੇ ਹਨ ਔਰ ਵਾਕਈ ਹੀ ਇਹ ਜਾਣਕਾਰੀ ਜਿਹੜੀ ਹੈ ਬਹੁਤ ਹੀ ਕੀਮਤੀ ਹੈ। ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕੀਤਾ ਕਿ ਜਿਵੇਂ ਇੱਕ ਲਫ਼ਜ਼ ਵਰਤਿਆ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸੰਪਾਦਨਾ, ਉਸ ਦੇ ਸਰੂਪ ਬਾਰੇ, ਜਿਵੇਂ ਅਸੀਂ ਵੇਖਦੇ ਹਾਂ ਕਿ ਜਿਵੇਂ ਸਾਰੇ ਦਾ ਸਾਰਾ ਦਸਮ ਗ੍ਰੰਥ ਉਹਦੇ ਵਿੱਚ ਕਲੈਕਟਡ ਵਰਕਸ ਹੈ, ਕੁਝ ਵੱਡੀਆਂ ਔਰ ਕੁਝ ਛੋਟੀਆਂ ਗ੍ਰੰਥਾਂ ਦਾ ਜਾਂ ਪੁਸਤਕਾਂ ਦਾ ਜਾਂ ਕਿਤਾਬਾਂ, ਅਸੀਂ ਜੋ ਵੀ ਕਹਿ ਲਈਏ, ਅਸੀਂ ਵੀ ਅਹਿਲੇ ਕਿਤਾਬ ਹਾਂ, ਪਰ ਉਹ ਵੱਖ-ਵੱਖ ਗ੍ਰੰਥਾਂ ਦਾ ਛੋਟਾ ਜਿਹਾ ਸੁਮੇਲ ਹੈ। ਹਾਲਾਂ ਉਹਨਾਂ ਦਾ ਵਿਸ਼ਾ ਵੀ ਵੱਖਰਾ ਹੈ, ਸਬਜੈਕਟ ਵੀ ਵੱਖਰਾ ਹੈ। ਉਹਦੇ ਵਿੱਚ ਕੁਝ ਬਾਣੀ ਬਿਲਕੁਲ ਅਧਿਆਤਮਕਤਾ ਦੀ ਹੈ, ਜਿਵੇਂ ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਸਵਈਏ ਹੈ, ਸ਼ਬਦ ਹਜ਼ਾਰੇ ਹੈ, ਬਿਲਕੁਲ ਅਧਿਆਤਮਕਤਾ ਦੀ ਹੈ। ਕੁਝ ਉਹਦੇ ਵਿੱਚ ਪੁਰਾਣਕ ਗਾਥਾਵਾਂ ਦੀ ਵੀ ਹੈ, ਕੁਝ ਨਿਰੋਲ ਜਿਸ ਨੂੰ ਅਸੀਂ ਸਾਹਿਤਿਕ ਰਚਨਾਵਾਂ ਕਹਿੰਦੇ ਹਾਂ, ਕੁਝ ਸਰਕਾਰ ਨੂੰ ਲਿਖੀਆਂ ਚਿੱਠੀਆਂ ਵੀ ਹੈ, ਜਿਵੇਂ ਜ਼ਫਰਨਾਮਾ ਹੈ, ਜਾਂ ਜਿਵੇਂ ਪਿਆਰਾ ਸਿੰਘ ਪਦਮ ਕਹਿੰਦੇ ਸੀ ਕਿ ਅਕਾਲ ਪੁਰਖ ਨੂੰ ਲਿਖੀ ਚਿੱਠੀ ਵੀ ਹੈ ਬੇਨਤੀ ਚੁਪਈ। ਸੋ ਇਹ ਵਿਸ਼ੇ ਤਾਂ ਵੱਖਰੇ ਹੋ ਸਕਦੇ ਹਨ, ਪਰ
ਵੈਸੇ ਤਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਈ ਵਾਰ ਇਸ ਨੂੰ ਵੀ ਇੱਕ ਅਧਿਆਤਮਕ ਸਾਹਿਤ ਹੀ ਕਿਹਾ ਜਾਂਦਾ ਹੈ ਜਦੋਂ ਬਰਾਡਰ ਤਰੀਕੇ ਦੇ ਨਾਲ, ਤੇ ਇਹ ਕੀ ਸਾਰੇ ਦਾ ਸਾਰਾ ਇਹਨੂੰ ਲਫ਼ਜ਼ ਅਗਰ ਵਰਤ ਲਿਆ ਜਾਏ ਕੋਈ ਵੀ, ਪਰ ਕੀ ਇਹਦੀ ਆਥਰਸ਼ਿਪ ਜਾਂ ਕਰਤ੍ਰਿਤਵ ਜਿਹੜਾ ਹੈ, ਇਹਦਾ ਰਾਈਟਰ ਜਿਹੜਾ ਹੈ, ਕੀ ਉਹ ਸਾਰੇ ਦੇ ਸਾਰੇ ਦਸਮ ਗ੍ਰੰਥ ਸਾਹਿਬ ਦਾ ਇੱਕੋ ਹੈ, ਇੱਕੋ ਕਲਮ ਤੋਂ ਹੈ ਜਾਂ ਉਹ ਵੱਖ ਹੈ? ਮੇਰਾ ਨਿਵੇਦਨ ਇਹ ਹੈ ਕਿ ਜਾਪ ਸਾਹਿਬ ਤੋਂ ਬਾਅਦ ਜਾਪ ਸਾਹਿਬ ਅੰਮ੍ਰਿਤ ਦੀ ਬਾਣੀ ਹੈ, ਉਸ ਸੰਬੰਧੀ ਸੰਦੇਹ ਕਰਨਾ ਬਿਲਕੁਲ ਹੀ ਉਚਿਤ ਨਹੀਂ ਜੀ। ਅਕਾਲ ਉਸਤਤ ਜਿਹੜੇ ਦਸਮ ਗ੍ਰੰਥ ਦੇ ਆਲੋਚਕ ਨੇ ਉਹ ਕੁਝ ਛੰਦਾਂ ਨੂੰ ਛੱਡ ਕੇ ਤ੍ਰਿਭੰਗੀ ਛੰਦਾਂ ਨੂੰ ਬਾਕੀ ਕਹਿੰਦੇ ਨੇ ਕਿ ਅਕਾਲ ਉਸਤਤ ਗੁਰੂ ਜੀ ਦੀ ਹੈ ਜੀ। ਮੇਰਾ ਵਿਸ਼ਵਾਸ ਹੈ ਕਿ ਉਹ ਤ੍ਰਿਭੰਗੀ ਛੰਦ ਉਹਦਾ ਅਭਿੰਨ ਅੰਗ ਨੇ। ਮੈਂ ਆਪਣੀ ਪੁਸਤਕ ਵਿੱਚ ਉਹਦੀ ਚੰਗੀ ਵਿਆਖਿਆ ਕੀਤੀ ਹੈ ਜੀ। ਅਕਾਲ ਉਸਤਤ ਤੋਂ ਬਾਅਦ ਕਾਲ ਪੁਰਖ ਜੀ ਕੀ ਉਸਤਤ ਹੈ ਬਚਿੱਤਰ ਨਾਟਕ ਵਿੱਚ, ਜੀ, ਉਹਦਾ ਜੀ। ਸਿਰਲੇਖ ਕਾਲ ਪੁਰਖ ਜੀ ਕੀ ਉਸਤਤ ਹੈ। ਹੂੰ। ਕਾਲ ਪੁਰਖ ਜੀ ਕੀ ਉਸਤਤ ਉਹੀ ਵਿਅਕਤੀ ਕਰਦਾ ਹੈ ਜਿਹੜਾ ਪਹਿਲਾਂ ਅਕਾਲ ਉਸਤਤ ਦੀ ਕਰ ਰਿਹਾ, ਇਹਦੇ 'ਚ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ ਜੀ ਜੀ। ਔਰ ਜੋ ਇਸਦਾ ਰਚਨ ਕਰਤਾ ਹੈ ਉਹ ਆਪਣੀ ਆਤਮ ਕਥਾ ਲਿਖਦਾ ਹੈ ਜੀ। ਤੇ ਵਾਰ-ਵਾਰ ਇਹ ਸੰਕੇਤ ਦੇ ਰਿਹਾ ਕਿ ਇਹ ਆਤਮ ਕਥਾ ਕਵੀ ਦੀ ਹੈ ਜਿਹੜਾ ਇਹਦਾ ਰਚਨਹਾਰ ਹੈ। ਜੀ ਜੀ ਜੀ। ਕਵੀ ਬੰਸ ਵਰਣਨ ਲਿਖ ਜੀ। ਦਿੱਤਾ ਤੇ ਉਹ ਜਿਹੜੀ ਉਥੋਂ ਸਾਫ਼ ਹੀ ਬਾਤ ਹੈ ਕਿ ਕਵੀ ਆਪਣੇ ਵੰਸ਼ ਦੇ ਬਾਰੇ ਵਰਣਨ ਕਰ ਰਿਹਾ ਹੈ ਜੀ। ਕਵੀ ਆਪਣੇ ਜਨਮ ਬਾਰੇ ਵਰਣਨ ਕਰ ਰਿਹਾ, ਤਾਂ ਇਹਦਾ ਮਤਲਬ ਕਿ ਕਵੀ ਇਹਦਾ ਰਚੈਤਾ ਜਿਹੜਾ ਹੈ ਜਿਸ ਦੀ ਆਤਮ ਕਥਾ ਹੈ ਔਰ ਜਿਹਦਾ ਜਨਮ ਪਟਨਾ ਸਾਹਿਬ ਹੈ, ਤਹੀਂ ਪ੍ਰਕਾਸ਼ ਸਾਹਿਬ ਹੈ, ਉਹ ਹੀ ਕਵੀ ਹੈ। ਜੀ ਜੀ। ਹੁਣ ਇਸ ਬਚਿੱਤਰ ਨਾਟਕ ਦੇ ਜਦੋਂ ਅੰਤ ਵਿੱਚ ਪਹੁੰਚਦੇ ਨੇ ਤੇ ਫਿਰ ਉਹ ਕਹਿੰਦੇ ਨੇ ਕਿ ਹੁਣ ਜਿਹੜੇ ਪੁਰਾਤਨ ਪੁਰਖ ਸਨ, ਜਿਵੇਂ ਜਿਵੇਂ ਬਜ਼ੁਰਗਾਂ ਤੋਂ ਕਥਾ ਕਹਾਣੀਆਂ ਸੁਣੀਆਂ ਨੇ ਅਵਤਾਰਾਂ ਦੀਆਂ, ਉਹ ਅਸੀਂ ਲਿਖਾਂਗੇ, ਪਰੰਤੂ ਪਹਿਲਾਂ ਚੰਡੀ ਚਰਿੱਤਰ ਲਿਖਾਂਗੇ। ਜੀ ਜੀ। ਤੋ ਚੰਡੀ ਚਰਿੱਤਰਾਂ ਦਾ ਆ ਜਾਣਾ ਇਹ ਸਿੱਧ ਕਰਦਾ ਹੈ ਕਿ ਜਿਸ ਨੇ ਆਤਮ ਕਥਾ ਲਿਖੀ ਸੀ ਉਸਨੇ ਚੰਡੀ ਚਰਿੱਤਰ ਲਿਖੇ ਨੇ, ਔਰ ਜੀ। ਉਹੀ ਅੱਗੇ ਦੂਜੇ ਜਿਹੜੇ 24 ਅਵਤਾਰਾਂ ਦੀ ਗਾਥਾ ਹੈ ਉਹ ਵੀ ਉਸਨੇ ਪੂਰੀ ਕਰ ਦਿੱਤੀ ਹੈ। ਜੀ ਜੀ। ਰਿਹਾ ਕਵਿਵਾਚ ਬੇਨਤੀ ਆਪਣਾ ਕਵਿਵਾਚ ਬੇਨਤੀ ਚੌਪਈ, ਤਾਂ ਲਾਸਟ ਜਿਹੜਾ ਪਾਰਟ ਹੈ ਉਹ ਚਰਿਤਰੋਪਾਖਿਆਨ ਦਾ ਹੈ। ਜੀ। ਚਰਿਤਰੋਪਾਖਿਆਨ ਦੀ ਜਦੋਂ ਗੱਲ ਕਰਾਂਗੇ ਤਾਂ ਚਰਿਤਰਾਂ ਦੇ ਵਿੱਚ ਜਦੋਂ ਕੇਕਈ ਦੀ ਕਹਾਣੀ ਆਈ ਹੈ, ਤਾਂ ਕੇਕਈ ਦੇ ਵਰਦਾਨ ਵਾਲੀ ਕਹਾਣੀ ਜਦੋਂ ਰਾਮਾ ਅਵਤਾਰ ਵਿੱਚ ਆਈ ਹੈ, ਰਾਮਾ ਅਵਤਾਰ 1755 ਸੰਵਤ ਦੀ ਰਚਨਾ ਹੈ, ਅਸੀਂ ਇਹਨੂੰ 1698 ਈਸਵੀ ਕਹਿ ਲਈਏ ਜੀ। ਔਰ 1753 ਦੀ ਜਿਹੜੀ ਹੈ ਉਹ ਚਰਿਤਰੋਪਾਖਿਆਨ ਹੈ ਜੀ। ਚਰਿਤਰੋਪਾਖਿਆਨ ਦੇ ਵਿੱਚ ਜਦੋਂ ਕਹਾਣੀ ਆ ਗਈ ਹੈ ਤਾਂ ਜਿਸ ਨੇ ਰਾਮਾ ਅਵਤਾਰ ਲਿਖਿਆ ਉਸਨੇ ਕਿਹਾ ਕਿ ਇਹ ਕੇਕਈ ਦੇ ਵਰਦਾਨ ਵਾਲੀ ਕਹਾਣੀ ਜਿਹੜੀ ਹੈ ਅਸੀਂ ਪਹਿਲਾਂ ਚਰਿਤਰੋਪਾਖਿਆਨ ਵਿੱਚ ਕਰ ਆਏ ਹਾਂ, ਇਸ ਕਰਕੇ ਉਹ ਵਿਸਤਾਰ ਨਾਲ ਦੱਸਣ ਦੀ ਲੋੜ ਨਹੀਂ ਹੈ, ਉਹਦਾ ਭਾਵ ਸੀ ਵਿਸਤਾਰ ਨਾਲ ਦੱਸਣ ਦੀ। ਇਹਦਾ ਮਤਲਬ ਉਹਦਾ ਲਿੰਕ ਉਹਦੇ ਨਾਲ, ਇਹਦਾ ਮਤਲਬ ਇਹ ਹੈ ਕਿ ਜਿਸ ਨੇ ਚਰਿਤਰੋਪਾਖਿਆਨ ਲਿਖਿਆ ਉਸਨੇ ਰਾਮਾ ਅਵਤਾਰ ਲਿਖਿਆ ਹੈ, ਔਰ ਜਿਸ ਨੇ ਰਾਮਾ ਅਵਤਾਰ ਲਿਖਿਆ ਹੈ ਉਸੇ ਨੇ ਚੰਡੀ ਚਰਿੱਤਰ ਲਿਖੇ ਨੇ, ਤੇ ਉਸੇ ਨੇ ਆਤਮ ਕਥਾ ਜਿਹੜੀ ਹੈ ਬਚਿੱਤਰ ਨਾਟਕ ਲਿਖਿਆ ਹੈ। ਜੀ ਜੀ। ਸੋ ਸਮੁੱਚਾ ਬਚਿੱਤਰ ਨਾਟਕ ਤੇ ਵੱਡੀ ਪੋਥੀ ਦੂਜੀ ਜਿਹੜੀ ਹੈ ਚਰਿਤਰੋਪਾਖਿਆਨ, ਔਰ ਚਰਿਤਰੋਪਾਖਿਆਨ ਦੇ ਵਿੱਚ ਮੇਰ ਕਰੋ ਤ੍ਰਿਣ ਤੇ ਮੋਇ ਜਾਏ, ਉਹਦੇ ਅਸੀਂ ਦਰਸ਼ਨ ਫਿਰ ਜਿਹੜੇ ਨੇ ਉਹ ਬਚਿੱਤਰ ਨਾਟਕ ਆਤਮ ਕਥਾ ਵਿੱਚ ਕਰ ਲੈਂਦੇ ਹਾਂ। ਇਸ ਕਰਕੇ ਇਹ ਬਾਣੀਆਂ ਇੰਟਰਲਿੰਕਡ ਨੇ, ਇਹਨਾਂ ਨੂੰ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਦੂਜੀ ਚੀਜ਼ ਕਿ ਇਹ ਬਾਣੀ ਹੈ ਜਾਂ ਸਾਹਿਤ ਹੈ, ਇਹ ਇੱਕ ਬੜਾ ਵੱਡਾ ਸਵਾਲ ਹੈ। ਇਹ ਭੁਲੇਖਾ ਪਾਉਣ ਵਾਲੇ ਜਿਹੜੇ ਮੇਰੇ ਵੀਰ ਨੇ ਉਹ ਉਲਟ ਸੁਲਟ ਵਿਆਖਿਆ ਕਰਦੇ। ਇਹਦਾ ਮਤਲਬ ਲਫ਼ਜ਼ ਜਿਹੜਾ ਵਰਤ ਲਿਆ ਜਾਏ ਪਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਤ। ਇੱਕ ਤਾਂ ਕ੍ਰਿਤ ਉਹਨਾਂ ਦੀ ਹੈ, ਦੂਜੀ ਚੀਜ਼ ਇਹਨੂੰ ਸਮਝ ਲੈਣਾ ਚਾਹੀਦਾ ਕਿ ਸਾਹਿਤ ਵੀ ਹੈ ਤੇ ਕਿਸ ਕਿਸਮ ਦਾ ਹੈ। ਜੀ ਜੀ। ਜਾਪ ਸਾਹਿਬ ਸਾਹਿਤਕ ਰਚਨਾ ਨਹੀਂ ਹੈ, ਅਕਾਲ ਉਸਤਤ ਸਾਹਿਤਕ ਰਚਨਾ ਨਹੀਂ ਹੈ। ਜਿਹੜੀਆਂ ਕਥਾਵਾਂ ਨੇ ਉਹ ਸਾਹਿਤ ਵਿੱਚੋਂ ਲਈਆਂ ਨੇ ਤੇ ਸਾਹਿਤਕ ਨੇ, ਪਰੰਤੂ ਉਹਨਾਂ ਦਾ ਨਵੀਨ ਰੂਪ ਹੈ। ਜੀ ਜੀ। ਹੁਣ ਜਦੋਂ ਉਹਨਾਂ ਦੇ ਉੱਤੇ ਸ੍ਰੀ ਮੁਖ ਵਾਕ ਲਿਖੇ ਤਾਂ ਮੁਖ ਵਾਕ ਤੇ ਹੁੰਦੀ ਹੈ ਬਾਣੀ ਜਿਹੜੀ ਗੁਰੂ ਦੇ ਮੂੰਹ ਤੋਂ ਕੋਈ ਸਾਹਿਤਕ ਰਚਨਾ ਨਿਕਲ ਗਈ, ਉਹ ਵੀ ਅੰਮ੍ਰਿਤਮਈ ਹੈ। ਜੀ। ਉਹ ਵੀ ਬਾਣੀ ਜਿਤਨੀ ਪਵਿੱਤਰ ਹੈ ਉਹਦੇ ਨਾਲ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ। ਜੀ। ਦੂਜੀ ਚੀਜ਼ ਹੈ ਕਿ ਜੇ ਉਹ ਅਵਤਾਰ ਲਿਖਦੇ ਨੇ ਤੇ ਫਿਰ ਪਾਏ ਗਏ ਜਬ ਤੇ ਤੁਮਰੇ ਤਵਤੇ ਕੋ ਆਂਸਰੇ ਨਹੀਂ ਆਨਿਓ, ਇਹ ਰੱਬੀ ਬਾਣੀ ਤੇ ਹੈ। ਮੇਰ ਕਰੋ ਤ੍ਰਿਣ ਤੇ ਮੋਇ ਜਾਏ ਜੇ ਲਿਖਿਆ ਜਾ ਰਿਹਾ ਚਰਿਤਰੋਪਾਖਿਆਨ ਵਿੱਚ, ਔਰ ਵਾਹਿਗੁਰੂ ਜੀ ਦੀ ਸਿਫਤ ਜਿਹੜੀ ਹੈ ਸ਼ੁਰੂ ਹੀ ਉੱਥੋਂ ਕੀਤਾ ਜਾਂਦਾ, ਔਰ ਕਵਿਓ ਵਾਚ ਬੇਨਤੀ ਚੋਂ ਪਈ, ਇਸ ਨੂੰ ਕੌਣ ਕਹੇਗਾ ਕਿ ਇਹ ਬਾਣੀ ਨਹੀਂ ਹੈ। ਸੋ ਸ੍ਰੀ ਮੁਖ ਵਾਕ ਤੋਂ ਜੋ ਵੀ ਸ਼ਬਦ ਨਿਕਲ ਗਿਆ ਉਹ ਬਾਣੀ ਤੇ ਅਸੀਂ ਕਹਿੰਦੇ ਜਿਹੜਾ ਮੁਖ ਤੋਂ ਬੋਲਿਆ ਗਿਆ ਹੈ, ਸ੍ਰੀ ਗੁਰੂ ਮਹਾਰਾਜ ਜੀ ਦੇ ਮੂੰਹ ਤੋਂ ਬੋਲੀਆਂ ਗਈਆਂ। ਇਹਦੇ ਚ ਸਾਹਿਤਕ ਕ੍ਰਿਤੀਆਂ ਵੀ ਨੇ, ਪਰੰਤੂ ਉਹ ਸਾਹਿਤਕ ਕ੍ਰਿਤੀਆਂ ਵੀ ਅੰਮ੍ਰਿਤ ਭਰਪੂਰ ਨੇ, ਉਹਨਾਂ ਵਿੱਚ ਵੀ ਗੁਰੂ ਦੀ ਬਾਣੀ ਹੈ, ਰੱਬ ਦੀ ਸਿਫਤ ਹੈ। ਇਸ ਕਰਕੇ ਉਹਨਾਂ ਇਹ ਕਹਿ ਦੇਣਾ ਕਿ ਜੇ ਕਿਸੇ ਨੇ ਕਿਹਾ ਕਿ ਸਾਹਿਤਕ ਕ੍ਰਿਤੀਆਂ ਨੇ ਤਾਂ ਇਹ ਬਾਣੀ ਨਹੀਂ ਹੈ, ਇਹ ਮੈਂ ਸਮਝਦਾ ਕਿ ਇੱਕ ਜ਼ਿਆਦਤੀ ਹੈ ਤੇ ਠੀਕ ਦਿਸ਼ਾ ਵਿੱਚ ਕਿਸੇ ਚੀਜ਼ ਨੂੰ ਨਾ ਸਮਝਣਾ ਉਹ ਬਾਤ ਹੈ।
ਡਾਕਟਰ ਸਾਹਿਬ ਇਹਦੇ 'ਚ ਇੱਕ ਛੋਟਾ ਜਿਹਾ ਹੋਰ ਪ੍ਰਸ਼ਨ ਹੈ। ਜਿਹੜੀ ਗੁਰੂ ਸਾਹਿਬ ਨੇ, ਮੇਰਾ ਖਿਆਲ ਹੈ ਜਿੰਨੇ ਕੁ ਵੀ ਧਰਮਾਂ ਦੇ ਵੱਖ-ਵੱਖ ਅਵਤਾਰੀ ਪੁਰਸ਼ ਹੋਏ ਹੈ, ਸ਼ਾਇਦ ਗੁਰੂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ ਜਿਨ੍ਹਾਂ ਨੇ ਆਪਣੀ ਆਤਮ ਕਥਾ ਲਿਖੀ ਹੈ। ਕਿਸੇ ਹੋਰ ਨੇ ਸ਼ਾਇਦ, ਮੇਰਾ ਖਿਆਲ ਹੈ, ਨਹੀਂ ਵਰਣਨ ਆਉਂਦਾ। ਇਹਦਾ ਕੋਈ ਸਮਾਂ ਹੈ ਕਦੋਂ ਇਹ ਮੁਕੰਮਲ ਹੋਈ, ਕਦੋਂ ਸੰਪੂਰਨ ਹੋਈ? ਉਹਨਾਂ ਨੇ ਕੁਲ ਦਾ ਵਰਣਨ ਕੀਤਾ, ਪਿੱਛੇ ਦਾ ਵਰਣਨ ਕਰਦਿਆਂ ਯੁੱਧਾਂ ਦਾ ਵਰਣਨ ਕੀਤਾ। ਇਹ ਕਿਹੜੇ ਸਾਲ ਵਿੱਚ ਹੋਈ ਹੈ ਸੰਪੂਰਨਤਾ? ਇਹ ਜਿਹੜਾ ਬਚਿੱਤਰ ਨਾਟਕ ਸਮੁੱਚਾ ਹੈ ਜੀ, ਪੂਰਾ ਬਚਿੱਤਰ ਨਾਟਕ, ਜ਼ਫਰਨਾਮਾ ਨੂੰ ਛੱਡ ਕੇ ਬਾਕੀ ਬਚਿੱਤਰ ਇਹ ਕਦੋਂ? ਜ਼ਫਰਨਾਮਾ ਨੂੰ ਛੱਡ ਕੇ 1755 ਵਿੱਚ ਲਾਸਟ ਰਚਨਾ ਰਾਮਾਵਤਾਰ ਹੈ। 1698 ਈਸਵੀ 1698 ਈਸਵੀ ਜੀ। ਇਸ ਕਰਕੇ ਕੁਝ ਬੀਜਾਂ ਉੱਤੇ ਉਹ ਹੀ ਸੰਮਤ ਜਿਹੜਾ ਰਾਮਾਵਤਾਰ ਦੀ ਸਮਾਪਤੀ ਦਾ ਸੀ ਉਹ ਅੰਕਿਤ ਕੀਤਾ ਗਿਆ। ਜੀ ਜੀ। ਕਿਉਂਕਿ ਉਹ ਰਾਮਾਵਤਾਰ ਨੂੰ ਉਸ ਵੇਲੇ ਅੰਤਿਮ ਬਾਣੀ ਮਿਥ ਲਿਆ ਗਿਆ ਸੀ ਕਿ ਇੱਥੇ ਸ਼੍ਰੀ ਦਸਮ ਗ੍ਰੰਥੀ ਜਿਹੜੀ ਹੈ ਉਹ ਸੰਪੂਰਨਤਾ ਹੋ ਗਈ ਹੈ। ਅਸੀਂ ਵੇਖਦੇ ਹਾਂ ਕਿ 1745 ਦੇ ਵਿੱਚ ਕ੍ਰਿਸ਼ਨ ਅਵਤਾਰ ਜੀ ਸਮਾਪਤ ਹੁੰਦਾ ਹੈ ਔਰ ਉਹ ਅਨੰਦਪੁਰ ਸਾਹਿਬ ਸੰਮਤ 1700 ਹਾਂਜੀ ਔਰ 1753 ਜੀ 1753 1696 ਈਸਵੀ ਯਾਨੀ ਇਹ ਚਰਿਤਰੋਪਾਖਿਆਨ ਦੀ ਸਮਾਪਤੀ ਦਾ ਸਮਾਂ ਹੈ ਔਰ ਇਹ ਪੌਂਟਾ ਸਾਹਿਬ ਲਿਖਿਆ ਗਿਆ ਹੈ ਔਰ ਇਸ ਨੂੰ ਵੈਰੀਫਾਈ ਕੀਤਾ ਜਾ ਸਕਦਾ ਹੈ ਕਿ ਕਿਆ 1696 ਈਸਵੀ ਵਿੱਚ ਗੁਰੂ ਸਾਹਿਬ ਪੌਂਟਾ ਸਾਹਿਬ ਸਮਝਾ ਨਹੀਂ ਤੇ 1744 45 ਦੇ ਵਿੱਚ ਉਹ ਅਨੰਦਪੁਰ ਸਾਹਿਬ ਸਮਝਾ ਨਹੀਂ। ਇਹ ਸਾਰੀਆਂ ਚੀਜ਼ਾਂ, ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਸਿਰਫ ਆਪਣੇ ਮਤਲਬ ਦੇ ਨਾਲ ਅਰਥ ਕਰਾ ਕੇ ਕੁਝ ਪੰਕਤੀਆਂ ਦੇ ਲੋਕਾਂ ਨੂੰ ਗੁੰਮਰਾਹ ਕਰਨਾ, ਮੈਂ ਸਮਝਣਾ ਇਹ ਨਾ ਕੋਈ ਸਿਆਣਪ ਹੈ ਨਾ ਸਕਾਲਰਸ਼ਿਪ ਹੈ। ਬਿਲਕੁਲ ਇਸੇ ਤਰ੍ਹਾਂ ਹੀ ਅਗਰ ਕੋਈ ਵਿਅਕਤੀ ਅਗਰ ਆਪਣੀ ਜਨਮ ਕਥਾ ਲਿਖਦਾ ਹੈ, ਆਪਣੀ ਆਤਮ ਕਥਾ ਲਿਖਦਾ ਹੈ, ਆਟੋਬਾਇਓਗ੍ਰਾਫੀ, ਸੋ ਕੁਦਰਤੀ ਤੌਰ ਤੇ ਜਦੋਂ ਆਤਮ ਕਥਾ ਤੇ ਹੋਈ ਜਿਸ ਦੇ ਬੰਦੇ ਦੇ ਆਪਣੇ ਜੀਵਨ ਕਾਲ ਵਿੱਚ ਲਿਖੀ, ਉਸ ਸਮੇਂ ਤੱਕ ਦੀਆਂ ਘਟਨਾਵਾਂ ਦਾ ਵਰਣਨ ਕਰੇਗਾ, ਆਉਣ ਵਾਲੇ ਸਮੇਂ ਦਾ ਕਰ ਨਹੀਂ ਸਕਦਾ। ਉਹ ਕਿਸ ਤਰ੍ਹਾਂ ਕੋਈ ਨਜੂਮੀ ਤੇ ਹੈ ਨਹੀਂ ਜਾਂ ਜੋਤਸ਼ੀ ਨਹੀਂ ਹੈ। ਪਰ ਇਹ ਡਾਕਟਰ ਸਾਹਿਬ ਉਹਨਾਂ ਲੋਕਾਂ ਬਾਰੇ ਕੀ ਕਹੋਗੇ ਜਿਹੜੇ ਉਸ ਤੋਂ 10 ਸਾਲ ਬਾਅਦ ਕੋਈ ਘਟਨਾਵਾਂ ਹੋਈਆਂ ਉਹਦਾ ਕਹਿੰਦੇ ਜੀ ਉਹਦਾ ਜ਼ਿਕਰ ਕਿਉਂ ਨਹੀਂ ਆਇਆ ਵਿੱਚ? ਇਹਦੇ ਬਾਰੇ ਕੋਈ ਮੈਂ ਸਮਝਦਾ ਕਿ ਬੁੱਧੀ ਦੀ ਵਿਕ੍ਰਿਤੀ ਹੈ। ਜੀ ਜੀ। ਤੇ ਕਿਉਂਕਿ ਇੱਕ ਚੀਜ਼ ਮੈਂ ਬਹੁਤ ਸਪਸ਼ਟ ਕਰਨੀ ਚਾਹਾਂਗਾ ਕਿ ਦੇਖੋ, ਕਿਸੇ ਵੀ ਧਰਮ ਦੇ ਵਿੱਚ ਜਿਹੜਾ ਮਿਸ਼ਨਰੀ ਵਰਗ ਹੁੰਦਾ ਹੈ, ਜੀ ਜੀ, ਮਿਸ਼ਨਰੀ ਵਰਗ ਵਿਆਖਿਆਕਾਰ ਧਰਮ ਦਾ ਨਹੀਂ ਹੁੰਦਾ ਜੀ। ਧਰਮ ਦੇ ਵਿਆਖਿਆਕਾਰ ਤੇ ਡਾਕਟਰ ਜੋਤ ਸਿੰਘ ਵਰਗੇ ਵੱਡੇ ਲੋਕ ਜਾਂ ਸੰਪਰਦਾਇ ਗਿਆਨੀ ਜਿਨ੍ਹਾਂ ਨੇ ਸਿੱਖਿਆ ਲੰਬੇ ਸਮੇਂ ਤੱਕ ਪ੍ਰਾਪਤ ਕੀਤੀ ਹੈ, ਉਹ ਹੀ ਵਿਆਖਿਆਕਾਰ ਨੇ। ਮਿਸ਼ਨਰੀ ਦਾ ਕੰਮ ਤੇ ਜੋ ਵਿਆਖਿਆ ਹੋ ਚੁੱਕੀ ਹੈ ਲੋਕਾਂ ਤੱਕ ਉਸ ਨੂੰ ਪਹੁੰਚਾਉਣਾ, ਇਹ ਹੀ ਮਿਸ਼ਨਰੀ ਦਾ ਵਰਕ ਹੁੰਦਾ ਹੈ। ਹੁਣ ਸਾਡੇ ਸਮੱਸਿਆ ਇਹ ਹੋ ਗਈ ਹੈ ਕਿ ਜਿਹੜਾ ਬੰਦਾ ਮਿਸ਼ਨਰੀ ਦਾ ਕੰਮ ਕਰਦਾ ਹੈ ਉਹ ਸਮਝਦਾ ਹੈ ਵੀ ਮੈਂ ਧਰਮ ਦਾ ਵਿਆਖਿਆਕਾਰ ਹਾਂ, ਮੈਂ ਇਤਿਹਾਸ ਦਾ ਵਿਆਖਿਆਕਾਰ ਹਾਂ, ਮੈਂ ਸਿਧਾਂਤ ਦਾ ਵਿਆਖਿਆਕਾਰ ਹਾਂ, ਮੈਂ ਫਲਸਫੇ ਦਾ ਵਿਆਖਿਆਕਾਰ ਹਾਂ। ਸਾਡੀ ਯੂਨੀਵਰਸਿਟੀ ਵਿੱਚ ਬੜੇ ਸਿਆਣੇ ਪ੍ਰੋਫੈਸਰ, ਜੇ ਮੈਂ ਹਿਸਟਰੀ ਨਹੀਂ ਜਾਣਦਾ ਤੇ ਮੈਂ ਕਦੇ ਨਹੀਂ ਕਹਾਂਗਾ ਹਿਸਟਰੀ ਮੇਰਾ ਖੇਤਰ ਹੈ, ਮੈਂ ਕਹਾਂਗਾ ਮੇਰਾ ਖੇਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਬਾਣੀਆਂ ਜਿਹੜੀਆਂ ਨੇ ਮੇਰਾ ਖੇਤਰ ਹੈ। ਇਹ ਆਪਣਾ ਖੇਤਰ ਦੱਸਣਗੇ। ਹਰ ਵਿਅਕਤੀ ਦਾ ਖੇਤਰ ਨਿਰਧਾਰਿਤ ਹੈ ਕਿਉਂਕਿ ਇੱਕ ਮਨੁੱਖ ਕੋਲ ਕਿਤਨੀ ਕੁ ਸਮਰੱਥਾ ਹੈ ਕਿ ਉਹ ਸਾਰੇ ਖੇਤਰ ਹੀ ਜਿਹੜੇ ਨੇ ਉਹਨਾਂ ਨੂੰ ਕਵਰ ਕਰ ਸਕੇ। ਸੋ ਇਹ ਅਸੀਂ ਗਲਤ ਤਰੀਕੇ ਨਾਲ ਵਿਆਖਿਆ ਕਰ ਰਹੇ ਹਾਂ। ਇਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਲਾਸਟ ਰਚਨਾ 1755 ਦੀ ਹੈ ਜੀ ਤੇ ਆਤਮ ਕਥਾ ਉਸ ਤੋਂ ਪਹਿਲਾਂ ਲਿਖੀ ਗਈ ਹੈ ਜੀ। ਜਿੰਨੀ ਆਤਮ ਕਥਾ ਲਿਖੀ ਗਈ ਹੈ ਜੀ ਉਸ ਦੇ ਵਿੱਚ ਜੇ ਭੰਗਾਣੀ ਦਾ ਯੁੱਧ ਆ ਜਾਂਦਾ ਹੈ, ਨਦਾਉਣ ਦਾ ਯੁੱਧ ਆ ਜਾਂਦਾ ਹੈ, ਬਿਲਕੁਲ ਠੀਕ, ਤੇ ਉਸ ਤੋਂ ਬਾਅਦ ਤੇ ਉਹਨਾਂ ਨੇ ਰਚਨਾਵਾਂ ਜਿਹੜੀਆਂ ਨੇ ਵੀ ਖਾਲਸੇ ਦੀ ਸਾਜਨਾ ਤੋਂ ਬਾਅਦ ਵੀ ਰਚਨਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਸਨ। ਕੋਈ ਗੁਰੂ ਸਾਹਿਬ ਕਿਸੇ ਤੇ ਮਜਬੂਰ ਕੀਤੇ ਹੋਏ ਸਨ। ਜਿਤਨੀਆਂ ਕਥਾਵਾਂ ਜਦੋਂ ਉਹਨਾਂ ਨੇ ਸਾਹਿਤ ਰਚਿਤ ਕੀਤਾ ਹੈ, ਬਾਣੀ ਦੀ ਰਚਨਾ ਕੀਤੀ ਹੈ, ਮੈਂ ਬਾਣੀ ਤੇ ਸਾਹਿਤ ਵਿੱਚ ਅੰਤਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਗੁਰੂ ਦੀ ਬਾਣੀ ਹੈ, ਸ੍ਰੀ ਮੁਖ ਵਾਕ ਬਾਣੀ ਹੈ। ਜਿਤਨੀਆਂ ਰਚਨਾਵਾਂ ਜਦੋਂ ਕੀਤੀਆਂ ਨੇ, ਜਦੋਂ ਉਹਨਾਂ ਨੇ ਆਤਮ ਕਥਾ ਲਿਖੀ ਹੈ, ਜਿੱਥੋਂ ਤੱਕ ਘਟਨਾਵਾਂ ਸਨ ਉਹਨਾਂ ਨੇ ਲਿਖ ਦਿੱਤੀਆਂ ਕੁਦਰਤੀ ਤੌਰ ਤੇ ਉਹੀ ਹੋਏਗੀ। ਉਸ ਤੋਂ ਉਹੀ ਮੈਨੂੰ ਪੁੱਛਣ ਲੱਗੇ, ਕਹਿੰਦੇ ਜੀ ਉਹਦੇ ਚ ਉਹਦਾ ਜ਼ਿਕਰ ਕਿਉਂ ਨਹੀਂ, ਖਾਲਸੇ ਦਾ ਸਿਰਜਣਾ ਦਾ ਜ਼ਿਕਰ ਕਿਉਂ ਨਹੀਂ? ਮੈਂ ਕਿਹਾ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਗੁਰੂ ਗ੍ਰੰਥ ਸਾਹਿਬ ਵਿੱਚ ਬਲੂ ਸਟਾਰ ਦਾ ਜ਼ਿਕਰ ਕਿਉਂ ਨਹੀਂ ਹੈਗਾ? ਹਾਂ ਬਿਲਕੁਲ। ਕਹਿੰਦੇ ਜੀ ਇਹ ਕੀ ਮੂਰਖਾਂ ਵਾਲਾ ਸਵਾਲ ਹੈ। ਮੈਂ ਕਿਹਾ ਤੁਹਾਡਾ ਜਵਾਬ ਜਿੱਦਾਂ ਨਹੀਂ, ਇਹ ਸਾਡੇ ਵੀਰ ਵਾਰ-ਵਾਰ ਕਹਿੰਦੇ ਨੇ ਤੁਸੀਂ ਇਸ ਨੂੰ ਖਾਲਸੇ ਦਾ ਗ੍ਰੰਥ ਕਹਿੰਦੇ ਹੋ, ਫਿਰ ਖਾਲਸੇ ਦੀ ਸਿਰਜਣਾ ਦੀ ਬਾਤ ਇਹਦੇ ਚ ਕਿਉਂ ਨਹੀਂ? ਤੇ ਫਿਰ ਤੁਸੀਂ ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਾਲਸੇ ਦਾ ਗ੍ਰੰਥ ਕਹਿੰਦੇ ਹੋ ਤੇ ਇਹਦੇ ਤੇ ਖਾਲਸੇ ਦੀ ਰਤਾ ਪਰ ਵੀ ਬਾਤ ਕੋਈ ਨਹੀਂ ਹੈ। ਖਾਲਸੇ ਦਾ ਜ਼ਿਕਰ ਇਸ ਕਰ ਇਹ ਹੁਜਤਾਂ ਹਨ। ਮੈਂ ਸਮਝਦਾ ਇਹ ਕੋਈ ਲੌਜਿਕ ਜਾਂ ਦਲੀਲ ਜਾਂ ਕੋਈ ਵਿਚਾਰ ਨਹੀਂ ਹੈ। ਜੀ ਜੀ। ਇੱਕ ਹੋਰ ਵੀ ਗੱਲ ਆ, ਐਡੀਸ਼ਨਲ ਪੁਆਇੰਟ ਜਿਹੜਾ ਕਰਨਾ ਚਾਹੀਦਾ ਇਹ ਹੈਗੀ ਆ, ਜਦੋਂ ਆਪਾਂ ਦੱਸਦੇ ਆ ਬਚਿੱਤਰ ਨਾਟਕ ਦੇ ਵਿੱਚ ਕਿੰਨਾ ਤੱਕ
ਪਹੁੰਚਿਆ ਹੈ ਅਸੂਲ ਜਿਹੜੇ ਦਿੱਤੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਜੀ। ਫਿਰ ਜੇ ਆਪਾਂ ਦੇਖੀਏ ਸੈਨਾਪਤ ਦਾ ਕੰਮ, ਕਵੀ ਸੈਨਾਪਤ ਜਿਹੜਾ ਸੀਗਾ ਜੀ, ਉਹ ਕੰਟੀਨਿਊ ਕਰਦਾ ਟ੍ਰੈਡੀਸ਼ਨ, ਉਹ ਬਚਿੱਤਰ ਨਾਟਕ ਦਾ ਪਾਰਟ 2 ਕਹਿ ਦੋ। ਉਹ ਫਿਰ ਰਚਨਾ ਜਿਹੜਾ ਹੈਗਾ ਖਾਲਸਾ ਵਾਸਤੇ ਜੰਗ ਜਿਹੜੇ ਲੜੇ ਹੋਏ ਸੀਗੇ, ਤਾਂ ਉਹਦੇ ਵਿੱਚ ਸਾਰਾ ਵਿਸ਼ਵਾਸ ਉਹਨੇ ਦਿੱਤਾ ਹੋਇਆ। ਫਿਰ ਜਿਹੜੇ ਕਹਿੰਦੇ ਆ ਖਾਲਸਾ ਟ੍ਰੈਡੀਸ਼ਨ ਆਉਂਦੇ ਨਹੀਂ ਬਚਿੱਤਰ ਨਾਟਕ ਦੇ ਵਿੱਚ, ਉਹਨੇ ਕਵੀ ਸੈਨਾਪਤ ਨੇ ਜਿੱਦਾਂ ਪੂਰੀ ਰਚਨਾ ਕੀਤੀ ਹੋਈ ਆ, ਸਭ ਕੁਛ ਨਾਲ ਛੰਦ ਵੀ ਜਿੱਦਾਂ ਉਹਨੇ ਲਿਖੇ ਹੋਏ, ਉਹ ਪੈਟਰਨ ਹੈਗੇ ਬਚਿੱਤਰ ਨਾਟਕ ਤੇ। ਬਿਲਕੁਲ, ਇਹ ਜਿਹੜਾ ਨੁਕਤਾ ਹੈ ਬਹੁਤ ਅਹਿਮ ਹੈ ਕਿ ਜੀ ਇਹ ਤਾਂ ਦੁਰਭਾਗ ਹੈ ਕਿ ਇਸ ਗ੍ਰੰਥ ਨੂੰ ਅਸੀਂ ਰਿਜੈਕਟ ਕਰ ਰਹੇ ਹਾਂ। ਜੀ, ਇਸ ਨੂੰ ਰਿਜੈਕਟ ਕਰਨ ਦਾ ਮਤਲਬ ਹੈ ਸਾਰੇ ਸਿੱਖ ਸਾਹਿਤ ਜਿਹੜਾ 18ਵੀਂ ਸਦੀ ਦਾ 19ਵੀਂ ਸਦੀ ਦਾ ਸਾਰਾ ਸਿੱਖ ਸਾਹਿਤ ਰਿਜੈਕਟ ਕਰਨਾ। ਜੀ 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 ਜੀ, ਕਿਉਂਕਿ ਇਸ ਗ੍ਰੰਥ ਨੇ ਇਹ ਜਿਹੜੀ ਕ੍ਰਾਂਤੀ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਵਿੱਚ ਤੇ ਅਨੰਦਪੁਰ ਸਾਹਿਬ ਚ ਲਿਆਂਦੀ ਹੈ। ਪੌਂਟਾ ਸਾਹਿਬ ਚ ਖਾਸ ਕਰਕੇ ਉਹਨਾਂ ਨੇ ਇਤਨੇ ਸਾਰੇ ਕਵੀ ਔਰ ਬੜੇ ਸਿਆਣੇ ਸਿਆਣੇ ਲੋਕ ਹਿੰਦੁਸਤਾਨ ਦੇ ਵੱਖ-ਵੱਖ ਭਾਸ਼ਾਵਾਂ ਦੇ ਗਿਆਤਾ ਜਿਹੜੇ ਨੇ ਲਿਆ ਕੇ ਇਕੱਠੇ ਕੀਤੇ। ਉਹਨਾਂ ਨੇ ਜਿਹੜੀ ਕ੍ਰਾਂਤੀ ਲਿਆਂਦੀ, ਉਹਦੇ ਕਾਰਨ ਤੇ ਜਿਹੜਾ ਹੈ ਸਿੱਖਾਂ ਦੇ ਵਿੱਚ ਇਹ ਇਤਿਹਾਸ ਦੀਆਂ ਗੁਰਬਿਲਾਸ ਲਿਖਣੇ ਔਰ ਮਹਿਮਾ ਪ੍ਰਕਾਸ਼ ਲਿਖਣਾ, ਅੱਗੇ ਚੱਲ ਕੇ ਸੂਰਜ ਪ੍ਰਕਾਸ਼ ਤੱਕ ਜਿਹੋ ਜਿਹੀਆਂ ਰਚਨਾਵਾਂ ਹੋਈਆਂ ਨੇ, ਉਹਨਾਂ ਦਾ ਸੋਮਾ ਹੀ ਸ਼੍ਰੀ ਦਸਮ ਗ੍ਰੰਥ ਸਾਹਿਬ। ਬਿਲਕੁਲ, ਔਰ ਵਾਕਈ ਜਿਹੜੇ ਗੁਰੂ ਸਾਹਿਬ ਦੀ ਬਾਣੀ ਦਾ ਇਹ ਪ੍ਰਤਾਪ ਕਹਿ ਲਓ ਜਾਂ ਉਸ ਦਾ ਤੇਜ ਕਹਿ ਲਓ, ਉਸ ਤੋਂ ਬਾਅਦ ਜਿੰਨੇ ਵੀ ਗ੍ਰੰਥ ਲਿਖੇ ਗਏ ਉਹਨਾਂ ਦੀ ਭਾਸ਼ਾ, ਸ਼ਬਦਾਵਲੀ ਔਰ ਉਹ ਸਾਰਾ ਕੁਝ ਜਿਹੜੀਆਂ ਸਿਧਾਂਤ ਸਨ, ਉਹ ਸ੍ਰੀ ਦਸਮ ਗ੍ਰੰਥ ਸਾਹਿਬ ਤੋਂ ਪ੍ਰਭਾਵਿਤ ਨਜ਼ਰ ਆਉਂਦੇ। ਭਾਵੇਂ ਉਹ ਗੁਰਸੋਭਾ ਹੈ ਸੈਨਾਪਤੀ ਦੀ, ਭਾਵੇਂ ਉਹ ਕੰਕਣ ਕਵੀ ਦੀ ਹੈ, ਭਾਵੇਂ ਉਹ ਕੇਸਰ ਸਿੰਘ ਛਿੱਬਰ ਦੀ ਹੈ, ਭਾਵੇਂ ਉਹ ਰਹਿਤਨਾਮੇ ਹੈ, ਭਾਵੇਂ ਉਹ ਪੰਥ ਪ੍ਰਕਾਸ਼ ਹੈ, ਉਹਨਾਂ ਦੇ ਵਿੱਚੋਂ ਉਲਰ ਕੇ ਉਹ ਸਾਰੇ ਸਿਧਾਂਤ ਜਿਹੜੇ ਹੈ ਉਹ ਸਾਰੇ ਸਾਹਮਣੇ ਆਉਂਦੇ। ਪਰ ਡਾਕਟਰ ਸਾਹਿਬ ਤੁਸੀਂ ਇੱਕ ਦੱਸੋ, ਇੱਕ ਪਾਸੇ ਤਾਂ ਤੁਸੀਂ ਸਾਫ਼ ਦੱਸ ਰਹੇ ਹੋ ਕਿ ਇਹ ਜਿਹੜੇ ਬੰਦੇ ਅਗਿਆਨਤਾ ਵਾਸੀ ਜਿਹੜੇ ਹੈਗੇ ਆ, ਫਿਰ ਠੀਕ ਇਹਨਾਂ ਦੀ ਵੀ ਕੋਈ ਗੱਲ ਸੁਣਨ ਦੀ ਲੋੜ ਹੈ? ਆਮ ਸਧਾਰਨ ਜਿਗਿਆਸੂ ਜਿਹੜਾ ਹੈ ਉਸ ਦੇ ਕੋਲ ਆਪਣੇ ਕੰਮਾਂ ਕਾਜਾਂ ਤੋਂ ਫੁਰਸਤ ਨਹੀਂ ਹੁੰਦੀ ਕਿ ਉਹ ਸਾਰੀਆਂ ਚੀਜ਼ਾਂ ਨੂੰ ਵਿਚਾਰ ਸਕੇ। ਇਸ ਕਾਰਨ ਜੇ ਸ਼੍ਰੀ ਦਸਮ ਗ੍ਰੰਥ ਪੜ੍ਹਨ ਵਾਲੇ, ਉਸ ਨੂੰ ਸਮਝਣ ਵਾਲੇ, ਜੇ ਉਹ ਥੋੜਾ ਜਿਹਾ ਸੁਸਤੀ ਦਿਖਾਣਗੇ ਤਾਂ ਫਿਰ ਹਰ ਧਰਮ ਦੇ ਵਿੱਚ ਇਹ ਹੁੰਦਾ ਹੈ ਕਿ ਘੱਟ ਗਿਆਨ ਵਾਲੇ ਲੋਕ ਜਿਹੜੇ ਨੇ ਉਹ ਅੱਗੇ ਆ ਕੇ ਲੋਕਾਂ ਨੂੰ ਗੁੰਮਰਾਹ ਕਰ ਲੈਂਦੇ ਨੇ। ਤੇ ਸਾਨੂੰ ਕਦੇ ਕਦੇ ਐਂ ਲੱਗਣ ਲੱਗਦਾ ਬਈ ਬਸ ਇਹਨਾਂ ਦੀ ਤੇ ਸਾਰੇ ਪਾਸੇ ਗੱਲਬਾਤ ਫੈਲ ਗਈ ਹੈ। ਪਰੰਤੂ ਜਦੋਂ ਸੱਤ ਦਾ ਪ੍ਰਕਾਸ਼ ਹੁੰਦਾ ਹੈ, ਪਹਿਲੀ ਗੱਲ ਤਾਂ ਇਹ ਵੀ ਕਿ ਗ੍ਰੰਥ ਦਾ ਵਿਰੋਧ ਕਰਨ ਵਾਲਾ ਕਦੇ ਵੀ ਵਿਦਵਾਨ ਨਹੀਂ ਹੋ ਸਕਦਾ। ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਗ੍ਰੰਥ ਨੂੰ ਮਹਿਮਾ ਪ੍ਰਕਾਸ਼ ਰਿਜੈਕਟ ਕਰ ਦੇਣਾ ਚਾਹੀਦਾ ਹੈ, ਗੁਰਬਿਲਾਸ ਰਿਜੈਕਟ ਕਰ ਦੇਣੇ ਚਾਹੀਦੇ ਨੇ, ਦਸਮ ਗ੍ਰੰਥ ਰਿਜੈਕਟ ਕਰ ਦਿਓ ਤੇ ਜਲਾ ਦਿਓ ਸਾਰੀਆਂ ਕਾਪੀਆਂ ਗੁਰਬਿਲਾਸ ਪਾਤਸ਼ਾਹੀ 6ਵੀਂ ਦੀਆਂ। ਮੇਰੀ ਬੇਨਤੀ ਇਹ ਵੇ, ਗੁਰਬਿਲਾਸ ਪਾਤਸ਼ਾਹੀ 6ਵੀਂ ਇੱਕ ਕਵੀ ਦਾ ਲਿਖਿਆ, ਜੇ ਉਹਦੇ 'ਚ ਕੋਈ ਵੱਧ ਘੱਟ ਗੱਲ ਹੈ ਤੇ ਉਹ ਛੱਡ ਦਈਏ, ਪਰੰਤੂ 6ਵੇਂ ਪਾਤਸ਼ਾਹ ਦਾ ਇਤਿਹਾਸ ਕਿੱਥੋਂ ਮਿਲੇਗਾ ਜੇ ਉਹ ਨਾ ਹੁੰਦਾ ਸਾਡੇ ਕੋਲ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਔਰ ਬੰਨੋ ਵਾਲੀ ਭੀੜ ਵਿੱਚ ਪਈਆਂ ਵਾਧੂ ਬਾਣੀਆਂ ਦੇ ਕਿੱਥੋਂ ਨਿਸ਼ਾਨਦੇਹੀ ਕਰਨੀ ਸੀ ਜੇ ਗੁਰਬਿਲਾਸ ਪਾਤਸ਼ਾਹੀ 6ਵੀਂ ਨਾ ਹੁੰਦਾ। ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦਾ ਸਾਰਾ ਇਤਿਹਾਸ ਇਹ ਕੇਵਲ ਤੇ ਕੇਵਲ ਇੱਕੋ ਸੋਮਾ ਹੈ। ਸੋ ਇਹ ਜਿਹੜੇ ਸੋਮੇ ਨੇ, ਇਹਨਾਂ ਵਿੱਚੋਂ ਚੀਜ਼ਾਂ ਜਿਹੜੀਆਂ ਨੇ ਦਸਮ ਪਾਤਸ਼ਾਹ ਦੀ ਬਾਣੀ ਤੇ ਕੋਈ ਕਿੰਤੂ ਹੀ ਨਹੀਂ ਕਰ ਸਕਦੇ। ਪਰੰਤੂ ਜਿਹੜੀ ਸਿੱਖਾਂ ਲਿਖਾਰੀਆਂ ਦੀ ਸਾਨੂੰ ਕਿਤੇ ਲੱਗਦਾ ਹੈ ਵੀ ਇਹ ਗੱਲ ਜਿਹੜੀ ਹੈ ਕੋਈ ਗੁਰਮਤ ਵਾਲੀ ਨਹੀਂ, ਤੇ ਉਹਨੂੰ ਅਸੀਂ ਛੱਡ ਸਕਦੇ ਹਾਂ, ਕੋਈ ਮਜਬੂਰੀ ਥੋੜਾ। ਪਰੰਤੂ ਜਿਹੜੀ ਉਹਦੇ 'ਚ ਇਨਫੋਰਮੇਸ਼ਨ ਹੈ ਉਹ ਅਸੀਂ ਜਿਹੜੀ ਹੈ ਉਹ ਜੇ ਅੱਜ ਸਾਡੇ ਕੋਲ ਇਤਿਹਾਸ ਸਾਰਾ ਜਲਾ ਦਈਏ, ਦਸਮ ਗ੍ਰੰਥ ਨੂੰ ਕਰ ਦਈਏ ਤਾਂ ਕਿ ਅੰਮ੍ਰਿਤ ਵੀ ਸਾਡਾ ਨਾਂ ਰਹਿ ਜਾਵੇ। ਕੌਮ ਦੀ ਜਿਹੜੀ ਕੌਮੀ ਜ਼ਰੂਰਤ ਹੈ, ਜਿਹਦੇ ਵਾਸਤੇ ਕੌਮ ਦਾ ਸੰਗਠਨ ਹੀ ਜਿਹਦੇ ਉੱਤੇ ਖੜਾ ਹੋਇਆ ਹੈ, ਕੌਮ ਦਾ ਸੰਗਠਨ ਖਤਮ ਕਰ ਦਈਏ, ਦਸਮ ਗ੍ਰੰਥ ਜਿਹੜਾ ਹੈ ਉਹ ਖਤਮ ਕਰਕੇ ਇਸ ਸਾਰੇ ਗ੍ਰੰਥ ਇਤਿਹਾਸ ਦੇ ਸਾਰ ਦਈਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਕੇਵਲ ਬਾਣੀ ਪੜ੍ਹ ਕੇ ਉਹ ਕਬੀਰ ਪੰਥੀ ਵੀ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਰਹੇ ਨੇ, ਕਿਤਨਾ ਕੋ ਪੁਸ਼ਟ ਸਮਾਜ ਉਹ ਬਣਾ ਸਕੇ ਨੇ। ਇਹ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਇਹਨਾਂ ਚੀਜ਼ਾਂ ਤੇ ਉਸਰੀ ਹੋਈ ਹੈ। ਇਹਨਾਂ ਨੂੰ ਹਟਾਉਣ ਦਾ ਮਤਲਬ ਹੈ ਆਰਗੇਨਾਈਜੇਸ਼ਨ ਨੂੰ ਢਾਹ ਲਾਣਾ ਨਹੀਂ। ਪਰ ਡਾਕਟਰ ਸਾਹਿਬ ਇੱਕ ਹੋਰ ਚੀਜ਼ ਤੁਸੀਂ ਵੇਖੋ ਕਿ ਇਹ ਜਿਹੜੇ ਬੰਦੇ ਜਿੰਨੇ ਵੀ ਕਰ ਰਹੇ ਆ, ਸਿੱਖ ਰਹਿਤ ਮਰਿਆਦਾ ਦੀ ਜਿਹੜੀ ਸ਼ਖਸੀ ਜੀਵਨ ਦਾ ਪਹਿਲੀ ਜਿਹੜੀ ਕਲਾਜ਼ ਆਉਂਦੀ ਹੈ ਉਹ ਹੈ ਸਵੇਰੇ ਉੱਠ ਕੇ ਉਹ ਸਿਮਰਨ ਕਰੇ, ਅੰਤਰ ਧਿਆਨ ਹੋ ਕੇ ਉਹ ਵਾਹਿਗੁਰੂ ਦਾ ਨਾਮ ਲਵੇ। ਇਹ ਤਾਂ ਉਸ ਨੂੰ ਵੀ ਤੋਤਾ ਰਟਨ ਕਹਿੰਦੇ। ਜਿਹੜੇ ਬੰਦੇ ਉਸ ਤੋਂ ਵੀ ਮੁਨਕਰ ਹੈ, ਇਹ ਤਾਂ ਫਿਰ ਬਾਅਦ ਦੀ ਗੱਲ ਹੋ ਗਈ। ਇਹਦਾ ਮਤਲਬ ਪਹਿਲਾਂ ਬਾਹਰੀ ਚੀਜ਼ ਹਟਾ ਦਿਓ, ਫਿਰ ਅੰਦਰਲੀ ਚੀਜ਼ ਹਟ ਜਾਏਗੀ। ਇਹ ਤਾਂ ਜਿਵੇਂ ਗੋਭੀ ਦੇ ਪੱਤਿਆਂ ਤੋਂ ਲਾਈ ਜਾਓ, ਅਖੀਰ ਦੇ ਵਿੱਚ ਹੱਥ 'ਚ ਕੀ ਬਚਣਾ। ਇਹ ਜਿਹੜੇ ਹੈਗੇ ਆ। ਦੂਸਰੀ ਗੱਲ ਜਿਹੜੀ ਹੈ ਕਿ ਜੇਕਰ ਗੁਰੂ ਸਾਹਿਬ ਨੇ ਖੁਦ ਕਿਹਾ ਆਗਿਆ ਪਈ ਅਕਾਲ ਕੇ ਤਵੇ ਚਲਾਇਓ ਪੰਥ, ਤੇ ਜੇ ਅਕਾਲ ਪੁਰਖ ਦੀ ਆਗਿਆ ਨਾਲ ਚੱਲੇ ਹੋਏ ਪੰਥ ਨੂੰ ਕਿਹੜਾ ਛੇੜ ਸਕਦਾ, ਕਿਹੜਾ ਹਿਲਾ ਸਕਦਾ,
ਕਿਹੜਾ ਕੋਈ ਕਿਸ ਦੀ ਉਹਦੇ 'ਚ ਹੈਗੀ ਹੈ। ਇਹਦੇ ਬਾਰੇ ਤਾਂ ਉਹੀ ਹੈ ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਕਿਹਾ, ਖੋਰੂ ਪਾਏ ਕੋ ਬਚ ਕੋ ਪਾਖੇ, ਦੁਖਤ ਕਰਨ ਗਾਂਧਲੀ ਕਾਖੇ, ਸੋ ਝੱਖ ਮਾਰਤ ਰਹੇ ਕੋ ਪੱਤੇ। ਇਹ ਝੱਖ ਮਾਰ ਕੇ ਰਹਿ ਜਾਣ ਵਾਲੀ ਗੱਲ ਹੈ। ਕੀ ਜਿੱਥੇ ਹੈਗਾ ਕੀ ਕਿਧਰੇ ਨਿਤਨੇਮ ਪੜ੍ਹਨਾ ਬੰਦ ਹੋ ਜਾਏਗਾ, ਅਰਦਾਸ ਬੰਦ ਹੋ ਜਾਏਗੀ, ਬਾਣੀ ਪੜ੍ਹਨੀ ਬੰਦ ਹੋ ਜਾਏਗੀ, ਜਾਂ ਇਹ ਤਾਂ ਫਜ਼ੂਲ ਜੀਆਂ ਮਤਲਬ ਜਿਹਨੂੰ ਕਹਿੰਦੇ ਨੇ ਕਿ ਗੁਨਾਹੇ ਬੇਲੱਜ਼ਤ ਹੈ ਕਿ ਆਪਣੇ ਆਪ ਨੂੰ ਉਸ ਪਾਸੇ ਤੋਰੀ ਜਾਣਾ। ਬਹੁਤ ਬਹੁਤ ਤੁਹਾਡਾ ਕਿਸੇ ਦੁਰਗਾ ਪਾਠ ਵਿੱਚ ਜੀ ਖੰਡਾ ਪ੍ਰਿਥਮੈ ਸਾਜ ਕੇ ਜਿਨ ਸਭ ਸਹਿਸਾਰ ਪਾਇਆ, ਕੋਈ ਕੱਢ ਕੇ ਤੇ ਦਿਖਾਵੇ। ਜੀ 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 ਇਹ ਦੁਰਗਾ ਜਿਹੜੀ ਇਹ ਖੰਡਾ ਪ੍ਰਿਥਮੈ ਸਾਜ ਕੇ ਕਹਿਣਾ, ਪਹਿਲਾਂ ਆਪਣਾ ਸ੍ਰੀ ਭਗਵਤੀ ਜੀ ਕੀ ਵਾਰ ਵਿੱਚ, ਚੰਡੀ ਕੀ ਵਾਰ ਵਿੱਚ ਇਹ ਗੱਲ ਕਹਿਣੀ, ਇਹ ਪਹਿਲਾਂ ਵੇਖਣਾ ਚਾਹੀਦਾ ਕਿ ਗੁਰੂ ਜੀ ਦਾ ਇਸ਼ਟ ਕਿਹੜਾ ਔਰ ਕਿਹੜੇ ਇਸ਼ਟ ਨੂੰ ਜਿਹੜਾ ਪ੍ਰੋਜੈਕਸ਼ਨ ਕਰ ਰਹੇ ਨੇ। ਔਰ ਜਿਹੜੀ ਇਹ ਲਾਇਆ ਇਸ ਕਰਕੇ ਹੈ ਤਾਂ ਕਿ ਇਹ ਸੰਦੇਹ ਨਾ ਰਹਿ ਜਾਵੇ ਕਿ ਕੋਈ ਦੇਵੀ ਦੀ ਉਸਤ ਨਹੀਂ ਕੀਤੀ ਗਈ, ਬਲਕਿ ਕਰਤਾਰੀ ਸ਼ਕਤੀ ਜਿਹੜੀ ਹੈ, ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸੀ ਪਗੜ ਬਚਾਇਆ। ਇਹ ਵਿਚਾਰ ਜਿਹੜਾ ਲੋਕਾਂ ਤੱਕ ਪਹੁੰਚਾਣਾ ਕਿ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਜਿਹੜੀ ਹੈ ਉਹ ਸੰਸਾਰ ਵਿੱਚ ਵਰਤ ਰਹੀ ਹੈ। ਮਨੁੱਖ ਨੂੰ ਉਸ ਸ਼ਕਤੀ ਨਾਲ ਬਾਣੀ ਰਾਹੀਂ ਟਿਊਨ ਹੋਣਾ ਚਾਹੀਦਾ ਔਰ ਫਿਰ ਇਹ ਸੰਸਾਰ ਜਿਹੜਾ ਇੱਕ ਯੁੱਧ ਦਾ ਮੈਦਾਨ ਹੈ ਜਿੱਥੇ ਚੰਗਿਆਈਆਂ ਵਾਸਤੇ ਜੂਝਣਾ ਚਾਹੀਦਾ, ਉਸੇ ਤਰ੍ਹਾਂ ਜਿਵੇਂ ਦੇਵੀ ਦੇਵਤੇ ਜੂਝੇ ਸਨ। ਜੀ ਬਿਲਕੁਲ। ਔਰ ਉਹਦੇ 'ਚ ਕਿੰਨੀ ਕਮਾਲ ਦੀ ਗੱਲ ਗੁਰੂ ਸਾਹਿਬ ਕਰ ਰਹੇ ਹੈ ਕਿ ਇਹ ਕਹਿੰਦੇ ਜੀ ਭਗਉਤੀ ਜਿਹੜੀ ਹੈ ਦੇਵੀ ਹੈ, ਪਰ ਉੱਥੇ ਕਹਿ ਰਹੇ ਲਈ ਭਗਉਤੀ ਦੁਰਗ ਸ਼ਾਹ ਵਰਜਾਗਨ ਭਾਰੀ ਹੈ। ਦੁਰਗਾ ਨੇ ਭਗਉਤੀ ਚੁੱਕ ਲਈ ਤੇ ਕੀ ਦੁਰਗਾ ਨੇ ਦੁਰਗਾ ਨੂੰ ਚੁੱਕ ਲਿਆ? ਲਈ ਭਗਉਤੀ ਦੁਰਗ ਸ਼ਾਹ ਵਰਜਾਗਨ ਭਾਰੀ, ਮਾਰੀ ਰਾਜੇ ਸ਼ੁੰਭ ਨੂੰ ਰਤ ਪੀਏ ਪਿਆਰੀ। ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਵਿਆਕਰਣ ਵੀ ਜਿੰਨੀ ਕੁ ਹੈਗੀ ਹੈ, ਗ੍ਰਾਮਰ ਵੀ ਉਨੀ ਕੁ ਹੈ, ਸਮਝ ਵੀ ਇੰਨੀ ਕੁ ਹੈ। ਹਾਂ, ਇੱਕ ਚੀਜ਼ ਦਾ ਮੁਕਾਬਲਾ ਸਿੱਖ ਨਹੀਂ ਕਰ ਸਕਦੇ, ਉਹ ਹੈਗਾ ਹੁਜਤ। ਉਹਦਾ ਮੁਕਾਬਲਾ ਇਹਨਾਂ ਦੀ ਜਿਹੜਾ ਗਿਆਨ ਹੈ ਉਹਦੇ 'ਚ ਹੁਜਤ ਵਿੱਚ ਪਰਪੱਕ ਹੈਗੇ ਆ ਸ਼ਾਇਦ। ਹੁਜਤ ਦਾ ਮੁਕਾਬਲਾ ਕਰਨ ਦੀ ਲੋੜ ਨਹੀਂ ਹੁੰਦੀ, ਹੁਜਤ ਆਪਣੇ ਆਪ ਹੀ ਢਹਿ ਜਾਂਦੀ ਹੈ ਸਮਾਂ ਪੈਣ ਨਾਲ। ਹਾਂਜੀ। ਤੋ ਜਿਹੜੀ ਭਗਉਤੀ ਹੈ ਉਹ ਤੁਸੀਂ ਬਿਲਕੁਲ ਸਪਸ਼ਟ ਹੈ। ਮੈਨੂੰ ਪੂਰਨ ਸਿੰਘ ਦੀ ਇੱਕ ਗੱਲ ਬੜੀ ਸੋਹਣੀ ਲੱਗੀ। ਗਿਆਨੀ ਹਜ਼ਾਰਾ ਸਿੰਘ ਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਕੋਸ਼ ਰਚਿਤ ਕੀਤਾ ਸੀ, ਉਹਦੀ ਅਸੀਂ ਪੁਨਰ ਸੰਪਾਦਨਾ ਕੀਤੀ ਤੇ ਫਿਰ ਭੂਮਿਕਾ ਉਹਨਾਂ ਦੀ ਧਿਆਨ ਨਾਲ ਪੜ੍ਹੀ ਕਿਉਂਕਿ ਦੁਬਾਰਾ ਉਹ ਭੂਮਿਕਾ ਛਾਪੀ। ਉਹ ਕਹਿੰਦੇ ਵੀ ਪੁਰਾਣੀ ਸ਼ਬਦਾਵਲੀ, ਪੁਰਾਣੇ ਸ਼ਬਦ ਜਦੋਂ ਗੁਰੂਮੁਖ ਤੋਂ ਨਿਕਲਦੇ ਨੇ ਤੇ ਅੰਮ੍ਰਿਤਧਾਰੀ ਹੋ ਜਾਂਦੇ ਨੇ। ਜੀ ਜੀ ਜੀ। ਉਹ ਕਹਿੰਦਾ ਕਿ ਉਹਨਾਂ ਦੇ ਕਈ ਵਾਰੀ ਅਰਥ ਬਦਲ ਜਾਂਦੇ ਨੇ, ਕਈ ਵਾਰੀ ਸਵਰੂਪ ਵੀ ਥੋੜਾ ਬਦਲ ਜਾਂਦਾ ਹੈ, ਉਹਨਾਂ ਦੇ ਅਰਥ ਬਿਲਕੁਲ ਪਰਿਵਰਤਿਤ ਹੋ ਜਾਂਦੇ ਨੇ, ਇੱਕ ਨਵੀਨ ਅਰਥ ਲੈ ਕੇ ਸ਼ਬਦ ਆ ਜਾਂਦੇ ਨੇ। ਠੀਕ ਉਸੇ ਤਰ੍ਹਾਂ ਜਦੋਂ ਇਹ ਦੇਵੀ ਦੇਵਤੇ, ਜਦੋਂ ਇਹਨਾਂ ਦੀ ਵਿਆਖਿਆ ਦਸਮ ਗ੍ਰੰਥ ਵਿੱਚ ਕੀਤੀ ਗਈ, ਇਹਨਾਂ ਦਾ ਕਿ ਰੂਪ ਹੀ ਬਦਲ ਜਾਂਦਾ ਹੈ। ਬਿਲਕੁਲ ਬਿਲਕੁਲ। ਔਰ ਉਹਨਾਂ ਜਿਵੇਂ ਮੁਰਾਰੀ, ਗੋਵਰਧਨ ਇਤਿਆਦਿਕ ਵਾਹਿਗੁਰੂ ਵਾਸਤੇ ਗੁਰੂ ਗ੍ਰੰਥ ਸਾਹਿਬ ਨੇ ਵਰਤ ਲਿਆ, ਤਿਵੇਂ ਇਹਨਾਂ ਸਾਰੇ ਨਾਵਾਂ ਨੂੰ, ਇਹਨਾਂ ਸਾਰੀਆਂ ਸ਼ਕਤਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਕਰਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਉਹ ਇਤਨੀ ਇੱਕ ਵੱਡੀ ਕ੍ਰਾਂਤੀ ਜਿਹੜੀ ਉਹਨੂੰ ਪਹਿਚਾਨਣ ਦੀ ਲੋੜ ਹੈ। ਬਿਲਕੁਲ ਬਿਲਕੁਲ ਬਿਲਕੁਲ। ਜਿਹੜਾ ਗੁਰੂ ਸਾਹਿਬ ਨੇ ਉਹਦੀ ਡਾਇਮੈਂਸ਼ਨਸ ਚੇਂਜ ਕਰ ਦਿੱਤੀਆਂ। ਉਹ ਲਫ਼ਜ਼ ਜ਼ਰੂਰ ਲਏ, ਉਹ ਸ਼ਬਦ ਲਏ, ਪਰ ਉਹਨਾਂ ਸ਼ਬਦਾਂ ਦੇ ਬਲਕਿ ਕਈ ਦਫਾ ਤਾਂ ਇੱਕੋ ਹੀ ਸ਼ਬਦ ਦੇ ਨੇੜੇ ਨੇੜੇ ਹੀ ਵੱਖ, ਜਿਵੇਂ ਇਸ ਦੇ ਵਿੱਚ ਆਇਆ ਕਿ ਮੈਨੂੰ ਉਸ ਦੇ ਬਾਰੇ ਉਹ ਭੁੱਲ ਰਿਹਾ ਹੈਗਾ, ਪਦਮਾਪਤ ਬਾਰੇ। ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ, ਤੇ ਨਾਲ ਹੀ ਕਰ ਰਹੇ ਹੈ ਪਾਰ ਨਾ ਪਾਏ ਸਕੇ ਪਦਮਾਪਤ ਭੇਦ ਕਦੇ ਭੇਦ ਉਚਾਰੇ। ਹੁਣ ਇਹਨੂੰ ਸਮਝਣ ਲਈ ਮੇਰਾ ਖਿਆਲ ਹੈ ਕਿ ਉਹ ਥੋੜੀ ਜੀ ਹੁਜਤ ਤੋਂ ਹਟ ਕੇ ਫਿਰ ਸ਼ਰਧਾ ਚਾਹੀਦੀ ਹੈ। ਤਾਂ ਹੀ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਸਿਦਕ ਦਾਨ, ਭਰੋਸਾ ਦਾਨ ਅਗਰ ਅਸੀਂ ਉਹ ਕਰ ਸਕੀਏ। ਤੇ ਗਿਆਨੀ ਜੀ ਤੁਸੀਂ ਕਾਫੀ ਦੇਰ ਦਾ ਮਤਲਬ ਇਹਦਾ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਹੋ, ਨਾ ਕੇਵਲ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਬਲਕਿ ਜਿਹੜੀਆਂ ਸਹਾਇਕ ਗ੍ਰੰਥ ਹੈ ਉਹਨਾਂ ਦਾ ਵੀ ਤੁਹਾਡਾ ਅਧਿਐਨ ਜਿਹੜਾ ਹੈਗਾ ਉਹ ਬਹੁਤ ਕਾਫੀ ਡੂੰਘਾ ਹੈ। ਗੁਰੂ ਸਾਹਿਬ ਨੇ ਸ਼ਸਤਰਾਂ ਨੂੰ ਪੀਰ ਕਿਉਂ ਕਿਹਾ? ਇਹ ਹਮਾਰੇ ਪੀਰ, ਇਹ ਕਿਉਂ ਕਿਹਾ? ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋ 6ਵੇਂ ਪਾਤਸ਼ਾਹ ਨੇ ਮੇਰੀ ਪੀਰੀ ਧਾਰਨ ਕੀਤੀ ਸੀ, ਉਹ ਸਿਧਾਂਤ ਜਦੋਂ ਸਾਨੂੰ ਦਿੱਤਾ ਸੀ, ਪੀਰ ਜੋ ਹੈ ਇਹ ਬਜ਼ੁਰਗ ਨੂੰ ਕਹਿੰਦੇ ਆ, ਵੱਡੇ ਨੂੰ ਕਹਿੰਦੇ ਆ। ਅੱਛਾ। ਸਤਿਕਾਰਯੋਗ ਜਿਹੜਾ ਹੁੰਦਾ ਜੀ। ਤੇ ਜਿਹੜਾ ਵੀ ਸਾਡੇ ਲਈ ਕਲਿਆਣਕਾਰੀ ਹੋਵੇ, ਸਾਡੇ ਲਈ ਭਲਾ ਕਰਨ ਵਾਲਾ ਹੋਵੇ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਭਾਈ ਗੁਰਦਾਸ ਜੀ ਨੇ ਪੀਰ ਕਿਹਾ, ਜਾਂ ਹਰ ਪੀਰ ਜਗਤ ਪਰ ਬਾਬਾ ਜੀ। ਤੇ 6ਵੇਂ ਪਾਤਸ਼ਾਹ ਲਈ ਵੀ ਭਾਈ ਸਾਹਿਬ ਕਹਿੰਦੇ ਛਟਮ ਪੀਰ ਬੈਠਾ ਗੁਰ ਭਾਰੀ ਜੀ।
ਤੋ ਪੀਰ ਦਾ ਮਤਲਬ ਹੈ ਬਜ਼ੁਰਗ, ਵੱਡਾ, ਸ਼ਕਤੀਸ਼ਾਲੀ, ਸਾਡੀ ਰੱਖਿਆ ਕਰਨ ਵਾਲਾ। ਉਹ ਅਕਾਲ ਪੁਰਖ ਵਾਹਿਗੁਰੂ ਹੈ। ਜਿਵੇਂ ਡਾਕਟਰ ਸਾਹਿਬ ਨੇ ਦੋਹਰਾ ਪੜਿਆ ਸੀ, ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤਲਾਏ। ਖੜਗ ਨਾਮ ਖੰਡੇ ਦਾ, ਤੇ ਇੱਥੇ ਖੜਗ ਅਕਾਲ ਪੁਰਖ ਨੂੰ ਖੜਗ ਰੂਪ ਚ ਵੇਖਿਆ ਗਿਆ, ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ ਚ ਇਹ ਗੱਲ ਸਿਧਾਂਤ ਜੋ ਵੀ ਕੁਝ ਪੈਦਾ ਹੋਇਆ ਸੰਸਾਰ ਦੇ ਵਿੱਚ ਉਹ ਅਕਾਲ ਪੁਰਖ ਦੇ ਵਿੱਚੋਂ ਹੀ ਪੈਦਾ ਹੋਇਆ। ਸਾਰਿਆਂ ਦਾ ਮੂਲ ਸਰੋਤ ਜਿਹੜਾ ਹੈ ਉਹ ਅਕਾਲ ਪੁਰਖ ਹੈ। ਤੇ ਸ਼ਸਤਰ ਜਿਹੜੇ ਨੇ ਇਹ ਸਾਡੀ ਰਾਖੀ ਕਰਦੇ ਨੇ, ਸਾਡਾ ਧਰਮ ਬਚਾਉਂਦੇ ਨੇ, ਸਾਡੀ ਮਰਿਆਦਾ ਬਚਾਉਂਦੇ ਨੇ, ਸਾਡੀ ਸੱਭਿਅਤਾ ਬਚਾਉਂਦੇ ਨੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ਸਤਰਾਂ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਹੁਕਮ ਦਿੱਤਾ ਸੀ, ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਕਾਈ। ਵੀ ਜਦੋਂ ਸਾਡੇ ਦਰਬਾਰ ਚ ਆਉਣਾ, ਸ਼ਸਤਰ ਸਜਾ ਕੇ ਆਉਣਾ, ਸ਼ਸਤਰਾਂ ਦਾ ਪਹਿਰਾ ਰੱਖਣਾ, ਸ਼ਸਤਰਾਂ ਦਾ ਸਤਿਕਾਰ ਕਰਨਾ, ਔਰ ਆਪਣੇ ਸੀਸ ਦੇ ਉੱਤੇ ਵੀ ਸ਼ਸਤਰ ਚੱਕਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅਸੀਂ ਦੇਖਦੇ ਹਾਂ। ਬਾਬਾ ਦੀਪ ਸਿੰਘ ਜੀ ਦੇ ਦੁਮਾਲੇ ਦੇ ਚੱਕਰ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਰੋਜ਼ ਸ਼ਾਮ ਨੂੰ ਦਰਸ਼ਨ ਕਰਾਏ ਜਾਂਦੇ ਆ। ਤੋ ਇਹ ਸ਼ਸਤਰਾਂ ਨੂੰ ਸੀਸ ਤੇ ਰੱਖਣਾ, ਸਤਿਕਾਰ ਦੇਣਾ। ਔਰ ਤੁਸੀਂ ਅੱਜ ਦੇਖੋ ਤਖਤ ਸਾਹਿਬਾਂ ਉੱਤੇ ਵੀ, ਸ੍ਰੀ ਅਕਾਲ ਤਖਤ ਸਾਹਿਬ ਤੇ ਵੀ, ਸ੍ਰੀ ਕੇਸਗੜ੍ਹ ਸਾਹਿਬ, ਪਟਨਾ ਸਾਹਿਬ, ਹਜੂਰ ਸਾਹਿਬ, ਸਾਰੇ ਤਖਤਾਂ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਜਾਂਦਾ, ਕਿਉਂਕਿ ਅਕਾਲ ਪੁਰਖ ਪਾਵਰਫੁਲ ਹੈ। ਕੋਈ ਵੀ ਤਾਕਤਵਰ, ਤਾਕਤ ਤੋਂ ਬਿਨਾਂ ਤਾਕਤਵਰ ਨਹੀਂ ਬਣ ਸਕਦਾ। ਕੋਈ ਵੀ ਪਾਵਰਫੁਲ ਬੰਦਾ ਪਾਵਰ ਤੋਂ ਬਿਨਾਂ ਪਾਵਰਫੁਲ ਨਹੀਂ ਬਣ ਸਕਦਾ। ਸ਼ਕਤੀਸ਼ਾਲੀ ਸ਼ਕਤੀ ਤੋਂ ਬਿਨਾਂ ਨਹੀਂ ਘੁਆ ਸਕਦਾ। ਸੋ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਹੈ ਉਹ ਸ਼ਸਤਰਾਂ 'ਚ ਬਿਰਾਜਮਾਨ ਹੈ, ਜਿਹੜੀ ਸਾਡੇ ਧਰਮ ਨੂੰ, ਸਾਡੀ ਸੱਭਿਅਤਾ ਨੂੰ ਬਚਾਉਣ ਵਾਸਤੇ ਅਕਾਲ ਪੁਰਖ ਨੇ ਮੁੱਢ ਤੋਂ ਸਾਨੂੰ ਦਿੱਤੀ ਹੈ। ਤਾਂ ਮਹਾਰਾਜ ਬਚਨ ਕਰਦੇ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ, ਜਾਂ ਤੇ ਸਰਬ ਖਾਲਸਾ ਸੁਣੀਐ, ਆਯੁਧ ਧਰਵੇ ਉੱਤਮ ਗੁਣੀਐ। ਵੀ ਸ਼ਸਤਰ ਧਾਰੀ ਹੋਵੋ। ਸ਼ਸਤਰ ਸਜਾ ਕੇ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ, ਤੇ ਸੰਕੇਤ ਮਿਲਦੇ ਵੀ ਗੁਰੂ ਨਾਨਕ ਸਾਹਿਬ ਤੋਂ ਹੀ ਸ਼ਸਤਰ ਦਾ ਮਹਾਨਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਚ ਆਉਂਦਾ, ਆਸਾ ਹੱਥ ਕਿਤਾਬ ਕੱਛ। ਜਦੋਂ ਮਹਾਰਾਜ ਮੱਕੇ ਗਏ ਨੇ ਤੇ ਆਸਾ ਕਹਿੰਦੇ ਸੋਟੇ ਨੂੰ, ਕਿਉਂਕਿ ਸੋਟੇ ਦੀ ਲੋੜ ਹੈ ਆਪਣੇ ਸਰੀਰ ਵਾਸਤੇ, ਆਪਣੀ ਰੱਖਿਆ ਵਾਸਤੇ। ਤੇ ਗੁਰੂ ਸਾਹਿਬ ਜੀ ਨੇ ਉਹਨਾਂ ਚੀਜ਼ਾਂ ਨੂੰ ਅੱਗੇ, ਜਿਹੜਾ ਗੁਰੂ ਨਾਨਕ ਸਾਹਿਬ ਨੇ ਸਿਧਾਂਤ ਦਿੱਤਾ ਸੀ ਬਈ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਉਸੇ ਸਿਧਾਂਤ ਨੂੰ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੇ ਰੂਪ ਚ ਲਿਆ, ਤੇ 10ਵੇਂ ਪਾਤਸ਼ਾਹ ਨੇ ਸ਼ਸਤਰਾਂ ਦਾ ਪ੍ਰਕਾਸ਼ ਖਾਲਸੇ ਦੇ ਜ਼ਿਹਨ ਵਿੱਚ ਕਰਨ ਵਾਸਤੇ ਐਸੀ ਬਾਣੀ ਸ਼ਸਤਰ ਨਾਮ ਵਾਲਾ ਇੱਕ ਬਾਣੀ ਰਚੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ। ਉਹ ਸ਼ਸਤਰ ਨਾਮ ਵਾਲਾ ਵਿੱਚ ਮਹਾਰਾਜ ਕਹਿੰਦੇ ਨੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰਿਆ ਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਇੱਕ ਘਟਨਾ ਇਤਿਹਾਸਕ ਹੈ ਕਿ ਗੁਰੂ ਸਾਹਿਬ ਨੂੰ ਕੋਟ ਕਪੂਰੇ ਦੇ ਸਰਦਾਰ ਕਪੂਰੇ ਨੇ ਪੁੱਛਿਆ, ਤੇ ਆਪਾਂ ਇਸ ਤੇ ਅੱਗੇ ਗੱਲ ਕਰਾਂਗੇ। ਤੁਸੀਂ ਇੱਕ ਬੜੀ ਸੋਹਣੀ ਗੱਲ ਕਹੀ, ਆਸਾ ਹੱਥ ਕਿਤਾਬ ਕੱਚ। ਮੈਨੂੰ ਅੱਜ ਪਤਾ ਲੱਗਾ ਕਿ ਆਸਾ ਸੋਟੇ ਨੂੰ ਕਹਿੰਦੇ ਆ, ਸ਼ਾਇਦ ਤਾਂ ਹੀ ਕਰਕੇ ਨਿਹੰਗ ਸਿੰਘ ਸੋਟੇ ਨੂੰ ਅਕਲਦਾਨ ਕਹਿੰਦੇ। ਸੋ ਇੱਕ ਵਕਫੇ ਦੇ ਬਾਅਦ ਅਸੀਂ ਹਾਜ਼ਰ ਹੁੰਨੇ ਆ। ਆਪ ਆਪਣੀ ਗੱਲ ਜਾਰੀ ਰੱਖਾਂ, ਡਾਕਟਰ ਸਾਹਿਬ ਵੀ ਇਹਦੇ 'ਚ ਕੁਝ ਆਪਣੇ ਵਿਚਾਰ ਦੇਣਗੇ। ਬਹੁਤ ਬਹੁਤ ਗੈਰ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਖਾਲਸੇ ਦਾ ਵਿਰਸਾ ਅਤੇ ਅੰਮ੍ਰਿਤ ਬਾਣੀ ਦੇ ਉੱਤੇ ਪੰਥ ਦੇ ਮਹਾਨ ਵਿਦਵਾਨਾਂ ਦੇ ਵਿਚਾਰ ਸੁਣ ਰਹੇ ਹਾਂ, ਔਰ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਜ਼ਿਕਰ ਹੋ ਰਿਹਾ ਸੀ ਕਿ ਜਿਹੜੇ ਸ਼ਸਤਰ ਹਨ ਉਹਨਾਂ ਦੀ ਕੀ ਮਹੱਤਤਾ ਹੈ, ਪੀਰ ਕਿਉਂ ਕਿਹਾ ਗੁਰੂ ਸਾਹਿਬ ਨੇ। ਦਰਅਸਲ ਇਹ ਜਿਹੜੀ ਦੇਗ ਤੇਗ ਫਤਿਹ ਦਾ ਸੰਕਲਪ ਹੈ, ਇਹ ਵੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਦੇਣ ਹੈ। ਦੇਗ ਤੇਗ ਜਗ ਮੈਂ ਦੋ ਚਲੇ, ਰਾਖ ਆਪ ਮੋਹਿ ਅਵਰ ਨਾ ਦਲੇ। ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਨੂੰ ਦਿੱਤੀ ਹੋਈ ਬਖਸ਼ਿਸ਼ ਹੈ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਮਸ਼ੀਰ ਧਾਰੀ ਹੋਣਾ, ਖੜਗ ਧਾਰੀ ਹੋਣਾ ਹੀ ਉਸ ਦੀ ਵੀ ਸਮਝ ਨਹੀਂ ਆ ਸਕਦੀ, ਕਿਉਂਕਿ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ, ਸਾਡੀ ਬੁੱਧੀ ਇੱਕ ਬੱਕਰੇ ਦੀ ਹੈ। ਬੱਕਰੇ ਦੇ ਸਾਹਮਣੇ ਕੋਈ ਨੰਗੀ ਤਲਵਾਰ ਲੈ ਆਏ, ਕੀ ਉਹ ਆਪਣੀ ਬੁੱਧੀ ਕਾਇਮ ਰੱਖ ਸਕਦਾ ਹੈ?
ਕੀ ਉਸ ਦੀ ਸੋਚ ਕਾਇਮ ਰਹੇਗੀ ਅਸੀਂ ਨਹੀਂ ਸਮਝ ਸਕਦੇ, ਪਰ ਇਹ ਤੇਰਾ ਸਰੂਪ ਹੈ ਜਿਹੜਾ ਸਮਝ ਆਂਦਾ ਹੈ। ਉਸ ਨੂੰ ਜਦੋਂ ਇਹ ਪੜ੍ਹਿਆ ਗੁਰੂ ਨਾਨਕ ਸਾਹਿਬ ਦੀ ਬਾਣੀ, ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਫਿਰ ਤੇਰੀ ਹੱਥ 'ਚ ਪਕੜੀ ਹੋਈ ਨੰਗੀ ਤਲਵਾਰ ਸਮਝ ਕੇ ਪਤਾ ਲੱਗਾ ਕਿ ਇਹ ਕੀ ਚੀਜ਼ ਹੈ ਔਰ ਇਸ ਦੀ ਕੀ ਮਹੱਤਤਾ ਹੈ। ਔਰ ਗੁਰੂ ਸਾਹਿਬ ਦੇ ਇਸ ਸਰੂਪ ਨੂੰ ਦੇਖਦਿਆਂ ਹੀ ਸ਼ਾਇਦ ਇਸੇ ਬਾਰੇ ਹੀ ਮਹਾਤਮਾ ਗਾਂਧੀ ਨੇ ਜਦੋਂ ਇਹ ਟਿੱਪਣੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤਲਵਾਰ ਰੱਖਦੇ ਹੈ, ਉਹਨਾਂ ਨੂੰ ਗੁੰਮਰਾਹ ਦੇਸ਼ ਭਗਤ ਤੱਕ ਵੀ ਕਹਿ ਦਿੱਤਾ। ਇਹ ਕੌਮ ਦੀ ਬਦਕਿਸਮਤੀ ਹੈ। ਔਰ ਜਦੋਂ ਇਹਦੇ ਤੇ ਫਿਰ ਵਿਵਾਦ ਹੋਇਆ ਤਾਂ ਅਖੀਰ ਦੇ ਵਿੱਚ ਮਹਾਤਮਾ ਗਾਂਧੀ ਨੇ ਮਾਸਟਰ ਤਾਰਾ ਸਿੰਘ ਨੂੰ ਚਿੱਠੀ ਲਿਖੀ ਕਿ ਜਿਹੜੇ ਬੰਦੇ ਗੁਰੂ ਗੋਬਿੰਦ ਸਿੰਘ ਦੀ ਇਸ ਫਿਲਾਸਫੀ ਦੇ ਉੱਤੇ ਯਕੀਨ ਰੱਖਦੇ ਹੈ ਉਹਨਾਂ ਲਈ ਕਾਂਗਰਸ ਵਿੱਚ ਕੋਈ ਜਗ੍ਹਾ ਨਹੀਂ ਹੈ। ਉਹਨਾਂ ਨੇ ਕਿਹਾ ਮੈਂ ਤਾਂ ਐਸੇ ਮੁਲਕ ਦੀ ਸਥਾਪਨਾ ਚਾਹੁੰਦਾ ਹਾਂ ਜਿਹਦੇ ਵਿੱਚ ਫੌਜ ਨਾ ਹੋਏ, ਜਿਹਦੇ ਵਿੱਚ ਫੌਜ, ਐਸੀ ਸਰਕਾਰ ਚਾਹੁੰਦਾ ਜਿਹਦੇ ਕੋਲ ਫੌਜ ਨਾ ਹੋਏ। ਮਾਸਟਰ ਜੀ ਨੇ ਜਵਾਬ ਦਿੱਤਾ ਸੀ ਜਿਸ ਮੁਲਕ ਦੇ ਵਿੱਚ ਅਗਰ ਐਸੀ ਸਰਕਾਰ ਬਣ ਜਾਏ ਫੌਜ ਦੀ ਲੋੜ ਨਾ ਰਹੇ ਤਾਂ ਉਸ ਮੁਲਕ ਵਿੱਚ ਸਰਕਾਰ ਦੀ ਵੀ ਲੋੜ ਨਹੀਂ ਹੈਗੀ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਲੋੜ ਹੈ ਔਰ ਜਿਹੜੀ ਨਾਲ ਨਾਲ ਚੱਲਦੀ ਹੈ। ਹਾਂ, ਕਿਸ ਦੇ ਹੱਥ ਵਿੱਚ ਹੈ? ਇਹ ਸ੍ਰੀ ਸਾਹਿਬ ਹੈ ਕਿ ਤਲਵਾਰ ਹੈ? ਤਲਵਾਰ ਅਸੀਂ ਬਾਜ਼ਾਰੋਂ ਖਰੀਦ ਸਕਦੇ ਹਾਂ, ਸ੍ਰੀ ਸਾਹਿਬ ਨਹੀਂ ਲੈ ਸਕਦੇ। ਇਹ ਗੁਰੂ ਦੀ ਬਖਸ਼ਿਸ਼ ਨਾਲ ਮਿਲਦੀ ਹੈ। ਵਾਲ ਹਰ ਇੱਕ ਦੇ ਹੋਣਗੇ, ਪਰ ਜਦੋਂ ਗੁਰੂ ਦੀ ਬਖਸ਼ਿਸ਼ ਕਰਕੇ ਤਾਰਨ ਹੋਣਗੇ ਫਿਰ ਇਹ ਕੇਸ ਬਣ ਜਾਂਦੇ ਆ। ਸੋ ਗਿਆਨੀ ਜੀ ਵੀ ਇਹਦੇ ਤੇ ਦੱਸ ਰਹੇ ਸਨ, ਕਿਉਂਕਿ ਇਹ ਬਹੁਤ ਹੀ ਅਹਿਮ ਨੁਕਤਾ ਹੈ ਜਿਹੜਾ ਸ਼ਸਤਰਾਂ ਦਾ ਔਰ ਸ਼ਸਤਰਾਂ ਨੂੰ ਨਮਸਕਾਰ ਕਰਨ ਦਾ। ਕਿਉਂਕਿ ਹੁਣ ਵੀ ਕਈ ਲੋਕ ਇਹ ਕਹਿ ਦਿੰਦੇ ਹੈ ਕਿ ਇਹ ਇਸ ਦੀ ਯੂਟਿਲਾਈਜੇਸ਼ਨ ਦੇਖਣੀ ਚਾਹੀਦੀ ਹੈ, ਇਹ ਗੁਰੂ ਸਾਹਿਬ ਨੇ ਇਹਦੇ ਵਰਤਣ ਲਈ ਦਿੱਤਾ ਹੈ। ਇਹ ਇੱਕ ਇਸ ਤਰ੍ਹਾਂ ਦੀ ਆਈਟਮ ਨਹੀਂ ਹੈ, ਇਹ ਆਰਟੀਕਲ ਆਫ ਫੇਥ ਹੈ। ਜੇ ਅਸੀਂ ਇਹਨੂੰ ਇਸ ਸੈਂਸ ਵਿੱਚ ਲੈ ਲਈਏ ਕਿ ਵਰਤਣ ਲਈ, ਫਿਰ ਤਾਂ ਸਰਕਾਰ ਜਾਇਜ਼ ਹੋਏਗੀ ਹਰ ਥਾਂ ਦੇ ਉੱਤੇ ਬੈਨ ਕਰ ਦੇਣ ਲਈ। ਫਿਰ ਤਾਂ ਹਿੰਦੁਸਤਾਨ ਵਿੱਚ ਵੀ ਜੇਕਰ ਹਵਾਈ ਜਹਾਜ਼ ਵਿੱਚ ਅਲਾਉਡ ਹੈ ਫਿਰ ਉਹ ਵੀ ਬੰਦ ਹੋ ਜਾਏਗੀ। ਦਰਅਸਲ ਇਹ ਕਕਾਰ ਸ਼ਸਤਰ 5 ਕਕਾਰਾਂ ਵਿੱਚੋਂ ਇੱਕ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਇਹ ਆਰਟੀਕਲ ਹੀ ਨਹੀਂ, ਆਰਟੀਕਲ ਆਫ ਫੇਥ ਹੈ। ਜਿੱਥੇ ਆਰਟੀਕਲ ਫੇਥ ਹੋ ਜਾਂਦਾ ਉਹਨੂੰ ਕੋਈ ਰੋਕ ਨਹੀਂ ਸਕਦਾ, ਉਹਨੂੰ ਕੋਈ ਤਬਦੀਲ ਨਹੀਂ ਕਰ ਸਕਦਾ। ਸੋ ਗਿਆਨੀ ਜੀ ਤੁਸੀਂ ਇਸ ਦੇ ਬਾਰੇ, ਇੱਥੋਂ ਗੱਲ ਚੱਲੀ ਸੀ ਕਿ ਇਹ ਹਮਾਰੇ ਪੀਰ ਤੇ ਆਸਾ ਤੋਂ ਅੱਗੇ ਤੁਸੀਂ ਸ਼ੁਰੂ ਕੀਤਾ ਸੀ ਕਿ ਅੱਗੇ ਤੁਸੀਂ ਕੀ ਕਹਿਣਾ ਚਾਹੁੰਦੇ? ਸਤਿਗੁਰਾਂ ਨੇ ਦਸਮ ਪਾਤਸ਼ਾਹ ਨੇ ਸਪਸ਼ਟ ਜਿਹੜੀ ਗੱਲ ਕਹੀ ਹੈ, ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ। ਖਾਲਸਾ ਪੰਥ ਅੱਜ ਤੱਕ ਪਹਿਰਾ ਦਿੰਦਾ ਆ ਰਿਹਾ ਔਰ ਰਹਿੰਦੇ ਯੁੱਗ ਤੱਕ ਸਦਾ ਇਹ ਕਿਰਪਾਨ ਖਾਲਸੇ ਦੇ ਗਾਤਰੇ 'ਚ ਰਹਿਣੀ ਹੈ ਜੀ। ਔਰ ਜਿਹੜਾ ਸਾਡਾ ਨਿਸ਼ਾਨ ਸਾਹਿਬ ਹੈ ਜੀ, ਉਹ ਨਿਸ਼ਾਨ ਸਾਹਿਬ ਤੇ ਜੋ ਖੰਡਾ ਹੈ ਜੀ, ਉਹ ਵੀ ਸੰਸਾਰ ਦੇ ਕੁੱਲ ਕੌਮਾਂ ਦੇ ਝੰਡੇ ਵੇਖ ਲਓ, ਇੱਕ ਖਾਲਸੇ ਦੇ ਝੰਡੇ ਦੀ ਵਿਲੱਖਣਤਾ ਹੈ, ਨਿਸ਼ਾਨ ਸਾਹਿਬ ਜੀ ਦੀ ਵਿਲੱਖਣਤਾ ਕਿ ਉਹਦੇ ਉੱਤੇ ਸ਼ਸਤਰ ਸੁਭਾਇਮਾਨ ਜੀ। ਤੋ ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਸ਼ਕਤੀਸ਼ਾਲੀ ਬਣਾਇਆ ਔਰ ਖੰਡੇ 'ਚ ਵੀ ਸਿਧਾਂਤ ਦਿੱਤਾ, 2 ਧਾਰਾ ਖੰਡਾ ਹੈ। ਇੱਕ ਪਾਸੇ ਉਹ ਸੰਸਾਰ ਦੀ ਉਤਪਤੀ ਕਰਦਾ, ਦੂਜੇ ਪਾਸੇ ਉਹ ਜ਼ੁਲਮ ਦਾ ਨਾਸ਼ ਕਰਦਾ। ਗੁਰੂ ਸਾਹਿਬ ਦਾ ਖੰਡਾ ਕਿਸੇ ਗਊ ਗਰੀਬ ਦੀ ਹੱਤਿਆ ਕਰਨ ਵਾਸਤੇ ਨਹੀਂ, ਕਿਸੇ ਨੂੰ ਬੇਲੋੜਾ ਮਾਰਨ ਲਈ ਨਹੀਂ, ਬਲਕਿ ਧਰਮ ਦੀ ਰਾਖੀ ਲਈ ਹੈ। ਅੱਜ ਤਾਈਂ ਖਾਲਸੇ ਨੇ ਜਿੰਨੇ ਵੀ ਜੰਗ ਲੜੇ ਨੇ ਉਹ ਧਰਮ ਦੀ ਰਾਖੀ ਲਈ ਲੜੇ ਨੇ, ਨਾ ਕਿ ਕੋਈ ਮੁਲਕ ਵਾਸਤੇ ਜਰ ਜੋਰੂ ਜ਼ਮੀਨ ਵਾਸਤੇ ਖਾਲਸੇ ਨੇ ਕਦੀ ਲੜਾਈ ਨਹੀਂ ਕੀਤੀ। ਉਹਨਾਂ ਨੇ ਦੇਸ਼ ਕੌਮ ਧਰਮ ਦੀ ਰਾਖੀ ਲਈ, ਇਹ ਅਕਾਲ ਪੁਰਖ ਦੀ ਫੌਜ ਹੈ, ਸ਼ਸਤਰਧਾਰੀ ਹੈ। ਔਰ ਦੇਖੋ ਜਿਤਨੇ ਵੀ ਪੁਰਾਣੇ ਅਸੀਂ ਮਜ਼ਹਬਾਂ ਦੇ ਧਰਮਾਂ ਦੇ ਆਗੂ ਦੇਖਦੇ ਹਾਂ ਉਹ ਵੀ ਸ਼ਸਤਰਧਾਰੀ, ਕਿਉਂਕਿ ਜਿਹੜੇ ਲੋਕ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਨੇ ਨਵਾਂ ਕੰਮ ਕੀਤਾ ਤੇ ਸ਼ਸਤਰ ਦਿੱਤੇ, ਉਹ ਪਿਛਲੇ ਇਤਿਹਾਸ ਦੇ ਵੇਖੋ ਹਜ਼ਰਤ ਮੁਹੰਮਦ ਸਾਹਿਬ ਵੀ ਉਹਨਾਂ ਨੇ ਵੀ ਜੰਗ ਲੜਿਆ ਆਪਣੀ ਸੇਫਟੀ ਵਾਸਤੇ, ਜਾਂ ਹੋਰ ਲੋਕਾਂ ਨੇ ਵੀ। ਤੇ ਜੇ ਸ਼ਸਤਰ ਜੋ ਹਨ ਉਹ ਰਾਖੀ ਵਾਸਤੇ ਨਾ ਹੁੰਦੇ ਤੇ ਪੁਰਾਣੇ ਲੋਕ ਵੀ ਉਹਨੂੰ ਯੂਜ਼ ਨਾ ਕਰਦੇ। ਸੋ ਗੁਰੂ ਸਾਹਿਬ ਜੀ ਨੇ ਅੱਜ ਵੀ ਸਾਰੀ ਦੁਨੀਆ ਦੀ ਜਿਹੜੀ ਸਰਕਾਰਾਂ ਹਨ ਉਹਨਾਂ ਨੇ ਆਪਣੀ ਆਪਣੀ ਫੌਜ, ਆਪਣੀ ਆਪਣੀ ਮਿਲਟਰੀ ਰੱਖੀ ਹੋਈ ਹੈ, ਆਪਣੀ ਸੇਫਟੀ ਵਾਸਤੇ ਹੈ। ਸੋ ਮਹਾਰਾਜ ਜੀ ਨੇ ਬਹੁਤ ਵੱਡਾ ਡੂੰਘਾ ਸਿਧਾਂਤ ਸਾਨੂੰ ਦਿੱਤਾ ਹੈ, ਉਹਨੂੰ ਸਮਝ ਕੇ ਕਲਗੀਧਰ ਪਾਤਸ਼ਾਹ ਦੀ ਬਾਣੀ 'ਚ ਦੇਗ ਤੇਗ ਜਗ ਮੈਂ ਤੂੰ ਚੱਲਿਆ ਦਾ ਸਿਧਾਂਤ ਹੈ। ਗੁਰਦੁਆਰੇ ਸਾਹਿਬਾਂ ਦੇ ਨਿਸ਼ਾਨ ਸਾਹਿਬ ਇਸ ਗੱਲ ਦਾ ਪ੍ਰਤੀਕ ਹਨ। ਹੋਰ ਵੀ ਬਹੁਤ ਕੁਝ ਹੈ ਜਿਹੜਾ ਸਾਡੇ ਇਤਿਹਾਸ ਦੇ ਵਿੱਚੋਂ, ਸਾਡੇ ਪਰੰਪਰਾ ਦੇ ਵਿੱਚੋਂ ਸਾਨੂੰ ਮਿਲਦਾ ਸ਼ਸਤਰਾਂ ਦੇ ਬਾਰੇ। ਜੀ ਡਾਕਟਰ ਸਾਹਿਬ ਤੁਸੀਂ ਕੁਝ ਇਹਦੇ ਵਿੱਚ ਵਾਅਦਾ ਕਰਨਾ ਚਾਹੁੰਦੇ ਸੀਗੇ? ਜੀ, ਪਹਿਲੀ ਗੱਲ ਤੇ ਮੈਂ ਜਿਹੜਾ ਤੁਸੀਂ ਇਹ ਦੱਸਿਆ ਕਿ ਦੇਗ ਤੇਗ ਜਗ ਮੈਂ ਦੋ ਚੱਲੇ ਦਾ ਸਿਧਾਂਤ ਸ਼੍ਰੀ ਦਸਮ ਗ੍ਰੰਥ ਵਿੱਚੋਂ ਪ੍ਰਤੀਪਾਦਿਤ ਹੁੰਦਾ ਹੈ। ਜੀ, ਦੇਗ ਦਾ ਭਾਵ ਹੈ ਲੰਗਰ, ਭਾਵ ਭੋਜਨ। ਜੀ, ਖਾਲਸੇ ਦਾ ਇਹ ਲਕਸ਼ ਹੈ
ਸੰਸਾਰ ਵਿੱਚੋਂ ਭੁੱਖਮਰੀ ਦੂਰ ਕਰਨਾ, ਸਭ ਵਾਸਤੇ ਭੋਜਨ ਦਾ ਪ੍ਰਬੰਧ ਕਰਨਾ। ਜਸਟਿਸ ਦਾ ਪ੍ਰਤੀਕ ਹੈ ਤੇਗ ਜੀ। ਸਭ ਵਾਸਤੇ ਭੋਜਨ ਦਾ ਪ੍ਰਬੰਧ ਕਰਨਾ, ਫੂਡ ਫਾਰ ਆਲ ਐਂਡ ਜਸਟਿਸ ਫਾਰ ਆਲ। ਜੀ। ਇਹ ਦੇਗ ਤੇਗ ਦਾ ਜਿਹੜਾ ਹੈ ਮੈਸੇਜ ਹੈ, ਦੇਗ ਤੇਗ ਦਾ ਲਕਸ਼ ਹੈ। ਇਹ ਕਿਹੋ ਜਿਹਾ ਕਲਿਆਣਕਾਰੀ ਸਾਰੇ ਦੁਨੀਆ ਵਾਸਤੇ ਹੈ, ਇਹ ਸਮਝਿਆ ਜਾ ਸਕਦਾ ਹੈ। ਜੀ ਜੀ ਜੀ। ਰਹੀ ਗੱਲ ਅਗਲੀ ਕਿ ਸ਼ਸਤਰ ਨੂੰ ਪੀਰ ਕਿਉਂ ਕਿਹਾ ਗਿਆ? ਜੀ। ਕਿਉਂਕਿ ਸਾਡੇ ਕੁਝ ਵੀਰ ਕਹਿੰਦੇ ਨੇ ਵੀ ਸ਼ਸਤਰ ਨੂੰ ਪੂਜਨਯੋਗ ਮੰਨਣਾ, ਸ਼ਸਤਰ ਅੱਗੇ ਸਿਰ ਝੁਕਾਉਣਾ, ਸ਼ਸਤਰ ਨੂੰ ਇਸ਼ਟ ਮੰਨਿਆ ਗਿਆ ਇੱਥੇ, ਔਰ ਗੁਰੂ ਸਾਹਿਬ ਸ਼ਸਤਰ ਨੂੰ ਇਸ਼ਟ ਨਹੀਂ ਮੰਨ ਸਕਦੇ, ਇਹ ਇੱਕ ਕਿੰਤੂ ਕਰਦੇ ਨੇ। ਮੈਂ ਬੇਨਤੀ ਕਰਾਂ ਕਿ ਪੀਰ ਇਸ਼ਟ ਨਹੀਂ ਹੁੰਦਾ। ਪੀਰ ਜਿਹੜਾ ਇਸਲਾਮ ਦੇ ਵਿੱਚ ਇੱਕ ਮਹਾਤਮਾ ਸੰਤ, ਜਿਵੇਂ ਸਾਡੇ ਸੰਤ ਹੈ ਉਸੇ ਤਰ੍ਹਾਂ ਪੀਰ ਜੀ ਹੁੰਦਾ ਜੀ। ਇਸਲਾਮ ਦਾ ਇਸ਼ਟ ਅੱਲਾ ਹੈ। ਅੱਲਾ ਤੋਂ ਬਾਅਦ ਦੂਜੇ ਦਰਜੇ ਤੇ ਮੁਹੰਮਦ ਸਾਹਿਬ ਨੇ। ਜੀ। ਮੁਹੰਮਦ ਸਾਹਿਬ ਤੋਂ ਬਾਅਦ ਜਿਹੜੇ ਹੋਰ ਧਾਰਮਿਕ ਬਜ਼ੁਰਗ ਜਿਨ੍ਹਾਂ ਨੇ ਇਸਲਾਮ ਦਾ ਬਹੁਤ ਪ੍ਰਚਾਰ ਕੀਤਾ, ਉਹਨਾਂ ਨੂੰ ਪੀਰ ਕਹਿੰਦੇ। ਜੀ ਜੀ। ਤਾਂ ਪੀਰ ਇਸਲਾਮ ਦਾ ਇੱਕ ਪ੍ਰਚਾਰਕ ਹੈ। ਗੁਰੂ ਜੀ ਨੇ ਜਦੋਂ ਸ਼ਸਤਰ ਨੂੰ ਪੀਰ ਕਿਹਾ ਤਾਂ ਉਸ ਵੇਲੇ ਸ਼ਸਤਰ ਨੂੰ ਇਸ਼ਟ ਨਹੀਂ ਕਿਹਾ, ਜੀ। ਬਲਕਿ ਕਿਹਾ ਕਿ ਇਹ ਧਰਮ ਦਾ ਪ੍ਰਚਾਰਕ ਹੈ। ਜੀ। ਜਿਹੜਾ ਲਕਸ਼ ਹੈ, ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਜੀ। ਜਿਹੜਾ ਸ਼ਸਤਰ ਹੈ ਇਹ ਰਾਜ ਸੱਤਾ ਵਾਸਤੇ ਨਹੀਂ ਹੈ, ਇਹ ਧਰਮ ਦੇ ਪ੍ਰਚਾਰ ਵਾਸਤੇ ਹੈ। ਇਹ ਇੱਕ ਪੀਰ ਦਾ ਕੰਮ ਕਰਦਾ ਹੈ, ਇਹਦੇ ਤੋਂ ਇੱਕ ਪੀਰ ਦਾ ਕੰਮ ਲੈਣਾ ਹੈ। ਧਰਮ ਦੀ ਸਿੱਖਿਆ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣ ਵਿੱਚ ਜਿਹੜਾ ਕੋਈ ਰੁਕਾਵਟ ਬਣਦਾ ਹੈ, ਜੀ। ਉਹਦੇ ਤੇ ਸ਼ਸਤਰ ਦੀ ਵਰਤੋਂ ਕਰਨੀ ਪਵੇ, ਤੇ ਵਰਤੋਂ ਕਰਕੇ ਵੀ ਧਰਮ ਜਿਹੜਾ ਹੈ ਉਹ ਸਾਰੇ ਸੰਸਾਰ ਵਿੱਚ ਬਹਾਲ ਕਰਨਾ ਹੈ। ਇਹ ਸ਼ਸਤਰ ਦਾ ਲਕਸ਼ ਹੈ। ਇਸ ਕਰਕੇ ਸ਼ਸਤਰ ਜਿਹੜਾ ਗੁਰਮਤਿ ਦੇ ਵਿੱਚ ਹੈ ਉਹ ਕੋਈ ਰੱਬ ਦਾ ਬਦਲ ਨਹੀਂ ਹੈ, ਬਲਕਿ ਉਹ ਰੱਬ ਦੇ ਨਾਮ ਦਾ ਔਰ ਚੰਗੇ ਜਿਹੜੇ ਗੁਰਮਤਿ ਦੇ ਸਿਧਾਂਤ ਨੇ ਉਹਨਾਂ ਦਾ ਪ੍ਰਚਾਰਕ ਦੇ ਰੂਪ ਵਿੱਚ ਇੱਕ ਪ੍ਰਸਤੁਤੀ ਉਹਦੀ ਕੀਤੀ। ਬਿਲਕੁਲ, ਜਿਵੇਂ ਸੈਨਾਪਤੀ ਨੇ ਲਿਖਿਆ ਹੈ, ਅਸੁਰ ਸੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ ਸੰਕਟ ਨਿਬਾਰਬੇ ਕੋ ਖਾਲਸਾ ਬਣਾਇਆ ਹੈ। ਇਹ ਦਾ ਪਰਪਸ ਸੁਖ ਸੰਤਾਂ ਕਰਨੰ ਦੁਰਮਤ ਦਰਨਮ ਕਿਲ ਵਿਖਾਰਨਮ ਅਸ ਸਰਨ ਅਸੀ ਸਰਨਮ ਜੀ। ਜੈ ਜੈ ਜਕਾਰਨ ਸ੍ਰਿਸ਼ਟਿ ਉਬਾਰਨ ਮਮ ਪ੍ਰਤਿਪਾਰਨ ਜੈ ਜੈ ਜੈ। ਤੇਗੰ ਜੈ ਤੇਗੰ। ਬਹੁਤ ਅੱਛੇ। ਬਿਲਕੁਲ ਡਾਕਟਰ ਸਾਹਿਬ ਤੁਹਾਡੇ ਕੋਲ ਆਵਾਂਗੇ ਔਰ ਬੜਾ ਹੀ ਅਹਿਮ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇੱਕ ਜਗ੍ਹਾ ਜ਼ਿਕਰ ਆਇਆ ਕਿ ਰਘੁਬੰਸ ਤਿਲਕ ਸੁੰਦਰ ਦਸਰਤ ਕਰ ਮੁਨ ਬਾਛੇ ਜਾਕੀ ਸਰਣੰਗ। ਇਹ ਸ੍ਰੀ ਰਾਮਦਾਸ ਧਾਰਨ ਤਰਣੰਗ ਗੁਰੂ ਰਾਮਦਾਸ ਜੀ ਦਾ ਜ਼ਿਕਰ ਆਇਆ। ਤੇ ਕੀ ਇਸ ਤਰ੍ਹਾਂ ਜਿਹੜਾ ਗੁਰੂ ਸਾਹਿਬ ਨੇ ਆਪਣੇ ਕੁਲ ਦਾ ਵਰਣਨ ਕੀਤਾ, ਕੁਲ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਕੁਲ ਹੋਏਗੀ, ਪਰ ਉਹਨਾਂ ਨੇ ਉੱਥੋਂ ਸ਼ੁਰੂ ਕਰਕੇ ਫਿਰ ਖੰਡਾ ਕੁਲ ਛਤਰੀ ਪੈਦਾ ਕਰ ਦਿੱਤਾ, ਖੰਡਾ ਕੁਲ ਬਣਾ ਦਿੱਤਾ, ਯਾਨੀ ਕੁਲ ਦੀ ਟਰਾਂਸਫਾਰਮੇਸ਼ਨ ਹੋ ਗਈ। ਤੇ ਜਿਹੜਾ ਗੁਰੂ ਸਾਹਿਬ ਨੇ ਆਪਣੀ ਆਤਮ ਕਥਾ ਦੇ ਵਿੱਚ ਕੁਲ ਵਰਣਨ ਕੀਤਾ, ਬੰਸ ਦਾ ਵਰਣਨ ਕੀਤਾ, ਉਹਦੀ ਕੀ ਮਹੱਤਤਾ ਸੀ? ਮੌਜੂਦਾ ਸਮੇਂ ਵਿੱਚ ਤੇ ਮੈਂ ਸਮਝਦਾ ਸੋ ਬਹੁਤ ਜ਼ਿਆਦਾ ਮਹੱਤਤਾ ਹੈ ਉਹਦੀ ਜੀ। ਕਿਉਂਕਿ ਇਹ ਬਚਿੱਤਰ ਨਾਟਕ ਦੇ ਵਿੱਚ ਹੀ ਅੱਗੇ ਜਾ ਕੇ ਸੋਢੀ ਤੇ ਬੇਦੀ ਵੰਸ਼ ਜਿਹੜਾ ਹੈ ਜੀ, ਉਸ ਦਾ ਉਹਨਾਂ ਨੇ ਵਰਣਨ ਕੀਤਾ ਹੈ। ਔਰ ਸ਼ੁਰੂ ਉਹ ਇਸ ਤਰ੍ਹਾਂ ਕਰਦੇ ਨੇ ਵੀ ਪ੍ਰਥਮ ਕਾਲ ਜਬ ਕਰਾ ਪਸਾਰਾ ਓਂਕਾਰ ਦੇ ਸ੍ਰਿਸ਼ਟ ਉਪਾਰਾ। ਇਹਦੇ ਨਾਲ ਹੀ ਇੱਕ ਮੈਂ ਪੁਆਇੰਟ ਹੋਰ ਦੱਸ ਦਵਾਂ ਕਿ ओंकार ब्रह्मा उत्पत्त ओंकार किया जिनचित ओंकार सैल जुग पए ओंकार वेद निर्मय। ਇਹ ओंकार ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਹ ਬਿਲਕੁਲ ਉਸੇ ਦੀ ਹੀ ਤਰਜ਼ ਤੇ ਦਸਮ ਗ੍ਰੰਥ ਦੇ ਵਿੱਚ ਵੀ ਸਾਨੂੰ ਉਹ ਮੰਨ ਰਹੇ ਨੇ, ਕਹਿ ਰਹੇ ਨੇ ਵੀ ओंकार ਤੇ ਸ੍ਰਿਸ਼ਟ ਉਪਾਰਾ। ओंकार ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਤੇ ਫਿਰ ਬਾਅਦ ਵਿੱਚ ਉਹ ਦੱਸਦੇ ਨੇ ਵੀ ਕਾਲ ਸੈਨ ਪ੍ਰਥਮੇ ਭਇਓ ਭੂਪਾ अधिक अतुल बलराम अनूपा। ते काल केत दूसर भू भयो क्रूर बरस तीसर जग ठहयो। काल तुझ चतुर्थ नृप सोहे ते ते भयो जगत सब मोहे। ਇਹ ਚਾਰ ਰਾਜਿਆਂ ਦਾ ਇੱਕ ਚਾਰ ਬਲੀ ਪੁਰਖਾਂ ਦਾ ਮਤਲਬ ਉਹਨਾਂ ਨੇ ਵਰਣਨ ਕੀਤਾ ਹੈ ਕਿ ਜਦੋਂ ਸ੍ਰਿਸ਼ਟੀ ਚੱਲੀ ਤੇ ਇਹ ਕਾਲ ਸੈਨ, ਕਾਲ ਕੇਤ, ਕਾਲ ਧੁਜ, ਇਹ ਇਸ ਤਰ੍ਹਾਂ ਚਾਰ ਰਾਜੇ ਸੀ ਜਿਹੜੇ ਉਹ ਮਤਲਬ ਜੀ ਜੀ। ਤੇ ਬਹੁਤ ਅੱਛਾ ਉਹਨਾਂ ਦਾ ਉਸੇ ਵਰਣਨ ਨੂੰ ਲੈ ਕੇ ਉਹਨਾਂ ਨੇ, ਕਿਉਂਕਿ ਸਮਾਂ ਸਾਡੇ ਕੋਲ ਬਹੁਤ ਥੋੜਾ ਹੈ, ਮੈਂ ਇੱਕ ਜ਼ਰੂਰ ਚਾਹਾਂਗਾ ਡਾਕਟਰ ਸਾਹਿਬ ਕੋਲੋਂ। ਡਾਕਟਰ ਸਾਹਿਬ, ਜਿਹੜਾ ਗੁਰੂ ਸਾਹਿਬ ਨੇ ਰਾਮਾ ਅਵਤਾਰ ਵੀ ਲਿਖਿਆ, ਉਹਦੇ 'ਚ ਆਪਣਾ ਆਸ਼ਾ ਵੀ ਦੇ ਦਿੱਤਾ ਅਖੀਰ ਦੇ ਵਿੱਚ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਜਾਂ ਜਦੋਂ ਉਹਨਾਂ ਨੇ ਜ਼ਿਕਰ ਕਰ ਦਿੱਤਾ राम कथा जुग जुग अटल, फिर साध असाध जानो नहीं बात सुबाद विवाद। साध और असाध का
ਨਿਰਣਾ ਕਰਨਾ ਮੇਰਾ ਕੰਮ ਨਹੀਂ ਹੈ ਕੌਣ ਸਾਧ ਹੈ ਕੌਣ ਅਸਾਧ ਹੈ, ਪਰ ਜਿਹੜਾ ਕਿ ਨਿਤਨੇਮ ਦਾ ਵੀ ਹਿੱਸਾ ਬਾਅਦ ਵਿੱਚ ਹੈ, ਸਗਲ ਦੁਆਰ ਕੋ ਛੱਡ ਕੇ। ਕ੍ਰਿਸ਼ਨਾ ਅਵਤਾਰ ਜਿਹੜਾ ਹੈ, ਜਿਹੜਾ ਓਰੀਜਨਲ ਭਾਗਵਤ ਹੈ, ਉਹਦੇ ਵਿੱਚ ਔਰ ਇਹਦੇ 'ਚ ਤੇ ਬਿਲਕੁਲ ਹੀ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਨਾ ਇਹਦੇ 'ਚ ਗੀਤਾ ਦਾ ਜ਼ਿਕਰ ਹੈ, ਨਾ ਇਹਦੇ 'ਚ ਜਿਹੜੀ ਲੀਲਾ ਹੈ ਉਹਦਾ ਬੜਾ ਥੋੜਾ ਜਿਹਾ ਵਰਣਨ ਹੈ। ਜੋ ਮੂਲ ਭਾਗਵਤ ਦੇ ਵਿੱਚ ਜੋ ਕ੍ਰਿਸ਼ਨ ਲੀਲਾ ਦਾ ਉਹਦਾ 10ਵਾਂ ਹਿੱਸਾ ਵੀ ਨਹੀਂ ਹੈ, ਫਿਰ ਵੀ ਐਡਾ ਰੋਲਾ ਪਾ ਦਿੱਤਾ ਜਾਂਦਾ ਹੈ। ਤੇ ਇਹ ਕ੍ਰਿਸ਼ਨਾ ਅਵਤਾਰ ਲਿਖਣ ਦਾ ਮਕਸਦ ਕੀ ਸੀ, ਔਰ ਇਹਦੇ ਵਿੱਚ ਮੁਸਲਮਾਨ ਨਾਂ ਔਰ ਇਹ ਜ਼ਿਕਰ ਜਿਹੜੇ ਆ ਜਾਣੇ, ਮੁਸਲਮਾਨ ਨਾਂ ਔਰ ਸਿੰਘਾਂ ਦਾ ਨਾਂ ਆ ਜਾਣਾ, ਇੱਕ ਐਸਾ ਕ੍ਰਿਸ਼ਨ, ਇਹ ਕ੍ਰਿਸ਼ਨ ਨੂੰ ਤਬਦੀਲ ਕੀਤਾ ਹੈ ਕਿ ਸਿੰਘਾਂ ਨੂੰ ਤਬਦੀਲ ਕੀਤਾ ਹੈ ਜਾਂ ਮੁਸਲਮਾਨਾਂ ਨੂੰ ਤਬਦੀਲ ਕੀਤਾ ਹੈ? ਇਹਦਾ ਕੁਝ ਦੱਸੋਗੇ? ਇਹ ਜਿਹੜੀ ਪਹੇਲੀ ਜੀ ਹੈ ਬੜੀ ਗੁੰਝਲਦਾਰ ਹੈ। ਨਾਮ ਹੈ ਰਚਨਾ ਦਾ ਬਚਿੱਤਰ ਨਾਟਕ ਜੀ। ਸਮਝਣ ਵਾਸਤੇ ਅਸਾਧਾਰਨ ਬੁੱਧੀ ਚਾਹੀਦੀ ਹੈ, ਕਿਉਂਕਿ ਨਾਟਕ ਹੈ ਔਰ ਬੜਾ ਵਿਚਿੱਤਰ ਨਾਟਕ ਹੈ। ਅਸੀਂ ਦੇਖਦੇ ਹਾਂ ਕਿ ਅਵਤਾਰਾਂ ਦੀਆਂ ਕਥਾਵਾਂ ਲਿਖਣਾ ਪ੍ਰਯੋਜਨ ਨਹੀਂ ਹੈ, ਅਵਤਾਰਾਂ ਨੂੰ ਯੁੱਧ ਵਿੱਚ ਖੜਾ ਕਰਨਾ ਪ੍ਰਯੋਜਨ ਹੈ। ਜੀ। ਜਿਹੜੇ ਅਵਤਾਰ ਅਹਿੰਸਾ ਦਾ ਪ੍ਰਚਾਰ ਕਰਦੇ ਰਹੇ, ਮਹਾਵੀਰ ਜੈਨ ਵਰਗੇ, ਮਹਾਤਮਾ ਬੁੱਧ ਵਰਗੇ, ਜੀ, ਉਹਨਾਂ ਨੂੰ ਵੀ ਅਰਿਹੰਤ ਅਵਤਾਰ ਤੇ ਬੌਧੂ ਅਵਤਾਰ ਦੇ ਰੂਪ ਵਿੱਚ ਯੁੱਧ ਵਿੱਚ ਲਿਆ ਕੇ ਖੜਾ ਕਰਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਜੀ। ਇਹ ਸੰਦੇਸ਼ ਦੇਣ ਵਾਸਤੇ ਕਿ ਇੱਥੋਂ ਦੇ ਜੈਨ, ਇੱਥੋਂ ਦੇ ਬੁੱਧ, ਇੱਥੋਂ ਦੇ ਯੋਗੀ, ਇੱਥੋਂ ਦੇ ਸਾਧਕ, ਇੱਥੋਂ ਦੇ ਵੈਦਿਕ ਲੋਕ, ਇੱਥੋਂ ਦੇ ਅਵੈਦਿਕ ਲੋਕ ਜਦੋਂ ਤੱਕ ਸਾਰੇ ਸ਼ਸਤਰ ਧਾਰੀ ਹੋ ਕੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੁੰਦੇ, ਉਸ ਸਮੇਂ ਤੱਕ ਇਸ ਦੇਸ਼ ਦੇ ਗੁਲਾਮੀ ਦੇ ਬੰਧਨ ਨਹੀਂ ਕੱਟੇ ਜਾ ਸਕਦੇ। ਇਹ ਮੈਸੇਜ ਹੈ ਉਹਨਾਂ ਦਾ ਅਵਤਾਰ। ਜਿੱਥੋਂ ਤੱਕ ਕ੍ਰਿਸ਼ਨ ਅਵਤਾਰ ਦਾ ਹੈ, ਕ੍ਰਿਸ਼ਨ ਅਵਤਾਰ ਭਾਗਵਤ ਦੀ ਕਥਾ ਲਿਖਣੀ ਉਹਨਾਂ ਦਾ ਪ੍ਰਯੋਜਨ ਹੀ ਨਹੀਂ ਹੈ। ਤੁਸੀਂ ਇਹਦੇ ਅੰਦਰ ਜਾਓ, ਜਿਹੜੇ ਤੇ ਬੰਦੇ ਬੇਸਮਝ ਨੇ, ਉਹ ਬੇਸਮਝ ਬੰਦੇ ਜਿਹੜੇ ਨੇ ਇਹਦਾ ਵਿਸ਼ਲੇਸ਼ਣ ਠੀਕ ਨਹੀਂ ਕਰ ਸਕਦੇ, ਤੇ ਉਹ ਕਹਿੰਦੇ ਇਹਦੇ 'ਚ ਸੰਵਤ ਗੜਬੜ ਨੇ। ਪਹਿਲੇ ਭਾਗ ਦਾ ਸੰਵਤ ਜਿਹੜਾ ਹੈ ਉਹ 1745 ਹੈ ਤੇ ਅਗਲੇ ਭਾਗ ਜਿਹੜਾ 1744 ਹੈ, ਤੇ ਜਦੋਂ ਕਿ ਪਹਿਲੇ ਦਾ 1744 ਹੋ ਸਕਦਾ ਤੇ 1745 ਦੇ ਬਾਅਦ ਵਿੱਚ ਆਉਣਾ ਚਾਹੀਦਾ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਜੀ ਨੇ ਜਦੋਂ ਕ੍ਰਿਸ਼ਨਾ ਅਵਤਾਰ ਲਿਖਿਆ, ਕ੍ਰਿਸ਼ਨਾ ਅਵਤਾਰ ਦੀ ਸਮੁੱਚੀ ਗਾਥਾ ਲਿਖਣਾ ਉਹਨਾਂ ਦਾ ਪ੍ਰਯੋਜਨ ਹੀ ਨਹੀਂ। ਔਰ ਮਹਾਭਾਰਤ ਦਾ ਜਿਹੜਾ ਮਹਾਭਾਰਤ ਵਿੱਚ ਜਿਹੜਾ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਹੈ, ਉਸ ਕਥਾ ਨੂੰ ਬਿਲਕੁਲ ਛੱਡ ਦੇਣਾ, ਉਹਦਾ ਪ੍ਰਯੋਜਨ ਇਹ ਹੈ ਕਿ ਉਹ ਕਿਤੇ ਲੋਕ ਫਿਰ ਉਹ ਗੀਤਾ ਨੂੰ ਨਾ ਪਵਿੱਤਰ ਗਿਆਨ ਸਮਝ ਬੈਠਣ, ਇਸ ਕਰਕੇ ਉਹਨੂੰ ਹਟਾ ਹੀ ਦਿੱਤਾ ਗਿਆ ਹੈ। ਸਰਵ ਪ੍ਰਥਮ ਗੁਰੂ ਜੀ ਨੇ ਖੜਗ ਸਿੰਘ ਦੀ ਕਥਾ ਲਿਖੀ ਹੈ ਜੀ, ਜਿਸ ਨੂੰ ਅਸੀਂ ਯੁੱਧ ਪ੍ਰਬੰਧ ਕਹਿੰਦੇ ਹਾਂ। ਔਰ ਇਹ ਯੁੱਧ ਪ੍ਰਬੰਧ ਇਤਨਾ ਜਿਹੜਾ ਸੀ, ਇਹਦਾ ਪ੍ਰਚਾਰ ਸੀ ਸਿੱਖਾਂ ਵਿੱਚ ਕਿ ਇਹਦੀ ਪੋਥੀ ਵੱਖਰੀ ਹੁੰਦੀ ਸੀ। ਪਹਿਲਾਂ ਯੁੱਧ ਪ੍ਰਸੰਗ ਨਿਹੰਗ ਜਿਹੜੇ ਸੀ ਉਹ ਵਾਰ-ਵਾਰ ਪੜ੍ਹਦੇ ਹੁੰਦੇ ਸੀ। ਨਿਹੰਗ ਸਿੰਘ ਸਾਡੇ ਗੁਰੂ ਕੇ ਖਾਲਸੇ ਜਿਹੜੇ ਸਨ ਉਹ ਯੁੱਧ ਪ੍ਰਸੰਗ ਵਾਰ-ਵਾਰ ਪੜ੍ਹਦੇ ਸਨ। ਹੁਣ ਜਿਹੜਾ ਯੁੱਧ ਪ੍ਰਸੰਗ ਹੈ, ਇਹਦੇ ਵਿੱਚ ਅਸੀਂ ਦੇਖੀਏ ਕਿ ਸ਼੍ਰੀ ਕ੍ਰਿਸ਼ਨ ਦੇ ਨਾਲ ਯੁੱਧ ਕਰਨ ਵਾਲਾ ਇੱਕ ਯੋਧਾ ਖੜਗ ਸਿੰਘ ਖੜਾ ਕੀਤਾ ਹੈ। ਪੁਰਾਣਕ ਜਿਹੜੀ ਕਥਾ ਹੈ ਉਹਦੇ ਵਿੱਚ ਕਿਤੇ ਖੜਗ ਸਿੰਘ ਨਹੀਂ ਹੈ। ਖੜਗ ਸਿੰਘ ਲਿਆ ਕੇ ਖੜਾ ਕੀਤਾ ਹੈ। ਖੜਗ ਸਿੰਘ ਕ੍ਰਿਸ਼ਨ ਨਾਲ ਯੁੱਧ ਕਰਦਾ ਹੈ ਜੀ। ਹੁਣ ਅਗਲੀ ਖੂਬਸੂਰਤੀ ਇਹਦੇ ਵਿੱਚ ਇਹ ਵੇ ਕਿ ਇਹਦੇ ਚ ਲਿਆ ਕੇ ਬੜੇ ਬੜੇ ਸੋਹਣੇ ਨਾਮ ਸਿੰਘਾਂ ਦੇ ਸਜਾ ਕੇ 5-5 ਦਾ ਜਥਾ ਭੇਜਿਆ ਜਾਂਦਾ ਹੈ ਯੁੱਧ ਦੇ ਮੈਦਾਨ ਵਿੱਚ। ਇਹ ਸੰਕਲਪ ਪੰਜਾਂ ਦਾ ਜਿਹੜਾ ਹੈ ਵਾਰ-ਵਾਰ ਉਹਦੇ ਵਿੱਚ ਆਉਂਦਾ ਹੈ ਜੀ। ਫਿਰ ਕ੍ਰਿਸ਼ਨ ਜਿਹੜਾ ਹੈ ਉਸ ਦੀ ਗਾਥਾ ਨੂੰ ਉਸ ਸਮੇਂ ਵਿੱਚ ਲਿਆ ਕੇ ਉਹਦੇ ਵਿੱਚ ਖਾਨ ਖੜੇ ਕੀਤੇ ਜਾਂਦੇ ਨੇ, ਕਿਉਂਕਿ ਉਸ ਵੇਲੇ ਜਿਹੜਾ ਸੰਘਰਸ਼ ਹੈ ਉਹ ਉਸ ਸਮੇਂ ਦਾ ਜਿਹੜਾ ਸੰਘਰਸ਼ ਦੀ ਲੋੜ ਹੈ, ਉਸ ਲੋੜ ਨੂੰ ਦੇਖਦਿਆਂ ਹੋਇਆਂ ਖਾਨ ਜਿਹੜੇ ਲਿਆ ਖੜੇ ਕੀਤੇ ਜਾਂਦੇ ਨੇ ਤੇ ਸਿੰਘ ਵੀ ਲਿਆ ਕੇ ਯੁੱਧ ਦੇ ਮੈਦਾਨ 'ਚ ਉਤਾਰੇ ਜਾਂਦੇ ਨੇ। ਔਰ ਖੜਗ ਸਿੰਘ ਸੂਰਬੀਰ ਹੁੰਦਾ ਹੈ ਜਿਹੜਾ ਸ਼੍ਰੀ ਕ੍ਰਿਸ਼ਨ ਦਾ ਮੁਕਾਬਲਾ ਕਰ ਰਿਹਾ। ਸ਼੍ਰੀ ਕ੍ਰਿਸ਼ਨ ਨੂੰ ਵਾਲਾਂ ਤੋਂ ਪਕੜ ਕੇ ਖੜਗ ਸਿੰਘ ਕਹਿੰਦਾ ਹੈ। ਹੁਣ ਇਹ ਲੋਕ ਕਹਿਣ ਕਿ ਕ੍ਰਿਸ਼ਨ ਅਵਤਾਰ ਵਿੱਚ ਕ੍ਰਿਸ਼ਨ ਦੀ ਮਹਿਮਾ ਹੈ। ਖੜਗ ਸਿੰਘ ਵਰਗਾ ਇੱਕ ਕਾਲਪਨਿਕ ਵਿਅਕਤੀ ਕ੍ਰਿਸ਼ਨ ਨੂੰ ਵਾਲਾਂ ਤੋਂ ਪਕੜ ਲਵੇ ਤੇ ਇਹ ਕਿਹੜੀ ਕ੍ਰਿਸ਼ਨ ਦੀ ਮਹਿਮਾ ਹੈ? ਖੜਗ ਸਿੰਘ ਵਾਲਾਂ ਤੋਂ ਜਾ ਕੇ ਪਕੜ ਲੈਂਦਾ ਹੈ, ਜਿਹੜਾ ਕਿ ਮਗਰੋਂ ਖਾਲਸੇ ਨੇ ਕਰਨਾ ਸੀ ਕਿ ਇੱਥੋਂ ਦੇ ਦੇਵੀ ਦੇਵਤਿਆਂ ਦਾ ਜਿਹੜਾ ਵਰਚਸਵ ਸੀ ਉਹ ਭਰਮ ਸਾਰੇ ਤੋੜਨੇ ਸਨ ਖੜਗ ਸਿੰਘ ਖਾਲਸੇ ਨੇ। ਤਾਂ ਖੜਗ ਸਿੰਘ ਨੇ ਵਾਲਾਂ ਤੋਂ ਫੜ ਲਿਆ ਤੇ ਕਹਿੰਦਾ ਮੈਂ ਤੈਨੂੰ ਬਖਸ਼ ਇਸ ਕਰਕੇ ਰਿਹਾ ਕਿ ਤੂੰ ਇੱਕ ਸੂਰਬੀਰ ਹੈ ਤੇ ਮੇਰੇ ਨਾਲ ਯੁੱਧ ਕਰੇਗਾ, ਮੈਨੂੰ ਸਵਾਦ ਆਏਗਾ। ਇਹ ਮੈਸੇਜ ਦਿੱਤਾ ਹੈ ਕਿ ਜਿਹੜਾ ਸਿੱਖ ਹੈ ਗੁਰੂ ਦਾ ਖੜਗ ਸਿੰਘ ਹੈ ਉਹ ਯੁੱਧ ਵਿੱਚ ਵੈਰ ਵਾਸਤੇ ਨਹੀਂ ਕਿਸੇ ਨਾਲ ਲੜਦਾ, ਉਹ ਤੇ ਸੰਘਰਸ਼ ਉਹਦਾ ਧਰਮ ਹੈ, ਉਹਨੇ ਬਦੀ ਵਿਰੋਧ ਸੰਘਰਸ਼ ਕਰਨਾ ਹੈ, ਇਸ ਕਰਕੇ ਉਹ ਸੰਘਰਸ਼ ਕਰ ਰਿਹਾ ਹੈ। ਹੁਣ ਉਸ ਨੂੰ ਕੋਈ ਮਾਰ ਨਹੀਂ ਸਕਦਾ ਖੜਗ ਸਿੰਘ ਨੂੰ। ਜਦੋਂ ਮਾਰ ਨਹੀਂ ਸਕਦਾ ਤੇ ਮੈਂ ਕਥਾ ਬੜੀ ਸੰਖੇਪ ਕਰ ਦੇਵਾਂ ਕਿ
ਸ਼੍ਰੀ ਕ੍ਰਿਸ਼ਨ ਆਰਾਧਨਾ ਕਰਦੇ ਨੇ, ਤਿੰਨੇ ਵੱਡੇ ਦੇਵ ਆ ਜਾਂਦੇ ਨੇ, ਇੰਦਰ ਨੂੰ ਬੁਲਾ ਲਿਆ ਜਾਂਦਾ ਹੈ, ਸਾਰੀਆਂ ਸੈਨਾਵਾਂ ਇੰਦਰ ਦੀਆਂ ਆ ਜਾਂਦੀਆਂ ਨੇ, ਫਿਰ ਕੌਰਵ ਤੇ ਪਾਂਡਵ ਬੁਲਾ ਲਏ ਜਾਂਦੇ ਨੇ। ਸਾਰੀ ਸ਼ਕਤੀ ਇਕੱਠੀ ਕਰਕੇ ਵੀ ਖੜਗ ਸਿੰਘ ਨੂੰ ਨਹੀਂ ਹਰਾ ਸਕਦੀ। ਇਹ ਸਮਝ ਲੈਣਾ ਚਾਹੀਦਾ ਕਿ ਹਿੰਦੁਸਤਾਨ ਦੀਆਂ ਸਾਰੀਆਂ ਫੋਰਸਿਸ ਖਾਲਸੇ ਦੇ ਵਿਰੁੱਧ ਡਟੀਆਂ ਰਹੀਆਂ ਨੇ। ਉਹਨਾਂ ਨੇ ਚਮਕੌਰ ਦੀ ਗੜੀ ਨੂੰ ਵੀ ਘੇਰਾ ਪਾਇਆ, ਉਹਨਾਂ ਅਨੰਦਪੁਰ ਦੀ ਗੜੀ ਨੂੰ ਵੀ ਘੇਰਾ ਪਾਇਆ ਔਰ ਖਾਲਸੇ ਦੇ ਵਿਰੁੱਧ ਡਟੀਆਂ ਰਹੀਆਂ, ਪਰੰਤੂ ਖਾਲਸਾ ਜਿਹੜਾ ਖੜਗ ਸਿੰਘ ਸੀ ਗੁਰੂ ਦਾ ਪੈਦਾ ਕੀਤਾ ਹੋਇਆ, ਉਹਨੂੰ ਨਹੀਂ ਮਾਰ ਸਕੀਆਂ ਸਾਰੀਆਂ। ਇਹ ਜਫਰਨਾਮੇ ਦੇ ਵਿੱਚੋਂ ਹੀ ਬੜਾ ਸਪਸ਼ਟ ਹੋ ਜਾਂਦਾ ਹੈ ਜੀ ਕਿ ਕਿਤਨੀਆਂ ਫੋਰਸਿਸ ਦੂਜੇ ਪਾਸੇ ਨੇ ਤੇ ਕਿਤਨੇ 40 ਕੋ ਭੁੱਖੇ ਪਾਣੇ ਸਿੱਖ ਜਿਹੜੇ ਨੇ ਮੁਕਾਬਲੇ ਦੇ ਉੱਤੇ ਹਨ। ਜੀ ਖੜਗ ਸਿੰਘ ਨੂੰ ਐਂਡਿੰਗ ਜਿਹੜਾ ਸਵਈਆ ਹੈ ਨਾ, ਖੜਗ ਸਿੰਘ ਨੂੰ ਜਦੋਂ ਸੰਘਾਰ ਨਹੀਂ ਕੀਤਾ ਜਾ ਸਕਦਾ, ਖੜਗ ਸਿੰਘ ਦਾ ਸੰਘਾਰ ਨਹੀਂ ਹੋ ਸਕਦਾ। ਹੁਣ ਬ੍ਰਹਮਾ ਨੂੰ ਪੁੱਛਿਆ, ਸਾਰੇ ਦੇਵਤੇ, ਵੱਡਾ ਬ੍ਰਹਮਾ ਸੀ, ਬ੍ਰਹਮਾ ਨੂੰ ਪੁੱਛਿਆ ਜਾਂਦਾ ਹੈ ਕਿ ਖੜਗ ਸਿੰਘ ਨੂੰ ਕਿਵੇਂ ਮਾਰਿਆ ਜਾਵੇ। ਉਹ ਕਹਿੰਦਾ ਜੀ ਇੱਕ ਤਰੀਕਾ ਹੈ, ਸਵਰਗ ਵਿੱਚੋਂ ਅਪਸਰਾ ਬੁਲਾ ਲਈਆਂ ਜਾਣ, ਉਹ ਇਹਦੇ ਸਾਹਮਣੇ ਹਾਵ ਭਾਵ ਕਰਨ, ਨਾਚ ਨੱਚਣ, ਜੇ ਇਹਦਾ ਧਿਆਨ ਉਹਨਾਂ ਵੱਲ ਚਲਾ ਗਿਆ ਤਾਂ ਮਾਰਿਆ ਜਾਏਗਾ। ਠੀਕ ਇਸੇ ਤਰ੍ਹਾਂ ਹੁੰਦਾ ਹੈ ਕਿ ਅਪਸਰਾ ਬੁਲਾਈਆਂ ਜਾਂਦੀਆਂ ਨੇ, ਯੁੱਧ ਦੇ ਮੈਦਾਨ ਵਿੱਚ ਖੜਗ ਸਿੰਘ ਦੇ ਸਾਹਮਣੇ ਉਹ ਨਾਚ ਪ੍ਰਸਤੁਤੀ ਕਰਦੀਆਂ ਨੇ। ਉਸ ਵੱਲ ਧਿਆਨ ਜਾਂਦਿਆਂ ਹੀ ਸ਼੍ਰੀ ਕ੍ਰਿਸ਼ਨ ਉਸ ਨੂੰ ਬਾਣ ਮਾਰਦੇ ਨੇ ਤੇ ਉਹ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਜਾਂਦਾ ਫਿਰ ਵੀ ਆਪਣੀ ਮਰਜ਼ੀ ਨਾਲ ਹੈ, ਇਤਨਾ ਬਲੀ, ਪਰੰਤੂ ਗੁਰੂ ਜੀ ਨੇ ਮੈਸੇਜ ਦੇ ਦਿੱਤਾ ਕਿ ਖੜਗ ਸਿੰਘ ਜੈਸਾ ਬਲਵਾਨ ਜਿਸ ਤੇ ਮੌਤ ਅਧੀਨ ਹੋਵੇ, ਉਸ ਵਿਅਕਤੀ ਨੂੰ ਵੀ ਜੇ ਕਾਮ ਵੱਲ ਚਿੱਤ ਚਲਾ ਗਿਆ ਤੇ ਉਹਦਾ ਚਿੱਤ ਡੋਲਿਆ ਨਹੀਂ ਤੇ ਉਹ ਮਰਿਆ ਨਹੀਂ। ਇਹੀ ਸੁਨੇਹਾ ਡਾਕਟਰ ਸਾਹਿਬ ਚਰਿਤ੍ਰੋਪਾਖਿਆਨ ਵਿੱਚ ਵੀ ਬਾਰ-ਬਾਰ ਇਹ ਸੰਦੇਸ਼ ਚਰਿਤ੍ਰੋਪਾਖਿਆਨ ਦਾ ਤੇ ਇਹ ਹੀ ਸੰਦੇਸ਼ ਇਸ ਬਾਣੀ ਦਾ ਹੈ। ਜੀ ਗੁਰੂ ਜੀ ਨੇ ਕਥਾ ਪੂਰੀ ਕਰਨ ਵਾਸਤੇ ਬਾਕੀ ਇਹਦੇ ਭਾਗ ਜਿਹੜੇ ਨੇ ਰਾਸ ਲੀਲਾ ਇਤਿਆਦਿਕ ਇਹ ਮਗਰੋਂ ਲਿਖੇ ਨੇ, ਤੇ ਰਾਸ ਲੀਲਾ ਵਿੱਚ ਵੀ ਨਾਰੀ ਸ਼ਕਤੀ ਦੀ ਮਹਿਮਾ ਕਰਕੇ ਉਹਨਾਂ ਨੇ ਨਾਰੀ ਸ਼ਕਤੀ ਦਾ ਉਥਾਨ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ, ਇਹਦੇ ਵਿੱਚ ਹੀ ਸ਼੍ਰੀ ਕ੍ਰਿਸ਼ਨ ਦੀ ਗਾਥਾ ਦੇ ਵਿੱਚ ਉਹਨਾਂ ਦਾ ਅਖੀਰਲਾ ਨਾਮ ਰਣਛੋੜ ਜੀ ਹੈ, ਪਰ ਇਹਦੇ ਵਿੱਚ ਰਣਜੂਝ ਦੀ ਗੱਲ ਆਉਂਦੀ ਹੈ। ਹੇ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਭੈ ਬੇਨਤੀ ਸੁਣ ਲੀਜੇ, और न मांगत हो तुम ते चाहत हो चित में सोई कीजिए, शस्त्रन स्यों अत हीरण भीतर जूझ मरो तो साच पतीजे। बहुत बहुत धन्यवाद डॉक्टर साहब। एक मिनट विच डॉक्टर साहब कुछ दसना चाहणगे? वही दस रहा था जी कि जिहड़ा इन्होंने बहुत खूबसूरत बयान किया है कृष्णा अवतार दा। एंड जिहड़ा इहदा सवैया 4 लाइनां दा, मैं सिर्फ 1 मिनट दे विच ही हो जी ਇਹਦਾ 2492 ਇਹਦੇ ਸਾਰੇ ਮਤਲਬ ਪਦੇ ਨੇ ਤੇ ਉਹਦੇ ਵਿੱਚੋਂ ਜਿਹੜਾ ਲਾਸਟ ਸੋਈਆ ਹੈ ਉਹ ਹੈ ਧਨ ਜਿਉ ਤੈ ਕੋ ਜਗ ਮੇ ਮੁਕਤੇ ਹਰ ਚਿਤ ਮੇ ਯੁੱਧ ਵਿਚਾਰੇ, ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜੇ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੇ ਕੀ ਬੜਨੀ ਮਨੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ। ਹੈਲਪਲੈਸਨੈਸ ਦੀ ਜਿਹੜਾ ਕੂੜਾ ਕਰਕਟ ਸਾਡੇ ਅੰਦਰ ਭਰਿਆ ਪਿਆ ਹੈ ਉਹਨੂੰ ਅਸੀਂ ਗਿਆਨ ਦੇ ਝਾੜੂ ਦੇ ਨਾਲ ਹੂੰਝ ਕੇ ਬਾਹਰ ਸੁੱਟਣਾ ਦਰਅਸਲ, ਔਰ ਉਹ ਤਾਂ ਹੀ ਖੜਗ ਸਿੰਘ ਜਿੰਨਾ ਜਿਹੜਾ ਬਲ ਹੈ ਉਸ ਨੂੰ ਜੀ ਸੋ ਮੇਰਾ ਖਿਆਲ ਹੈ ਕਿ ਤੁਹਾਡਾ ਇਹ ਪ੍ਰੋਗਰਾਮ ਹੀ ਜਿਹੜਾ ਹੈ ਉਹ ਅਗਿਆਨ ਦੇ ਕੂੜੇ ਨੂੰ ਬੁਹਾਰੀ ਲਾਉਣ ਵਾਲਾ ਹੀ ਹੈ। ਅਗਿਆਨ ਦੇ ਕੂੜੇ ਨੂੰ ਤੇ ਕੂੜਾ ਫੈਲਾਉਣ ਵਾਲਿਆਂ ਨੂੰ। ਸੋ ਬਹੁਤ ਬਹੁਤ ਧੰਨਵਾਦ ਹੈ। ਅਖੀਰ ਦੇ ਵਿੱਚ ਸਿਰਫ ਇੱਕ ਲਫ਼ਜ਼ ਹੈ, ਪੜ੍ਹ ਕੇ ਤਿਹਾਰੀ ਬਾਣੀ ਸ੍ਰੀਮਨ ਗੋਬਿੰਦ ਸਿੰਘ, ਸਾਧ ਮੇਨ ਸ਼ੇਰਮਨ ਸ਼ੇਰ ਮੇਨ ਸਾਧਮਨ, ਦਉ ਪਗ ਦੇਖੀਅਤ आप ही के मग में, सिख जो तिहारे सो तो संगया में सिंह भयो, समर में सिंह भयो, सिंह भयो जग में। आप सब दा बहुत बहुत हार्दिक दिलों धन्यवाद है कि आपने इतना कीमती समा दिता और सानू निवाजिया, और आस है कि दोबारा भी जदों मौका मिलिया जरूर करांगे। और डॉक्टर जोत सिंह जी कोलों असीं जरूर जिहड़ा इन्हां दा खास विशा है कि गुरु ग्रंथ साहिब जोत किद्दां है, ਉਹ ਕਿੱਦਾਂ ਸਥਾਪਿਤ ਹੁੰਦੀ ਹੈ, ਉਹ ਅਧਿਆਤਮਵਾਦ ਦੀ ਗੱਲ ਜੇ ਗੁਰੂ ਨੇ ਕਿਰਪਾ ਕੀਤੀ ਅਸੀਂ ਜ਼ਰੂਰ ਹਾਸਲ ਕਰਾਂਗੇ। ਬਹੁਤ ਬਹੁਤ ਧੰਨਵਾਦ। ਤੁਸੀਂ ਈਮੇਲ ਕਰਨਾ lamba@getpunjabi.tv। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।